ਆਈਕਨ ਸਾਊਥ ਏਸ਼ੀਅਨ ਫੋਰਮ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਇਹ ਆਨਲਾਈਨ ਸਮਾਗਮ ਵਿੱਚ ਹਿੱਸਾ ਲੈਣ ਲਈ ਅਤੇ ਗਠੀਏ ਦੀ ਰੋਕਥਾਮ ਅਤੇ ਇਸ ਦੇ ਪ੍ਰਬੰਧਨ ਬਾਰੇ ਸਿੱਖਣ ਲਈ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਆਰੰਭ ਕਰਨ ਦੇ ਪਹਿਲਾਂ ਇਸ ਨਾਲ ਸੰਬੰਧਿਤ ਕੁਝ ਜਾਣਕਾਰੀ ਬਾਰੇ ਦੱਸਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਇਹ ਤੁਹਾਨੂੰ ਦੱਸਾਂਗਾ ਕਿ ਇਸ ਫੋਰਮ ਨੂੰ ਹਿੰਦੀ ਵਿੱਚ ਆਪਾਂ ਕਿਵੇਂ ਸੁਣ ਸਕਦੇ ਹਾਂ। ਜਿਵੇਂ ਕਿ ਆਪ ਸਭ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਸਮਾਗਮ ਪੰਜਾਬੀ ਵਿੱਚ ਹੋਵੇਗਾ। ਜੇ ਤੁਸੀਂ ਇਸ ਨੂੰ ਹਿੰਦੀ ਵਿੱਚ ਸੁਣਨਾ ਪਸੰਦ ਕਰਦੇ ਹੋ ਤਾਂ ਤੁਹਾਡੀ ਸਕਰੀਨ ਦੇ ਸੱਜੇ ਪਾਸੇ ਦਿੱਤੇ ਗਏ ਬਟਨ ਨੂੰ ਦਬੋ। ਇਹ ਤੁਹਾਨੂੰ ਹਿੰਦੀ ਚੈਨਲ ਨਾਲ ਜੋੜ ਦੇਵੇਗਾ ਅਤੇ ਤੁਸੀਂ ਇਸ ਸਮਾਗਮ ਨੂੰ ਹਿੰਦੀ ਵਿੱਚ ਸੁਣ ਸਕੋਗੇ। ਉਸ ਸਮੇਂ ਤੁਸੀਂ ਪੰਜਾਬੀ ਚੈਨਲ ਦੀ ਆਵਾਜ਼ ਨੂੰ ਚੇਤੇ ਨਾਲ ਬੰਦ ਕਰ ਦੇਣਾ ਹੈ। ਦੂਜਾ ਜਿਹੜਾ ਇਸ ਵਿੱਚ ਪੁਆਇੰਟ ਹੈ ਉਹ ਹੈ ਸਿਹਤ ਪ੍ਰਦਰਸ਼ਨੀ। ਤੁਹਾਡੀ ਜਾਣਕਾਰੀ ਨੂੰ ਵਧਾਉਣ ਲਈ ਚੁਣੇ ਹੋਏ ਸਿਹਤ ਸੰਬੰਧੀ ਬੂਥਾਂ ਦੀ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ। ਇਹ ਪ੍ਰਦਰਸ਼ਨੀ ਆਪਣੇ ਭਾਈਚਾਰੇ ਦੀਆਂ ਸਹਾਇਕ ਸੰਸਥਾਵਾਂ ਦੁਆਰਾ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਬਹੁਤ ਸਾਰੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਦੇਖਣਾ ਨਾ ਭੁੱਲਣਾ। ਲਾਈਵ ਪੋਲਿੰਗ। ਇਸ ਸੈਸ਼ਨ ਦੌਰਾਨ ਤੁਹਾਨੂੰ ਲਾਈਵ ਪੋਲਿੰਗ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਪੋਲਿੰਗ ਦੇ ਸ਼ੁਰੂ ਹੋਣ ਨਾਲ ਸਕਰੀਨ ਦੇ ਸੱਜੇ ਪਾਸੇ ਆਪਣੇ ਆਪ ਪੋਲਿੰਗ ਪ੍ਰਸ਼ਨ ਖੁੱਲ੍ਹ ਜਾਵੇਗਾ। ਉਦੋਂ ਤੁਸੀਂ ਆਪਣਾ ਜਵਾਬ ਦੇ ਸਕਦੇ ਹਾਂ। ਅਸੀਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਦੀ ਤਿਆਰੀ ਅਤੇ ਇਸ ਵਿੱਚ ਸੁਧਾਰ ਲਿਆਉਣ ਲਈ ਤੁਹਾਡੇ ਵਿਚਾਰ ਸੁਣਨਾ ਪਸੰਦ ਕਰਾਂਗੇ। ਪ੍ਰੈਕਟਿਸ ਦੇ ਤੌਰ ਵਿੱਚ ਆਪਾਂ ਕੁਐਸਚਨ ਆਨਸਰ ਇੱਕ ਕੁਐਸਚਨ ਆਨਸਰ ਦੀ ਵਰਤੋਂ ਕਰ ਰਹੇ ਹਾਂ। ਜਿਵੇਂ ਕੋਈ ਪਹਿਲਾ ਕੁਐਸਚਨ ਇਹਨਾਂ ਦਾ ਕਿ ਤੁਹਾਡੀ ਸਿਹਤ ਸੰਬੰਧੀ ਸਭ ਤੋਂ ਜ਼ਿਆਦਾ ਸ਼ਿਕਾਇਤ ਤੁਹਾਨੂੰ ਕਿਸ ਚੀਜ਼ 'ਚ ਹੈ ਜਦੋਂ ਆਪਣੀ ਉਮਰ ਵੱਧ ਜਾਂਦੀ ਹੈ। ਪਹਿਲਾ ਕ੍ਰੋਨਿਕ ਡਿਜ਼ੀਜ਼, ਲੰਮੇ ਸਮੇਂ ਦੀ ਬਿਮਾਰੀ। ਦੂਜਾ ਤੁਰਨ ਫਿਰਨ ਦੇ ਮਸਲੇ। ਤੀਜਾ ਹੈ ਦਿਮਾਗੀ ਮਾਨਸਿਕ ਸਿਹਤ। ਚੌਥਾ ਹੈ ਆਪਣੇ ਆਪ ਦੀ ਦੇਖਭਾਲ ਕਰਨ ਵਿੱਚ ਅਸਮਰਥ ਹੋਣਾ ਤੇ ਪੰਜਵਾਂ ਹੈ ਮੇਰੀ ਦੇਖਭਾਲ ਕਰਨ ਲਈ ਕੋਈ ਨਾ ਹੋਣਾ। ਹਰੇਕ ਬੁਲਾਰੇ ਦੇ ਸੈਸ਼ਨ ਪਿੱਛੋਂ ਇੱਕ ਪ੍ਰਸ਼ਨ ਆਵੇਗਾ। ਅਸੀਂ ਤੁਹਾਨੂੰ ਆਪਣਾ ਸਵਾਲ ਬੁਲਾਰੇ ਨੂੰ ਪੁੱਛਣ ਲਈ ਉਤਸ਼ਾਹਿਤ ਕਰਦੇ ਹਾਂ। ਤੁਸੀਂ ਆਪਣਾ ਜਵਾਬ ਲਾਈਵ ਕੁਐਸਚਨ ਐਂਡ ਆਨਸਰ ਦੀ ਵਰਤੋਂ ਦੁਆਰਾ ਜਮ੍ਹਾਂ ਕਰਾ ਸਕਦੇ ਹੋ। ਲਾਈਵ ਕੁਐਸਚਨ ਐਂਡ ਆਨਸਰ ਬਾਕਸ ਸਕਰੀਨ ਦੇ ਸੱਜੇ ਪਾਸੇ ਦਿੱਤਾ ਗਿਆ ਹੈ। ਹੁਣ ਮੈਂ ਡਾਕਟਰ ਚੀਮਾ ਜੀ ਨੂੰ ਇਨਵਾਈਟ ਕਰਾਂਗਾ ਕਿ ਉਹ ਆ ਕੇ ਬਾਗਡੋਰ ਸੰਭਾਲਣ। ਡਾਕਟਰ ਚੀਮਾ। ਸਾਰੀ ਟੀਮ ਦਾ ਬਹੁਤ ਹੀ ਧੰਨਵਾਦ। ਸਾਡੇ ਜਿਹੜੇ ਟੈਕਨੀਕਲ ਜਿਨ੍ਹਾਂ ਦੀ ਸਾਨੂੰ ਸਪੋਰਟ ਹੈ, ਅੱਜ ਸੀ ਟੂ ਸਕਾਈ ਮੈਨੇਜਮੈਂਟ ਕੰਪਨੀ ਜਿਨ੍ਹਾਂ ਦੇ ਆਫਿਸ ਵਿੱਚੋਂ ਮੈਂ ਤੇ ਅਸੀਂ ਕੰਮ ਕਰਨੇ ਪਏ ਹਾਂ। ਵੀ ਆਰ ਸੋ ਗ੍ਰੇਟਫੁਲ ਕਿ ਉਹਨਾਂ ਨੇ ਸਾਨੂੰ ਹੈਲਪ ਕੀਤੀ ਅੱਜ ਇਸ ਪ੍ਰੋਗਰਾਮ ਵਿੱਚ। ਅਸੀਂ ਜਿਹੜੇ ਸਾਰੇ ਸਾਡੇ ਪ੍ਰੋਗਰਾਮ ਵੇਖਣ ਵਾਲੇ ਨੇ ਉਹਨਾਂ ਦਾ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ। ਅਸੀਂ ਪਿਛਲੇ 13 ਨੂੰ ਵੀ ਪ੍ਰੋਗਰਾਮ ਕੀਤਾ ਸੀ। ਤੁਸੀਂ ਸਾਰਿਆਂ ਨੇ 13 ਨੂੰ ਵੀ ਜੁਆਇਨ ਕੀਤਾ। ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਤੁਸੀਂ ਸਾਨੂੰ ਜੁਆਇਨ ਕਰਕੇ ਆਨਲਾਈਨ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕੀਤਾ ਸੀ। ਜਿਹੜਾ ਆਈਕਨ ਪ੍ਰੋਜੈਕਟ ਹੈ, ਇਹਦੀ ਜਿਹੜੀ ਹੋਂਦ ਆਈ ਸੀ 11 ਸਾਲ ਪਹਿਲਾਂ। ਉਸ ਟਾਈਮ ਦੇ ਵਿੱਚ ਡਾਕਟਰ ਕੈਂਡਲ ਹੋ ਜਿਹੜੇ ਕਿ ਸਾਡੇ ਇੰਚਾਰਜ ਨੇ ਪ੍ਰੋਫੈਸਰ ਆਫ ਮੈਡੀਸਨ ਡਿਜੀਟਲ ਮੈਡੀਸਨ ਦੇ ਤੇ ਆਈਕਨ ਪ੍ਰੋਜੈਕਟ ਦੇ, ਇਹ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਸੀ। ਅਸੀਂ ਪੰਜਾਬੀ ਭਾਈਚਾਰੇ ਵਾਸਤੇ ਸਾਊਥ ਏਸ਼ੀਅਨ ਭਾਈਚਾਰੇ ਵਾਸਤੇ ਵਿੰਗ ਉਹਨਾਂ ਦੇ ਅੰਡਰ ਬਣਾਇਆ ਤੇ ਮੇਰਾ ਰੋਲ ਜਿਹੜਾ ਹੈਗਾ ਕਿ ਜਿਹੜਾ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਕੰਮ ਕਰਕੇ ਤੇ ਮੈਂ ਦੋਨੋਂ ਅਸੀਂ ਮਿਲ ਕੇ ਇਸ ਚੀਜ਼ ਨੂੰ ਪ੍ਰਮੋਟ ਕਰਨੇ ਆ। ਤੇ ਸਾਡਾ ਮੇਨ ਮਕਸਦ ਹੈ ਕਿ ਜਿਹੜੀਆਂ ਕ੍ਰੋਨਿਕ ਡਿਜ਼ੀਜ਼ ਨੇ ਉਹਨਾਂ ਤੇ ਫੋਕਸ ਅਸੀਂ ਕੀਤਾ ਕਿ ਜਿਸ ਤਰ੍ਹਾਂ ਡਾਇਬਟੀਜ਼, ਕਿਡਨੀ ਪ੍ਰੋਬਲਮ, ਹਾਰਟ ਟਰਬਲ, ਕਾਰਡੀਓਵਾਸਕੂਲਰ ਡਿਜ਼ੀਜ਼, ਮੈਂਟਲ ਹੈਲਥ ਇਸ਼ੂਜ਼, ਅਸੀਂ ਇਹਨਾਂ ਤੇ ਪਿਛਲੇ 10 ਸਾਲ ਫੋਕਸ ਕੀਤਾ ਸੀ। ਪਿਛਲੇ ਸਾਲ ਅਸੀਂ ਪ੍ਰੋਗਰਾਮ ਨਹੀਂ ਕਰ ਸਕੇ ਕਿਉਂਕਿ ਕੋਵਿਡ-19 ਕਰਕੇ ਬੜਾ ਲੰਬਾ ਸਾਰੇ ਸੰਸਾਰ ਦੇ ਵਿੱਚ ਮੁਸ਼ਕਲ ਆ ਗਈ ਤੇ PC ਵਿੱਚ ਵੀ ਉਸੇ ਤਰੀਕੇ ਨਾਲ ਅਸੀਂ ਇਨ ਪਰਸਨ ਪ੍ਰੋਗਰਾਮ ਨਹੀਂ ਸੀ ਕਰ ਸਕਦੇ।
ਅੱਜ ਵੀ ਅਸੀਂ ਇਸ ਸਾਲ ਵੀ ਇਨ ਪਰਸਨ ਪ੍ਰੋਗਰਾਮ ਨਹੀਂ ਕੀਤਾ, ਅਸੀਂ ਆਨਲਾਈਨ ਪ੍ਰੋਗਰਾਮ ਕਰਨੇ ਪਿਆ। ਮੈਂ ਸਮਝਦਾ ਕਿ ਜਿਹੜੀ ਸਾਡੀ ਟੀਮ ਹੈ ਸੋਫੀਆ ਖਾਨ ਦੇ ਅੰਡਰ ਜਿਹੜੀ ਟੀਮ ਸਾਰੀ ਕੰਮ ਕਰਦੀ ਪਈ, ਉਹਨਾਂ ਨੇ ਬਹੁਤ ਟਰਾਈ ਕਰਦੇ ਪਏ ਨੇ ਤੇ ਸਾਨੂੰ ਸਕਸੈਸ ਬਹੁਤ ਮਿਲੀ ਹੈ। ਪਰ ਫਿਰ ਵੀ ਇਹ ਚੈਲੰਜ ਹੈ ਕਿਉਂਕਿ ਜਿਹੜਾ ਸਾਡੇ ਪ੍ਰੋਗਰਾਮ ਸੁਣਨ ਵਾਲੇ ਵੇਖਣ ਵਾਲੇ ਸਾਰੇ ਨੇ ਉਹ ਮੋਸਟਲੀ ਜਿਹੜੇ ਪਿਛਲੇ 20 ਜਾਂ 25 ਸਾਲ ਤੋਂ ਇੰਡੀਆ ਜਾਂ ਪਾਕਿਸਤਾਨ ਤੋਂ ਜਾਂ ਫਿਜੀ ਤੋਂ ਆਏ ਨੇ। ਉਹਨਾਂ ਦਾ ਹੋ ਸਕਦਾ ਵੀ ਟੈਕਨੋਲੋਜੀ ਦੇ ਵਿੱਚ ਇੰਨਾ ਨੌਲੇਜ ਨਾ ਹੋਏ, ਸੋ ਫਿਰ ਵੀ ਜਿਹੜੇ ਉਹਨਾਂ ਦੇ ਬੱਚੇ ਜਾਂ ਰਿਲੇਟਿਵ ਹੈਲਪ ਕਰਦੇ ਪਏ ਨੇ। ਸੋ ਵੀ ਆਰ ਸੋ ਗ੍ਰੇਟਫੁਲ। ਇਸੇ ਕਰਕੇ ਪਿਛਲੀ ਵਾਰੀ ਜਿਹੜਾ ਸੀ ਨਾ ਕਾਫੀ ਲੋਕਾਂ ਦੀ ਪਾਰਟਿਸਿਪੇਸ਼ਨ ਹੋਈ ਸੀ ਇਹਦੇ ਵਿੱਚ, ਕਿਉਂਕਿ ਪੈਂਡੈਮਿਕ ਦੇ ਵਿੱਚ ਜਿਹੜਾ ਸਾਰਾ ਸਿਸਟਮ ਬਦਲ ਗਿਆ। ਮੈਂ ਕਹਿ ਸਕਦਾ ਐਜ਼ ਅ ਫਿਜ਼ੀਸ਼ੀਅਨ ਕਿ ਅਸੀਂ ਐਜ਼ ਅ ਫੈਮਿਲੀ ਡਾਕਟਰ ਵੀ ਲੋਕਾਂ ਨੂੰ ਜ਼ਿਆਦਾ ਫੋਨ ਤੇ ਗੱਲ ਕਰਨੇ ਆ, ਇਨ ਪਰਸਨ ਅਸੀਂ ਮਿਲ ਨਹੀਂ ਸਕਦੇ। ਪਰ ਇਸ ਟਾਈਮ ਦੇ ਵਿੱਚ ਨੋਟ ਕੀਤਾ ਗਿਆ ਕਿ ਜਿਹੜੀਆਂ ਕਰੋਨਿਕ ਜਿਹੜੀਆਂ ਬਿਮਾਰੀਆਂ ਨੇ, ਜਿਨ੍ਹਾਂ ਨੂੰ ਅਸੀਂ 5 ਬਿਮਾਰੀਆਂ ਨੂੰ ਫੋਕਸ ਕਰਨੇ ਪਏ ਹਾਂ, ਜਿਹੜਾ ਕਿ ਸਾਡੀ ਆਈਕੌਨ ਦਾ ਮੈਂਡੇਟ ਹੈ ਪ੍ਰੋਵਿੰਸ ਵੱਲੋਂ, ਕਿਉਂਕਿ ਪ੍ਰੋਵਿੰਸ ਵੱਲੋਂ ਪ੍ਰੋਗਰਾਮ ਫੰਡ ਹੋ ਰਿਹਾ ਪਿਛਲੇ 10 ਸਾਲ ਤੋਂ। ਸੋ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੇ ਪ੍ਰੋਗਰਾਮ ਨੂੰ ਪ੍ਰਮੋਟ ਕਰਨੇ ਪਏ ਹਾਂ ਤਾਂ ਕਿ ਕਮਿਊਨਿਟੀ ਵਿੱਚ ਅਵੇਅਰਨੈਸ ਕੀਤੀ ਜਾਏ। ਸੋ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਦੇਖਿਆ ਗਿਆ ਕਿ ਕਿਉਂਕਿ ਅਸੀਂ ਲੋਕ ਘਰਾਂ ਦੇ ਵਿੱਚ ਬੈਠੇ ਹਾਂ ਸਾਰੇ, ਉਹ ਐਕਟੀਵਿਟੀ ਸਾਡੀ ਘਟ ਗਈ, ਐਕਟੀਵਿਟੀ ਨਾਲ ਪ੍ਰੋਬਲਮਸ ਵੱਧ ਗਈਆਂ। 5 ਪ੍ਰੋਬਲਮਾਂ ਤਾਂ ਪਹਿਲਾਂ ਸਨ, ਉਹਦੇ ਨਾਲ ਆਸਟੀਓਪਰੋਸਿਸ ਜੁੜ ਗਿਆ। ਪਿਛਲੇ ਹਫਤੇ ਅਸੀਂ ਆਸਟੀਓਪਰੋਸਿਸ ਬਾਰੇ ਗੱਲ ਕੀਤੀ ਸੀ, ਅੱਜ ਅਸੀਂ ਆਸਟੀਓਆਰਥਰਾਈਟਿਸ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਪੇਨ ਦਰਦਾਂ ਦੀ ਜਿਹੜੀ ਜੋੜਾਂ ਦੀ ਜਿਹੜੀ ਦਰਦ ਹੈ, ਕਿਉਂਕਿ ਇਹ ਜਿਹੜੇ ਦੋਨੋਂ ਇਸ਼ੂਜ਼ ਨੇ ਇਹ ਵੱਖਰੇ ਨੇ, ਪਰ ਸਾਡੀ ਜਿਹੜੀ ਕਮਿਊਨਿਟੀ ਦੇ ਲੋਕ ਨੇ ਉਹ ਕਨਫਿਊਜ਼ ਕਈ ਵਾਰੀ ਕਰਦੇ ਨੇ ਇਸ ਇਸ਼ੂ ਨੂੰ ਕਿ ਹੋ ਸਕਦਾ ਮੈਨੂੰ ਆਰਥਰਾਈਟਿਸ ਹੈ, ਹੋ ਸਕਦਾ ਆਸਟੀਓਪਰੋਸਿਸ ਹੈ। ਮੈਂ ਸਮਝਦਾ ਕਿ ਇਹਨਾਂ ਨੂੰ ਐਕਸਪਲੇਨ ਕਰਨਾ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਅਜੇ ਨਹੀਂ ਪਤਾ ਵੀ ਕਿੰਨੀ ਕੁ ਅਸੀਂ ਐਕਟੀਵਿਟੀ ਸਾਡੀ ਵਧਣੀ ਹੈ, ਕਦੋਂ ਪੈਂਡੈਮਿਕ ਦਾ ਜਿਹੜਾ ਨਾ ਖੁੱਲ੍ਹ ਹੋਣੀ ਹੈ। ਸੋ ਅਸੀਂ ਇੰਸਟਰਕਸ਼ਨਾਂ ਫੋਲੋ ਕਰਨੇ ਪਏ ਹਾਂ ਜੋ ਵੀ ਪ੍ਰੋਵਿੰਸ ਵੱਲੋਂ ਸਾਡੇ ਮਿਨਿਸਟਰ ਆਫ ਹੈਲਥ ਜਾਂ ਜਿਹੜੇ ਹੈਲਥ ਅਫੀਸ਼ੀਅਲਸ ਦੀ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਮੁਤਾਬਕ ਅਸੀਂ ਕੰਮ ਕਰ ਸਕਦੇ ਹਾਂ। ਸੋ ਮੈਂ ਸਮਝਦਾ ਕਿ ਜਿਹੜੀ ਇਨਫੋਰਮੇਸ਼ਨ ਹੈ ਅਸੀਂ ਬਹੁਤ ਕੋਸ਼ਿਸ਼ ਨਾਲ ਤੁਹਾਡੇ ਸਾਹਮਣੇ ਲਿਆ ਰਹੇ ਹਾਂ। ਸਾਡੇ ਕੋਲ ਹਮੇਸ਼ਾ ਦੀ ਤਰ੍ਹਾਂ ਬੜੇ ਚੰਗੇ ਪ੍ਰੈਜ਼ੈਂਟਰ ਨੇ, ਉਹਨਾਂ ਦੀ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ। ਇਹ ਜਿਹੜਾ ਪ੍ਰੋਗਰਾਮ ਹੈ ਸਾਰਾ ਸਾਇੰਸ ਬੇਸਡ ਹੈ, ਐਕੂਰੇਟ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਨੀ। ਇਹ ਗੌਸਪ ਵਾਲਾ ਪ੍ਰੋਗਰਾਮ ਨਹੀਂ ਹੈਗਾ, ਇਹ 'ਚ ਆਪਾਂ ਗੱਪਸ਼ਪ ਨਹੀਂ ਮਾਰ ਸਕਦੇ, ਜਿਹੜੀ ਗੱਲ ਅਸਲੀ ਹੈ ਉਹੀ ਕਰਨੀ ਹੈ। ਮੈਂ ਸਮਝਦਾ ਕਿ ਇਹ ਸਾਰੀਆਂ ਗੱਲਾਂ ਕਰਨ ਦਾ ਇੱਕੋ ਹੀ ਮਕਸਦ ਹੈ ਵੀ ਤੁਸੀਂ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਹੈਲਥੀ ਰਹਿ ਸਕਦੇ ਹੋ, ਆਪਣੀ ਸਿਹਤ ਨੂੰ ਤੁਸੀਂ ਕਿਸ ਤਰ੍ਹਾਂ ਕਾਇਮ ਰੱਖਣਾ, ਕਿਉਂਕਿ ਇਹ ਜਿਹੜੀਆਂ ਕਰੋਨਿਕ ਜਿਹੜੀਆਂ ਤਕਲੀਫਾਂ ਨੇ ਇਹ ਇਨਸੈਪਰੇਬਲ ਨੇ। ਆਪਾਂ ਇਹ ਨਹੀਂ ਕਹਿ ਸਕਦੇ ਇੱਕ ਬਿਮਾਰੀ ਹੋ ਗਈ ਤੇ ਦੂਜੀ ਨਹੀਂ ਹੋਣੀ, ਦੂਜੀ ਹੋ ਗਈ ਤੇ ਤੀਜੀ ਨਹੀਂ ਹੋਣੀ। ਸੋ ਸਾਰੀਆਂ ਗੱਲਾਂ ਨੂੰ ਠੀਕ ਕਰਨ ਵਾਸਤੇ ਹੀ ਇਹ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਹਾਂ। ਤੇ ਜਿਹੜੇ ਸਾਡੇ ਡਾਕਟਰ ਨੇ ਅੱਜ ਜਿਹੜੇ ਨਵੇਂ ਜੁਆਇਨ ਕੀਤੇ ਨੇ, ਇਹਨਾਂ ਤੋਂ ਪਹਿਲਾਂ ਸਾਰੇ ਜਿਹੜੇ ਪ੍ਰੈਜ਼ੈਂਟਰਸ ਨੇ ਵਲੰਟੀਅਰ ਨੇ, ਆਪਣਾ ਟਾਈਮ ਤੁਹਾਡੇ ਲਈ ਪ੍ਰੋਵਾਈਡ ਕਰਦੇ ਨੇ। ਸੋ ਆਈ ਐਮ ਸੋ ਗ੍ਰੇਟਫੁਲ ਵੀ ਉਹ ਹਮੇਸ਼ਾ ਆਉਂਦੇ ਨੇ। ਡਾਕਟਰਾਂ ਦੇ ਨਾਲ ਸਾਡੇ ਕੋਲ ਫਿਜ਼ੀਓਥੈਰੇਪਿਸਟ ਨੇ, ਸਾਡੇ ਕੋਲ ਡਾਈਟੀਸ਼ੀਅਨ ਨੇ, ਸਾਡੇ ਕੋਲ ਸਾਈਕੋਲੋਜਿਸਟ ਨੇ। ਮੈਂ ਸਮਝਦਾ ਵੀ ਜਿਹੜਾ ਕੋਲੈਕਟਿਵਲੀ ਇੱਕ ਅਸੀਂ ਹੋਲਿਸਟਿਕ ਅਪਰੋਚ ਇੰਟਰਕਲਚਰਲ ਆਨਲਾਈਨ ਹੈਲਥ ਨੈਟਵਰਕ ਦੇ ਦਾਇਰੇ ਦੇ ਵਿੱਚ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਇੱਕ ਕੈਨੇਡਾ ਵਿੱਚ ਤੇ BC ਵਿੱਚ ਇੱਕ ਐਗਜ਼ਾਮਪਲ ਹੈ ਕਿ 11 ਸਾਲ ਤੋਂ ਪ੍ਰੋਗਰਾਮ ਤੁਹਾਡੇ ਕੋਲ ਚੱਲਦਾ ਪਿਆ। ਸੋ ਇੱਕ ਕਾਸਟ ਇਫੈਕਟਿਵ ਪ੍ਰੋਗਰਾਮ ਹੈ, ਇਹਦੇ ਨਾਲ ਅਸੀਂ ਮਿਲੀਅਨਸ ਆਫ ਡਾਲਰ ਅਸੀਂ ਪਹੁੰਚਾਉਂਦੇ ਹਾਂ, ਲੋਕਾਂ ਤੱਕ ਸਰਵਿਸ ਪਹੁੰਚਾਉਂਦੇ ਹਾਂ। ਇਸੇ ਕਰਕੇ ਹੀ ਪਿਛਲੇ 10 ਸਾਲਾਂ ਵਿੱਚ ਦੋਨਾਂ ਹੀ ਜਿਹੜੀਆਂ ਸਰਕਾਰਾਂ ਨੇ ਇਸ ਪ੍ਰੋਗਰਾਮ ਨੂੰ ਫੰਡ ਕੀਤਾ। ਸੋ ਮੈਂ ਹੁਣ ਪਿਛਲੇ ਹਫਤੇ ਸਾਡੇ ਪ੍ਰੋਵਿੰਸ ਦੇ ਜਿਹੜੇ ਮੰਤਰੀ ਸਨ ਹੈਰੀ ਬੈਂਸ, ਉਹਨਾਂ ਨੇ ਆ ਕੇ ਤੇ ਪ੍ਰੋਗਰਾਮ ਨੂੰ ਵਿੱਚ ਪਾਰਟਿਸਿਪੇਟ ਕੀਤਾ ਸੀ। ਅੱਜ ਅਸੀਂ ਫੈਡਰਲ ਗਵਰਨਮੈਂਟ ਤੋਂ ਆਪਣੇ ਰਣਦੀਪ ਸਰਾਏ ਮੈਂਬਰ ਆਫ ਪਾਰਲੀਮੈਂਟ ਮੈਸੇਜ ਲੈ ਕੇ ਆਏ ਨੇ। ਸੋ ਮੈਂ ਉਹਨਾਂ ਦਾ ਮੈਸੇਜ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ। ਸਾਰੇ 2021 ਦੀ ਆਈਕਨ ਸਾਊਥ ਏਸ਼ੀਅਨ ਹੈਲਥ ਫੋਰਮ ਤੇ ਆਏ ਆ ਤੇ ਸਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ। ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਵੀ ਅੱਜ ਇੱਥੇ ਆਏ ਆ। ਇਹ ਬਹੁਤ ਵਧੀਆ ਉਪਰਾਲਾ ਹੈਗਾ ਔਰ ਤੁਸੀਂ ਜਿਹੜਾ ਸਹਿਯੋਗ ਦੇ ਰਹੇ, ਜਿਹੜਾ ਤੁਸੀਂ ਇੱਥੇ ਆ ਰਹੇ ਆ ਇਸ ਪ੍ਰੋਗਰਾਮ ਤੇ ਸ਼ੁਰੂਆਤ ਤੋਂ ਲੈ ਕੇ ਅੱਜ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ, ਕਿਉਂਕਿ ਸਾਊਥ ਏਸ਼ੀਅਨ ਹੈਲਥ ਫੋਰਮ ਤੁਹਾਡੇ ਲਈ ਬਹੁਤ ਬਿਹਤਰੀਨ ਫੋਰਮ ਹੈਗਾ। ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੁੰਦਾ ਕਿ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਇਹ ਇਵੈਂਟ ਨੂੰ ਇਕੱਠੇ ਕਰਨ ਵਾਸਤੇ, ਚਲਾਉਣ ਵਾਸਤੇ ਸਹਿਯੋਗ ਦਿੱਤਾ ਔਰ ਇਹਦੀ ਕਾਮਯਾਬੀ ਕੀਤੀ। ਇਹ ਉਹਨਾਂ ਦੀ ਬਦੌਲਤ ਤੋਂ ਬਗੈਰ ਕਦੇ ਹੋ ਨਹੀਂ ਸਕਦਾ ਸੀ।
मैं नाल इस दे नाल साडे माणयोग डॉक्टर चीमा गुलजार सिंह चीमा उन्होंने जिन्हें कि ये साउथ एशियन पोर्टफोलियो आइकॉन का जब भी शुरुआत सी 2008 की उदों का ये लीडरशिप लई ते बड़ा योग दे के बड़ा मेहनत करके इसनूं सक्सैसफुल किया ताकि जी इंडो कैरेबियन कम्यूनिटी है इन्होंने जो क्रिटिकल हैल्थ इशूज़ है वो उन्होंने तक पहुँचाए जान उन्होंने लीडरशिप के अंडर आइकॉन तकरीबन 7,000 पंजाबी स्पीकिंग पेशेंटों पब्लिक हैल्थ के फोरम जो जरूरी जानकारी होंगी है वर्कशॉप्स होंगी उन्होंने तक ले जा रही है और उन्होंने करके क्रॉनिक डिजीज जी बीमारियां बहुत गंभीर है उन्होंने मैनेजमेंट करने वास्ते या प्रिवेंशन करने वास्ते ਤੁਹਾਨੂੰ और ਤੁਹਾਡੇ जिन्हें भी नाल ने ਤੁਹਾਡੇ ਇੱਥੇ ਅੱਜ ਦਰਸ਼ਕ ਹੈਗੇ ਉਹਨਾਂ ਤੱਕ ਪਹੁੰਚਾਇਆ ਗਿਆ जिस तरह आप देखा कोविड-19 की जी क्राइसिस आ ये आप बहुत देखा कि प्रॉपरली इन्फॉर्मेशन अपनी कम्यूनिटी में प्रॉपर तरीके पहुँचानी बहुत जरूरी हैगी इस आइकॉन ने बहुत बड़ा रोल अदा किया है ताकि जी मल्टी कल्चरल कम्यूनिटीज़ है उन्होंने केयर गिवर्स उन्होंने पेशेंट्स उन्होंने क्रॉनिक डिजीज़ की प्रिवेंशन सैल्फ मैनेजमेंट कम्यूनिटी एजुकेशन नॉलेज तक लिया और नाल दी नाल जी टैक्नोलॉजी आ वो शेयर करनी बड़ी जरूरी समझी और बड़े तरीके उन्हें दी पिछले साल असी सारे ने देखा कि कनेडा ने कनेडियंस ने बड़ा मुश्किल सामना की खास करके कोविड-19 के पैंडेमिक करके कला कोविड-19 की बीमारी करके नहीं पर होर भी बीमारियां पर आप काफ़ी सोशली आइसोलेटेड रहे इस करके उन्होंने इंफॉर्मेशन तुहाडे तक पहुँचानी बहुत जरूरी रही है इस दे नाल वर्चुअल हैल्थ रिसोर्सिस मैंटल हैल्थ टूल्स तुहाडे तक आइकॉन और इस तरह दी संस्था ने पहुँचाया सो अगेन मैं तुहानू सारिਆਂ ਨੂੰ बहुत बहुत धन्यवाद करना चाहना कि तुसीं अज इत्थे आए आस करदा तुहानू होर वधिया इंफॉर्मेशन तुहानू मिलेगी और मैं अगेन सारे प्रबंधक जिहड़े इस ऑर्गेनाइजेशन के उन्होंने बहुत बहुत धन्यवाद करदा और मैं आइकॉन नू कि अपील करदा कि इसी तरह तुहानू आने वाले समय दे विच जानकारी बीमारियां तो बचाउण वास्ते दिंदे रहण थैंक यू सो मच रणदीप इस तो पहला कि मैं डॉक्टर नवजोत ਢੀਂਸਾ ਜਿਹੜੇ ਪਹਿਲੀ ਵਾਰੀ ਸਾਡਾ ਪ੍ਰੋਗਰਾਮ ਜੁਆਇਨ ਕਰ ਰਹੇ ਨੇ ਐਜ਼ ਅ ਰੂਮੇਟੋਲੋਜਿਸਟ ਉਹ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਜਸਟ ਗਿਵ ਯੂ ਵੈਰੀ ਬਰੀਫਲੀ ਸਮ ਇਨਫੋਰਮੇਸ਼ਨ ਵੀ ਐਕਚੁਅਲੀ ਇਹਦੀ ਕਾਸਟ ਕਿੰਨੀ ਹੈ ਪੀਸੀ ਦੇ ਵਿੱਚ ਪੀਸੀ ਟੈਕਸ ਪੇਅਰ ਜਿਹੜੇ ਨੇ ਐਨੂਅਲੀ ਨੀ ਜਿਹੜੀ ਜੁਆਇੰਟ ਰਿਪਲੇਸਮੈਂਟ ਦੀ ਕਾਸਟ $230 ਮਿਲੀਅਨ ਪੇ ਕਰਦੇ ਨੇ 8% ਜਿਹੜੇ ਸਾਊਥ ਏਸ਼ੀਅਨ ਨੇ ਫਰੇਜ਼ਰ ਹੈਲਥ ਦੇ ਵਿੱਚ ਉਹਨਾਂ ਨੂੰ ਆਰਥਰਾਈਟਿਸ ਦੀ ਪ੍ਰੋਬਲਮ ਹੈਗੀ ਹੈ ਜਿਹੜਾ ਮੋਸਟ ਇੰਪੋਰਟੈਂਟਲੀ ਮੈਂ ਸਮਝਦਾ ਵੀ ਜਿਹੜਾ ਆਰਥਰਾਈਟਿਸ ਤੇ ਆਸਟੀਓਪਰੋਸਿਸ ਹੈ ਇਹ ਨੰਬਰ 1 ਕਾਜ਼ ਆਫ ਡਿਸੇਬਿਲਿਟੀ ਇਨ ਕੈਨੇਡਾ ਜਿਹੜਾ ਕਿ $16.4 ਬਿਲੀਅਨ ਪਰ ਈਅਰ ਖਰਚ ਹੁੰਦਾ ਸੋ ਇਹ ਗੱਲਾਂ ਨੂੰ ਆਪਾਂ ਨੂੰ ਧਿਆਨ 'ਚ ਰੱਖ ਕੇ ਤੇ ਵੇਖਣਾ ਪੈਣਾ ਕਿ ਅਸੀਂ ਐਜ਼ ਏ ਕਮਿਊਨਿਟੀ ਐਜ਼ ਏ ਸਾਊਥ ਏਸ਼ੀਅਨ ਜਿਹੜਾ ਭਾਈਚਾਰਾ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਮੋਬਿਲਿਟੀ ਕਿਸ ਤਰ੍ਹਾਂ ਆਪਣੀ ਠੀਕ ਰੱਖਣੀ ਹੈ ਆਸਟੀਓਪਰੋਸਿਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਤੇ ਆਰਥਰਾਈਟਿਸ ਦੇ ਕਰਕੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਸੋ ਮੈਂ ਹੁਣ ਇੰਟਰੋਡਿਊਸ ਕਰਾਂਗਾ ਡਾਕਟਰ ਨਵਜੋਤ ਢੀਂਸਾ ਉਹ ਆਪਣੇ ਆਪ ਤੁਹਾਨੂੰ ਥੋੜੀ ਜਿਹੀ ਬਰੀਫ ਆਪਣੀ ਸਮਰੀ ਦੇਣਗੇ ਵੀ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ ਤੇ ਬਾਅਦ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਕਰਨਗੇ ਪ੍ਰੈਜੈਂਟੇਸ਼ਨ ਤੋਂ ਬਾਅਦ ਫਿਰ ਤੁਹਾਨੂੰ ਫਿਰ ਅੱਗੇ ਗੱਲ ਕਰਾਂਗੇ ਸੋ ਜੀ ਆਇਆਂ ਨੂੰ ਡਾਕਟਰ ਨਵਜੋਤ ਢੀਂਸਾ ਹੋਣਾ सत श्री अकाल मेरा नाम नवजोत ਢੀਂਸਾ है और मैं सरी विच रूमाटोलॉजिस्ट हाँ मैं अपनी जरा मेडिकल स्कूल इंडिया विच कीता सीगा और उत्थे मैं फैमिली डॉक्टर सीगी पर कैनेडा आके 2000 विच फिर मैं चाहती सी कि मैं अगों स्पैशलाइज करा ते बहुत सारे पढ़ाई कीती विनीपेग विच ते उत्थे मैं असिस्टेंट प्रोफेसर रही प्रोग्राम डायरैक्टर रही पर बाद विच सोच लिया कि मैं ब्रिटिश कोलंबिया मूव हो जां तो 5 साल हो गए मैनूं उत्थे आया नूं ते इत्थे मैं सरी विच अपनी प्रैक्टिस कर रही रूमाटोलॉजी दी ਤੇ ਬਿਨਾਂ ਟਾਈਮ ਗਜਾਏ ਅੱਗੇ ਆਪਾਂ ਹੁਣ ਆਰਥਰਾਈਟਿਸ ਦੇ ਬਾਰੇ ਗੱਲ ਕਰਾਂਗੇ ਤੁਹਾਡਾ ਸਾਰਾ ਇੱਥੇ ਹੋਣ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਹ ਮੌਕਾ ਦੇ ਰਹੇ ਹੋ ਤੁਹਾਨੂੰ ਇਹ ਆਰਥਰਾਈਟਿਸ ਦੇ ਬਾਰੇ ਜਾਣਕਾਰੀ ਦਾ ਤਾਂ ਫਿਰ ਆਰਥਰਾਈਟਿਸ ਕੀ ਹੁੰਦਾ ਹੈਗਾ ਆਰਥਰਾਈਟਿਸ ਜਦੋਂ ਅਸੀਂ ਕਰਦੇ ਹਾਂ ਗੱਲਾਂ ਮਤਲਬ ਜੋੜਾਂ ਦੇ ਬਾਰੇ ਤੇ ਜੋੜ ਦਾ ਹੈਗਾ ਪਹਿਲਾ ਜਿਹੜਾ 4 ਅਕਸ਼ਰ ਨੇ ਆਰਥਰਾਈਟਿਸ ਜੋੜ ਦੇ ਬਾਰੇ ਤੇ ਦੂਜਾ ਹੈਗਾ ਕਿ ਜੋੜਾਂ ਦੀ ਸੋਜਿਸ਼ ਜਾਂ ਜੋੜਾਂ 'ਚ ਦਰਦ
ਅਕਸਰ ਜਦੋਂ ਜੋੜ ਦੀ ਬਿਮਾਰੀ ਹੁੰਦੀ ਹੈ ਉਹਦੇ ਵਿੱਚ ਜੋੜ ਸੁੱਜਦੇ ਨੇ, ਜੋੜਾਂ 'ਚ ਦਰਦ ਹੁੰਦੀ ਹੈ ਔਰ ਉਹਦੇ ਨਾਲ ਤੁਸੀਂ ਜੋੜ ਦਾ ਜੋ ਕੰਮ ਹੈਗਾ ਉਹ ਰੁਕਦਾ ਹੈਗਾ। ਇਹ ਜੋੜਾਂ ਦੀ ਜੋ ਬਿਮਾਰੀਆਂ ਹਨ ਇਹ ਬਹੁਤ ਤਰ੍ਹਾਂ ਦੀਆਂ ਨੇ, ਇੱਕ ਤਰ੍ਹਾਂ ਦਾ ਨਹੀਂ ਹੈਗਾ ਅਰਥਰਾਈਟਸ, ਬਹੁਤ ਤਰ੍ਹਾਂ ਦੇ ਅਰਥਰਾਈਟਸ ਨੇ ਔਰ ਬਹੁਤ ਸਾਰੇ ਉਹਨਾਂ ਦੇ ਕਾਰਨ ਨੇ। ਇਹ ਜ਼ਰੂਰੀ ਹੈ ਕਿ ਤੁਸੀਂ ਯਾਦ ਰੱਖੋ ਕਿ ਜੋ ਜੋੜ ਹੈਗਾ ਸਿਰਫ ਜੋੜ ਇੱਕ ਦੋ ਹੱਡੀਆਂ ਨਹੀਂ ਹੈ, ਪਰ ਜੋੜ ਦੇ ਆਸ-ਪਾਸ ਜੋ ਸਭ ਚੀਜ਼ਾਂ ਸਹਾਰਾ ਦਿੰਦੀਆਂ ਉਹ ਵੀ ਬਹੁਤ ਹੀ ਜ਼ਰੂਰੀ ਹਨ। ਨੈਕਸਟ ਸਲਾਈਡ। ਇਹ ਦੇਖੋਗੇ ਕਿ ਤੁਸੀਂ ਇਹ ਵਾਲੇ ਜੋੜ ਵਿੱਚ ਦੇਖੋ ਦੋ ਜਿਹੜੇ ਤੁਹਾਨੂੰ ਹੱਡੀਆਂ ਦਿਖ ਰਹੀਆਂ ਨੇ, ਤੁਹਾਡੀ ਪੱਟ ਦੀ ਹੱਡੀ ਹੈਗੀ ਹੈ ਤੇ ਥੱਲੇ ਤੁਹਾਡੀ ਪਿੰਨੀ ਦੀ ਹੱਡੀ ਹੈਗੀ ਹੈ, ਪਰ ਇਹ ਹੱਡੀਆਂ ਦੇ ਆਸ-ਪਾਸ ਕਿੰਨਾ ਕੁਛ ਹੈਗਾ। ਇਹਦੇ ਵਿੱਚ ਤਣੇ ਹੈਗੇ ਨੇ, ਨਸ ਹੈਗੇ ਨੇ ਜੋ ਤੁਹਾਡੇ ਦੋਨਾਂ ਤੁਹਾਡੀ ਹੱਡੀਆਂ ਨੂੰ ਜੋੜਦੇ ਨੇ, ਤੇ ਆਸ-ਪਾਸ ਜੋ ਮਾਸਪੇਸ਼ੀਆਂ ਹੈਗੀਆਂ ਜਿਹੜੀ ਹੱਡੀ ਦੇ ਨਾਲ ਜੁੜਦੀਆਂ ਹਨ, ਅਗਰ ਉਹ ਮਾਸਪੇਸ਼ੀਆਂ ਤਕੜੀਆਂ ਨਾ ਹੋਣ, ਉਹ ਤੰਦਰੁਸਤ ਨਾ ਹੋਣ ਤੇ ਤੁਹਾਡੇ ਜੋੜ ਤੇ ਅਸਰ ਪੈਂਦਾ ਹੈ। ਇਸ ਕਰਕੇ ਤੁਸੀਂ ਬਾਅਦ ਸਮਝੋਗੇ ਕਿ ਤੁਹਾਡੇ ਲਈ ਵਰਜਿਸ਼ ਕਰਨਾ ਕਿੰਨਾ ਜ਼ਰੂਰੀ ਹੈ। ਅਗਰ ਤੁਸੀਂ ਆਪਣੇ ਜੋੜਾਂ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤੇ ਆਪਣੀ ਜੋੜਾਂ ਨੂੰ ਸਿਹਤਮੰਦ ਰੱਖਣਾ ਲਈ ਮਾਸਪੇਸ਼ੀਆਂ ਵੀ ਬਹੁਤ ਸਿਹਤਮੰਦ ਹੋਣੀਆਂ ਚਾਹੀਦੀਆਂ ਨੇ। ਨੈਕਸਟ ਇਹ ਦੇਖੋਗੇ ਹੁਣ ਦੇ ਮੋਢੇ ਦਾ ਤੁਹਾਡਾ ਜੋੜ ਹੈ, ਦੇਖੋ ਇਹਦੇ ਵਿੱਚ ਕਿੰਨਾ ਕੁਛ ਹੈਗਾ, ਸਿਰਫ ਹੱਡੀਆਂ ਨਹੀਂ ਹੈ, ਕਿੰਨੀਆਂ ਹੱਡੀਆਂ ਨੇ। ਤੁਹਾਡੇ ਬਾਂਹ ਦੀ ਹੱਡੀ ਹੈਗੀ ਹੈ, ਪਿੱਛੇ ਪਿੱਠ ਦੀ ਹੱਡੀ ਹੈਗੀ ਹੈ ਔਰ ਜਿਹਨੂੰ ਅਸੀਂ ਕਹਿੰਦੇ ਨੇ ਕਾਲਰ ਬੋਨ, ਉਹ ਹੱਡੀ ਹੈਗੀ। ਇਹਨਾਂ ਸਭ ਮਿਲ ਕੇ ਇੱਕ ਤੁਹਾਡੇ ਮੋਢੇ ਦਾ ਜੋੜ ਬਣਦਾ ਹੈ ਔਰ ਮੋਢੇ ਦੇ ਜੋੜ ਦੇ ਆਸ-ਪਾਸ ਬਹੁਤ ਸਾਰੇ ਨਸ ਨੇ, ਬਹੁਤ ਜੋ ਇੱਕ ਦੂਜੇ ਨੂੰ ਸੰਬੰਧ ਦਿੰਦੇ ਨੇ ਦੋ ਹੱਡੀਆਂ ਦੇ, ਤੇ ਨਾਲ ਉਹਦੇ ਆਸ-ਪਾਸ ਉਹਦੇ ਵਿੱਚ ਦੋ ਜੋੜਾਂ ਦੇ ਹੱਡੀਆਂ ਦੇ ਵਿੱਚ ਅਸੀਂ ਕਹਿੰਦੇ ਆ ਕਰਕਰੀ ਕਹਿ ਦਿੰਦੇ ਆ, ਜਾਂ ਅਸੀਂ ਉਹਨੂੰ ਕਹਿੰਦੇ ਹੈਗੇ ਆ ਉਪ ਅਸਥੀ ਵੀ ਕਹਿੰਦੇ ਨੇ, ਕਾਰਟਲੇਜ ਨੂੰ। ਇਹ ਜੋ ਹੈਗੀ ਹੈ ਇਹਦੇ ਆਸ-ਪਾਸ ਜੋ ਮਾਸਪੇਸ਼ੀਆਂ ਨੇ ਇਹ ਸਾਰੇ ਤੁਹਾਡੇ ਜੋੜ ਨੂੰ ਤੰਦਰੁਸਤ ਕਰਨ ਵਾਸਤੇ ਇਹ ਹੁੰਦੀਆਂ ਨੇ। ਨੈਕਸਟ ਇਹ ਦਿਖਾ ਰਿਹਾ ਕਿ ਤੁਹਾਨੂੰ ਬਹੁਤ ਤਰ੍ਹਾਂ ਦੇ ਅਰਥਰਾਈਟਸ ਹੁੰਦੇ ਨੇ, ਸਿਰਫ ਇੱਕ ਤਰ੍ਹਾਂ ਦਾ ਅਰਥਰਾਈਟਸ ਨਹੀਂ ਹੁੰਦਾ। ਨੈਕਸਟ ਸਲਾਈਡ। ਸਭ ਤੋਂ ਜ਼ਿਆਦਾ ਜੋ ਆਮ ਅਰਥਰਾਈਟਸ ਹੈ ਉਹਨੂੰ ਕਿਹਾ ਜਾਂਦਾ ਹੈਗਾ ਆਸਟੀਓਆਰਥਰਾਈਟਸ। ਇਹ ਜਿਹੜਾ ਅਰਥਰਾਈਟਸ ਹੈਗਾ ਸਾਡਾ, ਇਹ ਅਸੀਂ ਲੰਬੇ ਉਮਰ ਨਾਲ ਜੀਣ ਕਰਕੇ, ਹੁਣ ਅਸੀਂ 1950 ਵਿੱਚ ਆਮ ਉਮਰ ਹੁੰਦੀ ਸੀ 58-60 ਸਾਲ ਤੱਕ ਲੋਕੀ ਪੂਰੇ ਹੋ ਜਾਂਦੇ ਸੀਗੇ, ਹੁਣ ਅਸੀਂ 86-90 ਸਾਲ ਤੱਕ ਜਿੰਨੇ ਆ। ਜਿੰਨਾ ਅਸੀਂ ਲੰਬਾ ਜਿਵਾਂਗੇ ਓਨੇ ਹੀ ਸਾਡੇ ਜੋੜ ਟਾਈਮ ਦੇ ਨਾਲ ਕੱਸ ਜਾਣਗੇ। ਕੱਸਣ ਜਾਣ ਨਾਲ, ਟੁੱਟ ਜਾਣ ਨਾਲ ਜਾਂ ਬਾਰ-ਬਾਰ ਉਹਨੂੰ ਵਰਤਣ ਨਾਲ ਜੋ ਅਰਥਰਾਈਟਸ ਹੋ ਜਾਂਦਾ ਹੈ ਉਹਨੂੰ ਕਹਿੰਦੇ ਨੇ ਆਸਟੀਓਆਰਥਰਾਈਟਸ। ਇਹ ਵਾਲੇ ਅਰਥਰਾਈਟਸ ਵਿੱਚ ਸੋਜਿਸ਼ ਨਹੀਂ ਹੁੰਦੀ ਹੈਗੀ ਔਰ ਪਰ ਕਦੇ-ਕਦੇ ਮਾਮੂਲੀ ਜੀ ਸੋਜਿਸ਼ ਹੋ ਸਕਦੀ ਹੈ। ਨੈਕਸਟ ਸਲਾਈਡ। ਇਹ ਦਿਖਾਇਆ ਗਿਆ ਹੈ ਕਿ ਇਹ ਵਾਲੀ ਬਿਮਾਰੀ ਵਿੱਚ ਕਿਹੜੇ-ਕਿਹੜੇ ਜੋੜਾਂ 'ਚ ਖਾਸ ਕਰ ਆਉਂਦੀ ਹੈ। ਤੁਸੀਂ ਦੇਖੋਗੇ ਇੱਕ ਤਾਂ ਹੈਗਾ ਗੋਡਿਆਂ ਦੇ ਜੋੜ, ਇੱਕ ਹੈਗਾ ਆਪਣੇ ਚੂਲੇ ਦੇ ਜੋੜ, ਔਰ ਦੂਜਾ ਹੈਗਾ ਤੁਸੀਂ ਹੱਥ ਵਿੱਚ ਜਿਹੜਾ ਸਾਡਾ ਅੰਗੂਠਾ ਹੈਗਾ, ਅੰਗੂਠੇ ਦੇ ਥੱਲੇ ਵਾਲੇ ਪਾਸੇ ਸਾਡਾ ਜਿਹੜਾ ਜੋੜ ਹੈਗਾ ਉਹ ਖਾਸ ਕਰ ਇਹ ਵਾਲੀ ਅਰਥਰਾਈਟਸ ਵਿੱਚ ਸ਼ਾਮਲ ਹੁੰਦਾ ਹੈਗਾ। ਸਾਡੇ ਜਬਾੜੇ ਦਾ ਜੋੜ, ਕਿਉਂਕਿ ਬਾਰ-ਬਾਰ ਸਾਲਾਂ ਬਾਅਦ ਅਸੀਂ ਆਪਣਾ ਖਾਣਾ ਖਾਂਦੇ ਹਾਂ, ਉਹਨੂੰ ਇਸਤੇਮਾਲ ਕਰਦੇ ਹਾਂ, ਤੇ ਨਾਲੇ ਹੀ ਜਿਹੜਾ ਸਾਡੇ ਪੈਰ ਦਾ ਅੰਗੂਠਾ ਹੈਗਾ ਉਹ ਵਾਲੇ ਜਿਹੜਾ ਜੋੜ ਹੈਗਾ ਉਹ ਵਾਲੇ ਇਹ ਵਾਲੇ ਅਰਥਰਾਈਟਸ ਵਿੱਚ ਖਾਸ ਕਰ ਸ਼ਾਮਲ ਹੁੰਦਾ ਹੈਗਾ। ਨੈਕਸਟ ਸਲਾਈਡ। ਇਹ ਦੇਖੋਗੇ ਤੁਸੀਂ ਕਿ ਜੋ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਕਰਕਰੀ ਹੁੰਦੀ ਹੈਗੀ ਹੈ ਜਾਂ ਉਪ ਅਸਥੀ ਕਹਿ ਦਿੰਦੇ ਆ, ਉਹ ਜਦੋਂ ਕੱਸ ਜਾਂਦੀ ਹੈ ਫਿਰ ਜਦੋਂ ਦੇਖੋਗੇ ਇੱਕ ਪਾਸੇ ਜਿਹੜਾ ਨਾਰਮਲ ਜੋੜ ਦਿਖਾਇਆ ਗਿਆ ਹੈ, ਦੂਜੇ ਪਾਸੇ ਆਸਟੀਓਆਰਥਰਾਈਟਸ ਦਾ ਜੋੜ ਦਿਖਾਇਆ ਗਿਆ ਹੈ। ਨਾਰਮਲ ਜੋੜ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਜਿਹੜੀ ਕਰਕਰੀ ਹੈ, ਜਿਹੜੀ ਉਪ ਅਸਥੀ ਹੈ ਉਹ ਬਿਲਕੁਲ ਤੰਦਰੁਸਤ ਲੱਗ ਰਹੀ ਹੈ, ਉਹ ਦੂਜੇ ਪਾਸੇ ਸਾਰੀ ਕਸੀ ਹੋਈ ਹੈ ਤੇ ਉਹਦੇ ਕੱਸ ਜਾਣ ਨਾਲ ਜਿਹੜੇ ਦੋ ਹੱਡੀਆਂ ਨੇ ਉਹ ਇੱਕ ਪਾਸੇ ਡਿੱਗ ਗਈਆਂ ਹੈ, ਉਹ ਡਿੱਗਣ ਨਾਲ ਤੁਹਾਡੀ ਲੱਤ ਫਿਰ ਟੇਢੀ ਹੋਣ ਲੱਗ ਪੈਂਦੀ ਹੈ। ਨੈਕਸਟ ਇਹ ਦੇਖੋਗੇ ਕਿ ਇਹ ਇਨਸਾਨ ਨੂੰ ਅਰਥਰਾਈਟਸ ਹੈ ਤੇ ਦੇਖ ਰਹੇ ਹੋ ਕਿ ਜਿਹੜੀ ਇਹਦੀ ਸੱਜੀ ਲੱਤ ਹੈਗੀ ਹੈ ਉਹ ਟੇਢੀ ਹੋ ਰਹੀ ਹੈ ਕਿਉਂਕਿ ਉਹਦੇ ਵਿੱਚ ਆਸਟੀਓਆਰਥਰਾਈਟਸ ਹੈ, ਉਹ ਉਪਸਥੀ ਕੱਸ ਗਈ ਹੈ ਔਰ ਹੱਡੀਆਂ ਇੱਕ ਦੂਜੇ ਨਾਲ ਮਿਲ ਰਹੀਆਂ ਨੇ। ਨੈਕਸਟ ਜਦੋਂ ਤੁਸੀਂ ਐਕਸਰੇ ਕਰਦੇ ਹੋ ਉਦੋਂ ਵੀ ਤੁਸੀਂ ਇਹ ਚੀਜ਼ ਦੇਖਦੇ ਹੋ ਕਿ ਅਰਥਰਾਈਟਸ ਵਿੱਚ ਕਿੱਦਾਂ ਹੁਣ ਦੇਖੋ ਦੋਨਾਂ ਗੋਡਿਆਂ ਵਿੱਚ ਇਹਦੀ ਜਿਹੜੀ ਇੱਕ ਪਾਸੇ ਦੀ ਬਾਹਰ ਦੀ ਵਾਲੀ ਤੇ ਦੂਜੇ ਵਾਲੇ ਗੋਡੇ ਵਿੱਚ ਅੰਦਰ ਵਾਲੀ ਜਿਹੜੀ ਹੈਗੀ ਹੈ ਤੁਹਾਡਾ ਜੋੜ ਉਹ ਕੱਸ ਗਿਆ ਹੈ ਤੇ ਹੱਡੀਆਂ ਇੱਕ ਦੂਜੇ ਨਾਲ ਲੱਗ ਰਹੀਆਂ ਨੇ ਤੇ ਹਿਲ ਗਈ ਹੈ ਇੱਕ ਜਗ੍ਹਾ ਤੋਂ। ਨੈਕਸਟ ਇਹ ਵਾਲੇ ਅਰਥਰਾਈਟਸ ਜਿਹੜੀ ਸਾਡੀ ਉਂਗਲਾਂ ਹੈ, ਉਂਗਲਾਂ ਦੇ ਜਿਹੜੇ ਜੋੜ ਨੂੰਹ ਦੇ ਥੱਲੇ ਹੁੰਦੇ ਨੇ, ਨਾਖੂਨ ਦੇ ਥੱਲੇ ਹੁੰਦੇ ਨੇ, ਉਹਨਾਂ ਵਿੱਚ ਖਾਸ ਕਰ ਹੱਡੀ ਵੱਧਦੀ ਹੈਗੀ ਹੈ। ਹੱਡੀ ਵਧਣ ਨਾਲ ਸਾਡੇ ਜਿਹੜੇ ਆਸ-ਪਾਸ ਚਮੜੀ ਹੁੰਦੀ ਹੈ ਉਹਦੇ ਤੇ ਬੜਾ ਜ਼ੋਰ ਪੈਂਦਾ ਹੈ, ਉਹਦੇ ਤੇ ਸਟ੍ਰੈਚ ਹੁੰਦੀ ਹੈਗੀ ਹੈ, ਉਹਦੇ ਕਰਕੇ ਇਹ ਤੁਹਾਡੇ ਜੋੜਾਂ ਵਿੱਚ ਪੀੜ ਹੁੰਦੀ ਹੈ।
ਪਰ ਇਹ ਦੇਖੋਗੇ ਜਿਹੜੇ ਇਹ ਗੁੱਟ ਹੈਗੇ ਨੇ, ਗੁੱਟ ਦੇ ਜੋੜਾਂ ਵਿੱਚ ਕੋਈ ਤਕਲੀਫ ਨਹੀਂ ਹੈਗੀ, ਤੇ ਜਿਹੜੇ ਥੱਲੇ ਵਾਲੇ ਉਂਗਲੀ ਦੇ ਜੋੜ ਹੈ ਜਿਹਨੂੰ ਆਪਾਂ ਨਕਲ ਕਹਿ ਦਿੰਦੇ ਆ, ਉਹਨਾਂ ਵਿੱਚ ਬਿਮਾਰੀ ਨਹੀਂ ਹੈਗੀ। ਨੈਕਸਟ, ਤੇ ਅਸੀਂ ਇਹ ਵਾਲੇ ਅਰਥਰਾਈਟਿਸ, ਸਾਡਾ ਇਲਾਜ ਦਾ ਕੀ ਉਦੇਸ਼, ਅਸੀਂ ਕੀ ਚਾਹੁੰਦੇ ਹਾਂ? ਸਭ ਤੋਂ ਵਧੀਆ ਚਾਹਾਂਗੇ ਕਿ ਸਾਨੂੰ ਦਰਦ ਤੋਂ ਛੁਟਕਾਰਾ ਹੋਵੇ ਨਾ। ਤੇ ਦੂਜਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਅਸੀਂ ਕੰਮ ਕਰਦੇ ਹਾਂ ਉਹ ਅਸੀਂ ਕੰਮ ਆਪਣੇ ਬਿਨਾਂ ਦਰਦ ਤੋਂ, ਬਿਨਾਂ ਰੁਕਾਵਟ ਤੋਂ ਅਸੀਂ ਕਰਦੇ ਰਹੀਏ, ਔਰ ਲੰਬੇ ਤੌਰ ਤੇ ਚਾਹੁੰਦੇ ਹਾਂ ਕਿ ਸਾਨੂੰ ਇਹ ਬਿਮਾਰੀ ਤੋਂ ਕੋਈ ਅਪੰਗਤਾ ਨਹੀਂ ਹੋਵੇ। ਨੈਕਸਟ, ਤੇ ਇਹ ਵਾਲੇ ਬਿਮਾਰੀ ਦੇ ਇਲਾਜ ਦੇ ਉਦੇਸ਼ ਵਿੱਚ ਅਸੀਂ ਕੀ ਕਰਦੇ ਹਾਂ? ਸਭ ਤੋਂ ਹੈਗਾ ਕਈ ਕੁਛ ਹੈ ਜੋ ਅਸੀਂ ਆਪ ਕਰ ਸਕਦੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਆਪਣੀ ਬਿਮਾਰੀ ਬਾਰੇ ਸਿੱਖਿਆ ਕਰੀਏ, ਜੋ ਤੁਸੀਂ ਅੱਜ ਕਰ ਰਹੇ ਹੋ। ਇਹ ਵਾਲੇ ਸਿੱਖਿਆ ਦੇ ਨਾਲ ਅਸੀਂ ਆਪਣੀ ਬਿਮਾਰੀ ਨੂੰ ਸਮਝਦੇ ਹਾਂ। ਸਾਡੀ ਜਦੋਂ ਅਸੀਂ ਬਿਮਾਰੀ ਸਮਝ ਆਉਂਦੀ ਹੈ, ਸਾਨੂੰ ਘੱਟ ਉਹਦੇ ਬਿਮਾਰੀ ਦੀ ਸੋਚ ਹੁੰਦੀ ਹੈ, ਫਿਰ ਅਸੀਂ ਘੱਟ ਫਿਕਰ ਕਰਦੇ ਹਾਂ। ਇਹ ਜਿੰਨਾ ਤੁਸੀਂ ਜ਼ਿਆਦਾ ਟਾਈਮ ਬਿਤਾਓਗੇ ਆਪਣੀ ਬਿਮਾਰੀ ਨੂੰ ਸਿੱਖਣ ਦਾ, ਤੇ ਉਹਦੇ ਵਿੱਚ ਤੁਸੀਂ ਫਿਰ ਉਹਦੇ ਇਲਾਜ ਕਰਨ ਵਿੱਚ ਤੁਸੀਂ ਉਹਦੇ ਵਿੱਚ ਤੁਸੀਂ ਲੈ ਸਕਦੇ ਹੋ। ਤੇ ਸਭ ਤੋਂ ਅਸੀਂ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਆਪਣਾ ਵਜਨ ਘਟਾਓ। ਸਭ ਤੋਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹ ਵਾਲੀ ਬਿਮਾਰੀ ਵਿੱਚ ਵਜਨ ਘਟਾਓ। ਅਗਰ ਤੁਹਾਡਾ ਵਜਨ ਜ਼ਿਆਦਾ ਹੈ, ਤੁਹਾਡੇ ਗੋਡਿਆਂ ਤੇ, ਤੁਹਾਡੇ ਗਿੱਟਿਆਂ ਤੇ, ਤੁਹਾਡੇ ਪੈਰਾਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ। ਤੇ ਇਹ ਵਾਲੀ ਜਦੋਂ ਬਿਮਾਰੀ ਹੈ, ਕਿਉਂਕਿ ਜਦੋਂ ਦਰਦ ਹੁੰਦੀ ਹੈ, ਅਸੀਂ ਚਾਹੁੰਦੇ ਹਾਂ ਕਿੱਦਾਂ ਅਸੀਂ ਕੀ ਕੀਤਾ ਜਾਵੇ ਕਿ ਅਸੀਂ ਆਪਣਾ ਜਿਹੜੀ ਆਪਣੀ એનર્ਜੀ ਹੈ, ਸਾਡੀ ਤਾਕਤ ਹੈ, ਕਿਵੇਂ ਬਚਾਈਏ। ਓਕੇ, ਇਹ ਤਾਂ ਅਗਲੇ 1-2 ਸਲਾਈਡ ਵਿੱਚ ਦਿਖਾਵਾਂਗੀ ਅਸੀਂ ਕੀ ਕੀ ਕਰ ਸਕਦੇ ਹਾਂ। ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀ ਕਿ ਮਾਸਪੇਸ਼ੀਆਂ ਦਾ ਕਿੰਨਾ ਇਹਨਾਂ ਦਾ ਰੋਲ ਹੈ ਇਹ ਬਿਮਾਰੀ ਵਿੱਚ। ਅਗਰ ਕਸਰਤ ਕਰਾਂਗੇ ਤੇ ਸਾਨੂੰ ਇਹ ਬਿਮਾਰੀ ਤੋਂ, ਦਰਦ ਤੋਂ ਛੁਟਕਾਰਾ ਹੈ, ਔਰ ਸਾਨੂੰ ਤੰਦਰੁਸਤ ਰੱਖੇਗੀ ਲੰਬੀ ਉਮਰ ਵਾਸਤੇ। ਕਈ ਵਾਰੀ ਸਾਨੂੰ ਸਹਾਇਤਾ ਲੈਣੀ ਪੈਂਦੀ ਹੈ ਫਿਜ਼ੀਓਥੈਰੇਪਿਸਟ ਦੀ, ਉਹਨਾਂ ਕਿਉਂ? ਤਾਂ ਕਿ ਸਾਨੂੰ ਖਾਸ ਕਰਨ ਵੀ ਅਸੀਂ ਸਾਨੂੰ ਕੀ ਵਰਜਿਸ਼ ਕਰਨੀ ਹੈਗੀ ਹੈ। ਅਗਰ ਸਾਨੂੰ ਗੋਡੇ ਦਾ ਆਸਟੀਓਆਰਥਰਾਈਟਿਸ, ਸਾਨੂੰ ਕਿਹੜੀਆਂ ਵਰਜਿਸ਼ ਸਾਡੇ ਲਈ ਬਿਹਤਰ ਨੇ, ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ, ਕਿਹੜੀਆਂ ਕਰਨੀਆਂ ਚਾਹੀਦੀਆਂ। ਔਰ ਕਈ ਵਾਰੀ ਸਾਨੂੰ ਸਹਾਇਤਾ ਲੈਣੀ ਪੈਂਦੀ ਹੈ ਆਕੂਪੇਸ਼ਨਲ ਥੈਰੇਪਿਸਟ ਕੋਲੋਂ। ਉਹ ਆਕੂਪੇਸ਼ਨਲ ਥੈਰੇਪਿਸਟ ਹੁੰਦੇ ਜਿਹੜੇ ਤੁਹਾਨੂੰ ਦੱਸਦੇ ਨੇ ਵੀ ਕਿ ਹਾਂ ਇਹ ਵਾਲੀ ਚੀਜ਼ ਤੁਸੀਂ ਆਪਣੇ ਜੁੱਤੀ ਵਿੱਚ ਪਾ ਸਕਦੇ ਹੋ ਤਾਂ ਕਿ ਤੁਹਾਡੇ ਪੈਰ ਨੂੰ ਸਹਾਰਾ ਮਿਲੇ, ਪੈਰ ਨੂੰ ਘੱਟ ਦਰਦ ਹੋਵੇ, ਜਾਂ ਕੋਈ ਤੁਸੀਂ ਕਿੱਦਾਂ ਦੀ ਸੋਟੀ ਲਵੋ ਜਿਹਦੇ ਨਾਲ ਤੁਹਾਨੂੰ ਤੁਰਨ ਨੂੰ ਸਹਾਇਤਾ ਮਿਲੇ, ਜਾਂ ਆਪਣੇ ਅੰਗੂਠੇ ਦੇ ਕਿੱਦਾਂ ਦਾ ਤੁਸੀਂ ਅੰਗ ਪਾ ਸਕੋ ਜਿਹਦੇ ਨਾਲ ਤੁਹਾਨੂੰ ਦਰਦ ਘੱਟ ਹੋਵੇ। ਨੈਕਸਟ ਸਲਾਈਡ, ਨੈਕਸਟ ਸਲਾਈਡ, ਨੈਕਸਟ ਸਲਾਈਡ। ਇਹ ਦਿਖਾ ਰਿਹਾ ਹੈਗਾ ਕਿ ਜੋ ਇੱਕ ਔਰਤ ਨੂੰ ਜਦੋਂ ਅਰਥਰਾਈਟਿਸ ਹੈ, ਅਗਰ ਤੁਸੀਂ ਖੜੇ ਰਹਿੰਦੇ ਹੋ ਤਾਂ ਤੁਹਾਨੂੰ ਗੋਡਾ ਜ਼ਿਆਦਾ ਦਰਦ ਹੋ ਸਕਦੀ ਹੈ। ਤੁਸੀਂ ਉਹੀਓ ਕੰਮ, ਤਾਂ ਕਿ ਤੁਹਾਡੇ ਗੋਡਿਆਂ ਨੂੰ ਥੋੜਾ ਬਚਾਅ ਹੋਵੇ, ਪੈਰਾਂ ਨੂੰ ਬਚਾਅ ਹੋਵੇ, ਉਹੀਓ ਕੰਮ ਤੁਸੀਂ ਬੈਠ ਕੇ ਕਰ ਸਕਦੇ ਹੋ। ਉਹ ਕੁਰਸੀ ਤੇ ਬੈਠੀ ਹੋਈ ਹੈ ਤੇ ਕੁਰਸੀ ਦੇ ਥੱਲੇ ਇੱਕ ਉਹ ਵੀ ਹੈਗੀ ਹੈ ਡੰਡਾ ਹੈਗਾ ਜਿਹਦੇ ਆਪਣੇ ਪੈਰ ਰੱਖੇ ਹੋਏ ਨੇ, ਤੁਹਾਨੂੰ ਚੰਗੀ ਤਰ੍ਹਾਂ ਸਹਾਰਾ ਮਿਲੇ ਤਾਂ ਕਿ ਉਹ ਲੰਬੇ ਤੌਰ ਤੇ ਆਪਣਾ ਕੰਮ ਕਰ ਸਕੇ। ਨੈਕਸਟ ਸਲਾਈਡ। ਜਦੋਂ ਸਾਨੂੰ ਲੱਤਾਂ 'ਚ ਦਰਦ ਹੈ, ਗੋਡੇ ਕਰਕੇ ਜਾਂ ਚੂਲੇ ਕਰਕੇ ਸਾਨੂੰ ਕੋਈ ਦਰਦ ਹੈ, ਤਾਂ ਕਈ ਵਾਰੀ ਸੋਟੀ ਦਾ ਇਸਤੇਮਾਲ ਕਰਨਾ ਹੁੰਦਾ ਹੈ। ਇਹਦਾ ਇਹ ਵੀ ਫਾਇਦਾ ਹੈ ਕਿ ਸਾਨੂੰ ਗਿਰਨ ਦਾ ਘੱਟ ਡਰ ਹੁੰਦਾ ਹੈ। ਉਮਰ ਦੇ ਨਾਲ ਸਾਨੂੰ ਗਿਰਨ ਕਰਕੇ, ਤੁਸੀਂ ਪਿਛਲੀ ਵਾਰੀ ਟਾਕ ਵਿੱਚ ਸੁਣਿਆ ਸੀਗਾ ਆਸਟੀਓਪੋਰੋਸਿਸ ਕਰਕੇ, ਹੈਨਾ, ਅਸੀਂ ਗਿਰਨਾ ਨਹੀਂ ਚਾਹੁੰਦੇ ਕਿਉਂਕਿ ਉਮਰ ਦੇ ਨਾਲ ਸਾਡੀ ਹੱਡੀਆਂ ਕਮਜ਼ੋਰ ਹੁੰਦੀਆਂ, ਅਰਥਰਾਈਟਿਸ ਕਰਕੇ ਸਾਡੀ ਦਰਦ ਹੈਗੀ ਆ, ਸਾਨੂੰ ਡਿੱਗਣ ਦਾ ਜ਼ਿਆਦਾ ਚਾਂਸ ਹੈ। ਇੱਕ ਤਾਂ ਇਹ ਫਾਇਦਾ ਹੈਗਾ, ਦੂਜਾ ਹੈਗਾ ਸੋਟੀ ਫੜਨਾ ਸਾਨੂੰ ਦਰਦ ਤੋਂ ਲਾਭ ਹੁੰਦਾ ਹੈ, ਦਰਦ ਤੋਂ ਫਾਇਦਾ ਹੁੰਦਾ ਹੈ। ਜੋ ਤੁਸੀਂ ਸੋਟੀ ਫੜਦੇ ਹੋ, ਜਿਹੜਾ ਪਾਸੇ ਤੁਹਾਡਾ ਜੋੜ ਦੁਖਦਾ ਹੈ ਉਹਦੇ ਉਲਟੇ ਪਾਸੇ ਫੜਨੀ ਹੁੰਦੀ ਹੈ। ਅਗਰ ਤੁਹਾਡਾ ਸੱਜਾ ਗੋਡਾ ਦੁਖ ਰਿਹਾ ਹੈ, ਤੁਸੀਂ ਸੋਟੀ ਖੱਬੇ ਹੱਥ ਵਿੱਚ ਫੜਨੀ ਹੈਗੀ ਹੈ। ਨੈਕਸਟ, ਇਹ ਅਗਰ ਤੁਹਾਨੂੰ ਹੱਥ ਦਾ ਅਰਥਰਾਈਟਿਸ ਹੈ, ਵਾਲੇ ਗੁੱਟ ਤੁਹਾਨੂੰ ਦੱਸਿਆ ਸੀਗਾ, ਥੱਲੇ ਵਾਲਾ ਹੱਥ ਦਾ ਜੋ ਗੁੱਟ ਹੁੰਦਾ ਹੈਗਾ ਉੱਥੇ ਦਰਦ ਹੈਗੀ ਹੈ। ਅਗਰ ਉਹ ਦਰਦ ਹੈਗੀ ਹੈ, ਤੁਸੀਂ ਇਹ ਵਾਲਾ ਸਪਲਿੰਟ ਬਣਵਾ ਸਕਦੇ ਹੋ, ਮਿਲ ਸਕਦਾ ਹੈ, ਪਾ ਸਕਦੇ ਹੋ। ਪਰ ਇਹ ਯਾਦ ਰੱਖਣਾ ਹੈ ਕਿ ਇਹ ਸਪਲਿੰਟ ਉਦੋਂ ਪਾਉਣਾ ਹੈ ਜਦੋਂ ਤੁਸੀਂ ਕੁਝ ਕਰ ਰਹੇ ਹੁੰਦੇ ਹੋ, ਹਰ ਟਾਈਮ ਨਹੀਂ ਪਾਉਣਾ। ਅਗਰ ਤੁਸੀਂ ਕੋਈ ਕੰਮ ਕਰ ਰਹੇ ਹੋ, ਵੱਡੇ ਵੱਡੇ ਪਤੀਲੇ ਚੁੱਕਣੇ, ਉਹਨਾਂ ਨੂੰ ਬਹੁਤ ਹੱਥ ਨੂੰ ਕਮਜ਼ੋਰ ਮੁੜਨਾ ਪੈਂਦਾ ਹੈਗਾ, ਉਹਨੂੰ ਦਰਦ ਹੁੰਦੀ ਹੈ, ਉਦੋਂ ਸਪਲਿੰਟ ਪਾਓ। ਪਰ ਬਾਕੀ ਟਾਈਮ ਨਹੀਂ ਪਾਓ, ਕਿਉਂਕਿ ਲੰਬੇ ਟਾਈਮ ਪਾਉਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ। ਜਦੋਂ ਕੰਮ ਖਤਮ ਹੋ ਜਾਏ, ਸਪਲਿੰਟ ਨੂੰ ਲਾ ਦੇਵੋ, ਥੋੜਾ ਬਹੁਤਾ ਸੇਕ ਦੇਵੋ, ਉਹਨੂੰ ਚਲਾਓ। ਪਰ ਜਦੋਂ ਕੰਮ ਕਰਨਾ ਜਿਹਦੇ ਨਾਲ ਦਰਦ ਜ਼ਿਆਦਾ ਵੱਧਦੀ ਹੈ, ਉਸ ਟਾਈਮ ਤੁਸੀਂ ਸਪਲਿੰਟ ਪਾਓ। ਨੈਕਸਟ ਸਲਾਈਡ। ਕਈ ਹੈਗਾ ਇਹਦੇ ਇਲਾਜ ਦਵਾਈਆਂ ਦੇ ਨਾਲ ਕਰ ਸਕਦੇ ਹਾਂ। ਦਵਾਈਆਂ ਕਿੱਦਾਂ ਦੀਆਂ? ਜੋ ਦਰਦ ਤੋਂ ਸਾਨੂੰ ਸਹਾਇਤਾ ਦੇਣ। ਟਾਇਲੋਨੋਲ ਇੱਕ ਗੋਲੀ ਹੈ ਜੋ ਤੁਸੀਂ ਆਮ ਸਭ ਜਾਣਦੇ ਹੀ ਹੋ। ਇਹ ਕਾਫੀ ਸੇਫ ਹੈਗੀ ਆ, ਇਹਦੇ ਬੁਰੇ ਅਸਰ ਬਹੁਤ ਘੱਟ ਹੁੰਦੇ ਨੇ। ਇਹ ਆਮ ਅਸੀਂ ਪਹਿਲੀ ਵਾਰ ਦੱਸਦੇ ਹਾਂ ਕਿ ਇਹ ਵਾਲੀ ਸਭ ਤੋਂ ਪਹਿਲੀ ਵਾਰ ਤੁਸੀਂ ਇਹਨੂੰ ਇਸਤੇਮਾਲ ਕਰੋ। ਕਦੇ ਕਦੇ ਅਸੀਂ ਦੂਜੀਆਂ ਦਵਾਈਆਂ ਜਿਵੇਂ ਐਡਵਿਲ ਹੈ, ਆਈਬੂਪ੍ਰੋਫਨ, ਇਹ ਵੀ ਲੈ ਸਕਦੇ ਹੋ, ਪਰ ਆਪਣੇ ਡਾਕਟਰ ਨਾਲ ਗੱਲ ਕਰਕੇ ਉਦੋਂ ਲਵੋ।
ਕਿਉਂਕਿ ਇਹ ਦਵਾਈਆਂ ਨਾਲ ਕਈ ਵਾਰੀ ਲੰਬੇ ਤੌਰ ਤੇ ਬੁਰੇ ਅਸਰ ਹੋ ਸਕਦੇ ਨੇ। ਅਗਰ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਕਦੇ ਅਲਸਰ ਹੋਇਆ ਹੈ, ਜਾਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ, ਜਾਂ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ, ਜਾਂ ਤੁਹਾਨੂੰ ਗੁਰਦੇ ਦੀ ਪ੍ਰੋਬਲਮ ਹੈਗੀ ਹੈ, ਤਾਂ ਕਈ ਵਾਰੀ ਇਹ ਦਵਾਈਆਂ ਨਹੀਂ ਲੈਣੀ ਚਾਹੀਦੀਆਂ, ਔਰ ਖਾਸ ਕਰਕੇ ਲੰਬੇ ਤੌਰ ਤੇ ਨਹੀਂ ਲੈਣੀ ਚਾਹੀਦੀਆਂ। ਪਰ ਕਈਆਂ ਵਿੱਚ ਇਹਨਾਂ ਵਿੱਚ ਇੱਕ ਦਵਾਈ ਹੈਗੀ ਜਿਹੜੀ ਤੁਸੀਂ ਮਲਮ ਨਾਲ ਕਰ ਸਕਦੇ ਹੋ, ਉਹ ਤੁਸੀਂ ਲਾ ਸਕਦੇ ਹੋ। ਨੈਕਸਟ, ਟਾਇਲੋਨੋਲ 3 ਵੀ ਇੱਕ ਦਵਾਈ ਹੈਗੀ ਜਿਹਦੇ ਵਿੱਚ ਇੱਕ ਕੋਡੀਨ ਦੀ ਦਵਾਈ ਹੁੰਦੀ ਹੈ ਟਾਇਲੋਨੋਲ ਦੇ ਨਾਲ ਮਿਲਾ ਕੇ, ਉਹ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਪਰ ਇਹਨਾਂ ਦੇ ਬੁਰੇ ਅਸਰ ਹੁੰਦੇ ਨੇ, ਜਿਵੇਂ ਕਬਜੀ ਬਹੁਤ ਹੋ ਜਾਂਦੀ ਹੈ, ਤੁਹਾਨੂੰ ਨੀਂਦ ਬਹੁਤ ਜ਼ਿਆਦਾ ਆ ਸਕਦੀ ਹੈ, ਜਾਂ ਤੁਸੀਂ ਚੱਕਰ ਆ ਸਕਦੇ ਨੇ। ਇਸ ਕਰਕੇ ਇਹ ਦਵਾਈਆਂ ਦਾ, ਅਗਰ ਤੁਹਾਡੇ ਖਾਸ ਕਰ ਜੋ ਤੁਹਾਡੀ ਉਮਰ ਜ਼ਿਆਦਾ ਹੋਵੇ, ਤੁਸੀਂ ਬਹੁਤ ਸਾਰੀਆਂ ਦਵਾਈਆਂ ਲੈ ਰਹੇ ਹੋ, ਤੇ ਇਹ ਵਾਲੀ ਦਵਾਈ ਦਾ ਇਸਤੇਮਾਲ ਕਰਨਾ ਬਹੁਤ ਧਿਆਨ ਨਾਲ ਕਰਨਾ ਚਾਹੀਦਾ, ਔਰ ਡਾਕਟਰ ਦੇ ਨਾਲ ਗੱਲ ਕਰਕੇ ਕਰਨਾ ਚਾਹੀਦਾ। ਨੈਕਸਟ ਸਲਾਈਡ। ਹੋਰ ਅਸੀਂ ਕਰ ਸਕਦੇ ਹਾਂ, ਇੰਜੈਕਟ ਕਰ ਸਕਦੇ ਹਾਂ। ਇਹ ਜੋੜਾਂ ਵਿੱਚ ਕਈ ਵਾਰ ਅਸੀਂ ਇੰਜੈਕਸ਼ਨ ਲਗਾਉਂਦੇ ਹਾਂ, ਖਾਸ ਕਰ ਇੰਜੈਕਸ਼ਨ ਲਗਾਉਂਦੇ ਹਾਂ ਸਟੀਰੋਇਡ ਦਾ। ਇਹ ਜਿਹੜੀ ਸਟੀਰੋਇਡ ਹੁੰਦੇ ਨੇ, ਦਵਾਈ ਹੁੰਦੀ ਹੈ ਜਿਹੜੀ ਤੁਹਾਡੀ ਸੋਜਿਸ਼ ਨੂੰ ਘੱਟ ਕਰਦੀ ਹੈ, ਔਰ ਸੋਜਿਸ਼ ਨੂੰ ਘੱਟ ਕਰਨ ਨਾਲ ਫਿਰ ਦਰਦ ਘਟਾਉਂਦੀ ਹੈਗੀ ਹੈ। ਕਈ ਵਾਰੀ ਇਹਨਾਂ ਨਾਲ ਫਾਇਦਾ ਹੁੰਦਾ ਹੈ, ਕਈ ਵਾਰੀ ਅਸੀਂ ਹਰ 3 ਮਹੀਨੇ 4 ਮਹੀਨਿਆਂ ਬਾਅਦ ਲਗਾ ਸਕਦੇ ਹਾਂ, ਪਰ ਲੰਬੇ ਤੌਰ ਤੇ ਨਹੀਂ ਲਗਾਉਣੇ ਚਾਹੀਦੀਆਂ। ਪਰ ਅਗਰ ਤੁਹਾਨੂੰ ਇਹ ਇੰਜੈਕਸ਼ਨ ਨਾਲ ਫਾਇਦਾ ਹੁੰਦਾ ਹੈ, ਤੇ ਹਰ 3-4 ਮਹੀਨੇ ਬਾਅਦ ਤੁਸੀਂ ਲਗਵਾ ਸਕਦੇ ਹੋ। ਇੱਕ ਹੋਰ ਵੀ ਦਵਾਈ ਹੈਗੀ ਜਿਹੜੀ ਤੁਹਾਡੀ ਕਰਕਰੀ ਦੀ ਤੋਂ ਬਣੀ ਹੁੰਦੀ ਹੈ, ਜਿਹਨੂੰ ਕਹਿੰਦੇ ਨੇ ਹੈਲੋਰੋਨਿਕ ਐਸਿਡ। ਇਹ ਹੈਗੀ ਸਿਨਵੇਸਕ ਜਾਂ ਆਰਥੋਵੇਸ ਕਰਕੇ ਨਾਂ ਦੇ ਦਵਾਈ ਮਿਲਦੀ ਹੈ, ਉਹ ਵੀ ਕਦੇ ਇਸਤੇਮਾਲ ਕੀਤੀ ਜਾਂਦੀ ਹੈ। ਪਰ ਹੁਣ ਤੱਕ ਜਿੰਨੀ ਵੀ ਖੋਜ ਹੋਈ ਹੈ, ਕੋਈ ਉਹ ਦਵਾਈ ਦਾ ਇੰਨਾ ਫਾਇਦਾ ਨਹੀਂ ਦੇਖਿਆ ਗਿਆ, ਪਰ ਕਈਆਂ ਮਰੀਜ਼ਾਂ ਨੂੰ ਫਾਇਦਾ ਹੁੰਦਾ ਹੈ। ਇਸ ਕਰਕੇ ਉਹਦੇ ਬਾਰੇ ਵੀ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ। ਪਰ ਅੰਤ ਵਿੱਚ ਆਸਟੀਓਆਰਥਰਾਈਟਿਸ ਦਾ ਲੰਬੇ ਤੌਰ ਤੇ ਜੋ ਇਲਾਜ ਹੈਗਾ, ਜਦੋਂ ਬਿਮਾਰੀ ਬਹੁਤ ਵੱਧ ਜਾਂਦੀ ਹੈ, ਦਵਾਈਆਂ ਦੇ ਬਾਵਜੂਦ ਵੀ, ਇੰਜੈਕਸ਼ਨ ਦੇ ਬਾਵਜੂਦ ਵੀ, ਫਿਜ਼ੀਓਥੈਰੇਪੀ ਦੇ ਬਾਵਜੂਦ ਵੀ, ਫਿਰ ਵੀ ਤੁਹਾਨੂੰ ਬਹੁਤ ਦਰਦ ਹੈ, ਤੁਹਾਡੇ ਕੰਮ ਕਰਨ ਵਿੱਚ ਰੁਕਾਵਟ ਆ ਰਹੀ ਹੈ, ਤੁਹਾਡੇ ਸੌਣ ਵਿੱਚ ਰੁਕਾਵਟ ਆ ਰਹੀ ਹੈ, ਤੇ ਉਸ ਟਾਈਮ ਸਰਜਰੀ ਦਾ ਬਾਰੇ ਗੱਲ ਕਰਨੀ ਚਾਹੀਦੀ ਹੈ। ਸਰਜਰੀ ਵੀ ਤੁਹਾਡਾ ਜਿਹੜਾ ਜੋੜ ਕੱਸ ਗਿਆ ਹੋਇਆ ਉਹ ਕੱਢਿਆ ਜਾਂਦਾ ਹੈ, ਔਰ ਆਰਟੀਫੀਸ਼ੀਅਲ ਜੁਆਇੰਟ ਪਾਇਆ ਜਾਂਦਾ ਹੈ। ਉਹਦਾ ਅਕਸਰ ਬਹੁਤ ਹੀ ਵਧੀਆ ਉਹਦਾ ਨਤੀਜਾ ਨਿਕਲਿਆ ਜਾਂਦਾ ਹੈਗਾ। ਔਰ ਇਹ ਬਹੁਤ ਜ਼ਰੂਰੀ ਹੈ ਕਿ ਆਪਰੇਸ਼ਨ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਜਿੰਨੀ ਮਦਦ ਕਰ ਸਕਦੇ ਹੋ ਓਨੀ ਕਰੋ। ਉਹ ਕੀ 2 ਚੀਜ਼ਾਂ ਹਨ। ਇੱਕ ਹੈ ਤੁਸੀਂ ਵਜ਼ਨ ਘਟਾਓ, ਜਿੰਨਾ ਤੁਸੀਂ ਵਜ਼ਨ ਘਟਾਓਗੇ ਔਰ ਵਰਜਿਸ਼ ਕਰੋਗੇ ਤਾਂ ਕਿ ਜੋ ਤੁਹਾਡੀਆਂ ਮਾਸਪੇਸ਼ੀਆਂ ਜੋੜ ਦੇ ਆਸ-ਪਾਸ ਤੰਦਰੁਸਤ ਹੋਣ, ਜਿੰਨੀਆਂ ਤੁਹਾਡੀਆਂ ਮਾਸਪੇਸ਼ੀਆਂ ਤੰਦਰੁਸਤ ਹੋਣਗੀਆਂ, ਜਿੰਨਾ ਤੁਹਾਡਾ ਵਜ਼ਨ ਘਟਿਆ ਹੋਏਗਾ, ਉਨਾ ਹੀ ਤੁਹਾਨੂੰ ਆਪਰੇਸ਼ਨ ਦਾ ਨਤੀਜਾ ਵਧੀਆ ਮਿਲੇਗਾ। ਨੈਕਸਟ, ਦੂਜਾ ਜਿਹੜਾ ਅਰਥਰਾਈਟਿਸ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਹਨੂੰ ਕਹਿੰਦੇ ਨੇ ਰੂਮੇਟੋਇਡ ਅਰਥਰਾਈਟਿਸ। ਇਹ ਰੂਮੇਟੋਇਡ ਜੋ ਅਰਥਰਾਈਟਿਸ ਹੈਗਾ, ਇਹ ਇੱਕ ਤਰ੍ਹਾਂ ਦਾ ਆਟੋ ਇਮਿਊਨ ਬਿਮਾਰੀ ਹੈ। ਆਟੋ ਇਮਿਊਨ ਦਾ ਮਤਲਬ ਕੀ ਹੁੰਦਾ ਹੈਗਾ? ਇਹ ਕਾਫੀ ਗੁੰਝਲ ਵਾਲੀ ਗੱਲ ਹੈਗੀ ਹੈ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਤੁਹਾਨੂੰ ਸਮਝਾਉਣ ਦੀ ਕਿ ਇਹਨੂੰ ਆਟੋ ਇਮਿਊਨ ਕੀ ਚੀਜ਼ ਹੁੰਦੀ ਹੈ। ਇਹਦੇ 2 ਚੀਜ਼ਾਂ ਹੁੰਦੀਆਂ ਨੇ। ਇੱਕ ਹੈਗੀ ਸਾਡੀ ਉਤਪਤੀ ਸੰਬੰਧੀ, ਜੋ ਅਸੀਂ ਆਪਣੇ ਮਾਤਾ ਪਿਤਾ ਤੋਂ ਵਿਸ਼ੇਸ਼ਤਾ ਕਰਦੇ ਹਾਂ। ਓਕੇ, ਦੂਜੀ ਗੱਲ ਹੁੰਦੀ ਹੈ ਕਿ ਸਾਡਾ ਪਰਿਵੇਸ਼, ਕਿ ਸਾਡੇ ਆਸ-ਪਾਸ ਦੀ এনवायरमेंट ਹੈ, ਜੋ ਸਾਡਾ ਪਰਿਵੇਸ਼ ਹੈ, ਸਾਡਾ ਆਲਾ ਦੁਆਲਾ ਹੈ, ਉਹਦੇ ਵਿੱਚ ਕੀ ਹੈਗਾ। ਜਦੋਂ ਇਹ ਉਤਪਤੀ ਸੰਬੰਧੀ ਤੇ ਪਰਿਵੇਸ਼ ਦਾ ਆਪਸੀ ਪ੍ਰਭਾਵ ਹੁੰਦਾ ਹੈ, ਉਹਦੇ ਨਾਲ ਕਈ ਬਿਮਾਰੀਆਂ ਹੁੰਦੀਆਂ ਨੇ, ਜਿਹਨੂੰ ਕਹਿੰਦੇ ਨੇ ਆਟੋ ਇਮਿਊਨ ਡਿਜ਼ੀਜ਼ਸ। ਰੂਮੇਟੋਇਡ ਅਰਥਰਾਈਟਿਸ ਉਹਨਾਂ ਬਿਮਾਰੀਆਂ ਵਿੱਚ ਇੱਕ ਬਿਮਾਰੀ ਹੈ, ਪਰ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਨੂੰ ਆਟੋ ਇਮਿਊਨ ਡਿਜ਼ੀਜ਼ ਕਿਹਾ ਜਾਂਦਾ ਹੈ, ਪਰ ਰੂਮੇਟੋਇਡ ਅਰਥਰਾਈਟਿਸ ਇੱਕ ਖਾਸ ਬਿਮਾਰੀ ਹੈ। ਇਹ ਬਿਮਾਰੀ ਵਿੱਚ ਸਭ ਤੋਂ ਜ਼ਿਆਦਾ ਅਸਰ ਹੁੰਦਾ ਤੁਹਾਡੇ ਜੋੜਾਂ ਤੇ, ਇਸ ਕਰਕੇ ਅਕਸਰ ਇਹਨੂੰ ਰੂਮੇਟੋਇਡ ਅਰਥਰਾਈਟਿਸ ਕਿਹਾ ਜਾਂਦਾ ਹੈ, ਕਿਉਂਕਿ ਜੋੜਾਂ ਦੀ ਖਾਸ ਕਰ ਬਿਮਾਰੀ ਵਿੱਚ ਇਹਨਾਂ ਤੇ ਅਸਰ ਹੁੰਦਾ ਹੈਗਾ। ਇਹ ਦੂਜੇ ਆਸਟੀਓਆਰਥਰਾਈਟਿਸ ਤੋਂ ਕਾਫੀ ਅਲੱਗ ਚੀਜ਼ ਹੈ। ਇਹ ਕਿਉਂ? ਕਿਉਂਕਿ ਇਹ ਜੋ ਬਿਮਾਰੀ ਹੈ ਤੁਹਾਡੇ ਸਾਰੇ ਸਰੀਰ ਦੀ ਬਿਮਾਰੀ ਹੈ, ਸਿਰਫ ਜੋੜਾਂ ਦੀ ਬਿਮਾਰੀ ਨਹੀਂ ਹੈਗੀ। ਇਹਦੇ ਵਿੱਚ ਤੁਹਾਡੇ ਸਿਰਫ ਇੱਕ ਜੋੜ ਨਹੀਂ, 2 ਜੋੜ ਨਹੀਂ, ਤਕਰੀਬਨ ਤੁਹਾਡੇ ਸਾਰੇ ਸਰੀਰ ਦੇ ਜੋੜਾਂ ਤੇ ਇਹਦਾ ਅਸਰ ਪੈਂਦਾ ਹੈ। ਇੱਕ ਦੇਖਿਆ ਜਾਂਦਾ ਹੈ ਕਿ ਦੋਨੋਂ ਪਾਸੇ, ਤੁਹਾਡਾ ਸੱਜਾ ਹੱਥ ਵੀ, ਖੱਬਾ ਹੱਥ ਵੀ, ਦੋਨੋਂ ਗੁੱਟ, ਦੋਨੋਂ ਉਂਗਲੀਆਂ, ਦੋਨੋਂ ਗੋਡੇ, ਦੋਨੋਂ ਮੋਢੇ, ਦੋਨੋਂ ਗਿੱਟੇ, ਇਹਨਾਂ ਸਭ ਤੇ ਇਹ ਬਿਮਾਰੀ ਦਾ ਟਾਈਮ ਦੇ ਨਾਲ ਅਸਰ ਪੈ ਸਕਦਾ ਹੈ। ਪਰ ਇਹ ਯਾਦ ਰੱਖੋ ਕਿ ਇਹ ਬਿਮਾਰੀ ਵਿੱਚ ਅਕਸਰ ਹੀ ਔਰ ਆਲਮੋਸਟ 100% ਕਿ ਇਹ ਵਾਲੀ ਬਿਮਾਰੀ ਵਿੱਚ ਤੁਹਾਡੀ ਰੀੜ੍ਹ ਦੀ ਹੱਡੀ ਉੱਤੇ ਇਹ ਬਿਮਾਰੀ ਦਾ ਅਸਰ ਨਹੀਂ ਹੁੰਦਾ। ਜੋ ਰੀੜ੍ਹ ਦੀ ਹੱਡੀ ਤੇ ਅਸਰ ਆਮ ਬਿਮਾਰੀ ਹੁੰਦੀ ਹੈ, ਉਹ ਆਸਟੀਓਆਰਥਰਾਈਟਿਸ ਕਰਕੇ ਹੁੰਦੀ ਹੈ। ਨੈਕਸਟ ਸਲਾਈਡ। ਇਹ ਜੋ ਇੱਕ ਖਾਸ ਦੇਖਿਆ ਗਿਆ, ਇਹ ਵਾਲੀ ਬਿਮਾਰੀ ਵਿੱਚ ਸਵੇਰੇ ਜਦੋਂ ਤੁਸੀਂ ਉੱਠਦੇ ਹੋ,
ਰਾਤ ਨੂੰ ਤੁਸੀਂ ਆਰਾਮ ਕਰਕੇ ਸੁੱਤੇ ਹੋ, ਸਵੇਰੇ ਉੱਠਦੇ ਹੋ, ਉਦੋਂ ਤੁਹਾਨੂੰ ਖਾਸ ਕਰ ਮਹਿਸੂਸ ਹੁੰਦਾ ਹੈ ਕਿ ਮੇਰੇ ਜੋੜ ਬਹੁਤ ਅਕੜਾਏ ਹੋਏ ਨੇ, ਜੋੜ ਸੁੱਜੇ ਹੋਏ ਨੇ, ਜੋੜਾਂ 'ਚ ਬਹੁਤ ਦਰਦ ਹੈ। ਔਰ ਟਾਈਮ ਦੇ ਨਾਲ 1-2 ਘੰਟੇ ਲੱਗਦੇ ਨੇ, ਤੁਸੀਂ ਜਦੋਂ ਨਹਾ ਲੈਂਦੇ ਹੋ ਗਰਮ ਪਾਣੀ ਨਾਲ, ਥੋੜਾ ਬਹੁਤ ਤੁਰਦੇ ਫਿਰਦੇ ਹੋ ਔਰ ਜੋੜ ਹਿਲਾਉਂਦੇ ਹੋ, ਤੇ ਤੁਹਾਨੂੰ ਹਮੇਸ਼ਾ ਬਿਹਤਰ ਮਹਿਸੂਸ ਹੁੰਦਾ ਹੈ। ਇਹ ਇੱਕ ਉਲਟੀ ਗੱਲ ਹੈ, ਜਦੋਂ ਆਸਟੀਓਆਰਥਰਾਈਟਿਸ ਵਿੱਚ ਜਦੋਂ ਅਸੀਂ ਜੋੜ ਨੂੰ ਇਸਤੇਮਾਲ ਕਰਦੇ ਹਾਂ ਉਦੋਂ ਜ਼ਿਆਦਾ ਦਰਦ ਹੁੰਦੀ ਹੈ। ਇਹ ਵਾਲੇ ਵਿੱਚ ਜਦੋਂ ਅਸੀਂ ਆਰਾਮ ਕਰਦੇ ਹਾਂ, ਬੈਠੇ ਰਾਤ ਨੂੰ ਸੁੱਤੇ ਰਹੇ ਹਾਂ, ਸਵੇਰੇ ਉੱਠਦੇ ਹਾਂ, ਉਦੋਂ ਸਗੋਂ ਜ਼ਿਆਦਾ ਬਿਮਾਰੀ ਹੁੰਦੀ ਹੈ ਔਰ ਹਿਲਾਨ ਡੁਲਾਨ ਨਾਲ ਸਗੋਂ ਘੱਟ ਦਰਦ ਹੁੰਦੀ ਹੈ। ਨੈਕਸਟ ਸਲਾਈਡ। ਇਹ ਵਾਲੀ ਬਿਮਾਰੀ ਕਿਉਂਕਿ ਸਾਡੇ ਸਾਰੇ ਸਰੀਰ ਦੀ ਬਿਮਾਰੀ ਹੈ, ਇਹਦੇ ਨਾਲ ਅਕਸਰ ਹੀ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਮੈਂ ਬਹੁਤ ਥਕੇਵਾਂ ਮਹਿਸੂਸ ਹੁੰਦਾ ਹੈ। ਕਈ ਵਾਰੀ ਤੁਹਾਨੂੰ ਲੱਗਦਾ ਕਿ ਮੈਨੂੰ ਹਲਕਾ ਹਲਕਾ ਹਮੇਸ਼ਾ ਬੁਖਾਰ ਹੈ। ਤੁਹਾਡਾ ਵਜਨ ਘਟ ਸਕਦਾ ਹੈ ਬਿਮਾਰੀ ਕਰਕੇ, ਤੁਹਾਡਾ ਖੂਨ ਦੀ ਘਟਾਈ ਹੋ ਸਕਦੀ ਹੈ ਬਿਮਾਰੀ ਕਰਕੇ, ਕਿਉਂਕਿ ਇਹ ਬਿਮਾਰੀ ਵਿੱਚ ਤੁਹਾਡੇ ਸਾਰੇ ਸਰੀਰ ਵਿੱਚ ਸੋਜਿਸ਼ ਆਉਂਦੀ ਹੈ। ਨੈਕਸਟ ਸਲਾਈਡ। ਨੈਕਸਟ ਸਲਾਈਡ। ਇਹ ਵਾਲੀ ਬਿਮਾਰੀ ਸਿਰਫ ਦੇਖਿਆ ਇੱਕ ਜੋੜਾਂ ਦੀ ਬਿਮਾਰੀ ਨਹੀਂ ਹੈਗੀ। ਇਹਦਾ ਇਹ ਬਹੁਤ ਜ਼ਰੂਰੀ ਹੈ ਇਹ ਚੀਜ਼ ਨੂੰ ਸਮਝਣਾ ਕਿ ਰੂਮੇਟੋਇਡ ਅਰਥਰਾਈਟਸ ਸਿਰਫ ਜੋੜਾਂ ਦੀ ਬਿਮਾਰੀ ਨਹੀਂ, ਅਕਸਰ ਹੀ ਇਹ ਬਿਮਾਰੀ ਵਿੱਚ ਫੇਫੜਿਆਂ ਤੇ ਵੀ ਅਸਰ ਪੈਂਦਾ ਹੈ। ਕਈ ਵਾਰੀ ਤੁਹਾਨੂੰ ਪਤਾ ਲੱਗ ਜਾਂਦਾ ਜਲਦੀ ਹੀ, ਇਨਸਾਨ ਨੂੰ ਖੰਘ ਹੁੰਦੀ ਹੈ, ਛਾਤੀ ਦਰਦ ਹੁੰਦੀ ਹੈ ਜਾਂ ਸਾਹ ਚੜਦਾ ਹੈਗਾ। ਪਰ ਕਈ ਵਾਰੀ ਜਿਨ੍ਹਾਂ ਨੂੰ ਇਹ ਬਿਮਾਰੀ ਹੁੰਦੀ ਹੈ 10 ਸਾਲਾਂ ਬਾਅਦ ਤੁਸੀਂ ਉਹਨਾਂ ਦਾ ਐਕਸਰੇ ਕਰੋ ਜਾਂ ਸੀਟੀ ਸਕੈਨ ਕਰੋ, ਅਕਸਰ ਹੀ ਤੁਸੀਂ ਦੇਖੋਗੇ ਕਿ ਉਹਨਾਂ ਦੇ ਫੇਫੜਿਆਂ ਉੱਤੇ ਬਿਮਾਰੀ ਦਾ ਅਸਰ ਪਿਆ ਹੋਇਆ, ਧੱਬੇ ਪਏ ਹੋਏ ਨੇ। ਤੇ ਪਰ ਉਹਦਾ ਇਲਾਜ ਜਿਵੇਂ ਜੋੜਾਂ ਦਾ ਇਲਾਜ ਕਰੀਦਾ, ਉਦਾਂ ਹੀ ਇਹਦਾ ਫੇਫੜਿਆਂ ਦਾ ਵੀ ਏਦਾਂ ਹੀ ਇਲਾਜ ਕਰਨਾ ਪੈਂਦਾ। ਔਰ ਦੂਜੀ ਗੱਲ ਹੈ ਕਿ ਇਹ ਵਾਲੀ ਬਿਮਾਰੀ 'ਚ ਅਕਸਰ ਹੀ ਅੱਖਾਂ ਦਾ ਬਹੁਤ ਸੁੱਕਣਾ, ਮੂੰਹ ਦਾ ਬਹੁਤ ਸੁੱਕਣਾ, ਇਹ ਵੀ ਇੱਕ ਬਿਮਾਰੀ ਦਾ ਹਿੱਸਾ ਹੈ। ਕਿਉਂਕਿ ਜੋ ਸਾਡੇ ਇਹ ਵਾਲੇ ਆਂਸੂ ਬਣਾਉਣ ਵਾਲੇ, ਥੁੱਕ ਬਣਾਉਣ ਵਾਲੇ ਜੋ ਸਾਡੇ ਗਲੈਂਡਸ ਹੈ, ਇਹਨਾਂ ਵਿੱਚ ਵੀ ਬਿਮਾਰੀ ਆ ਜਾਂਦੀ ਹੈ ਤੇ ਉਹ ਫਿਰ ਗਲੈਂਡ ਸਾਡੇ ਕੰਮ ਨਹੀਂ ਕਰਦੇ, ਜਿਹਦੇ ਕਰਕੇ ਸਾਡੇ ਥੁੱਕ ਨਹੀਂ ਬਣਦਾ ਹੈਗਾ, ਸਾਡੇ ਆਂਸੂ ਨਹੀਂ ਬਣਦੇ ਤੇ ਉਹਦੇ ਉੱਤੇ ਬਿਮਾਰੀ ਦਾ ਇਹ ਅਸਰ ਹੁੰਦਾ ਹੈ। ਨੈਕਸਟ। ਜਦੋਂ ਅਸੀਂ ਇਹ ਬਿਮਾਰੀ ਨੂੰ ਨਾ ਇਲਾਜ ਕਰਾਈਏ ਜਾਂ ਅਸੀਂ ਟਾਈਮ ਦੇ ਨਾਲ ਨਾ ਇਲਾਜ ਕਰੀਏ ਜਾਂ ਇਹਦਾ ਚੰਗੀ ਤਰ੍ਹਾਂ ਪੂਰਾ ਇਲਾਜ ਨਹੀਂ ਕਰੀਏ ਤਾਂ ਇਹ ਬਿਮਾਰੀ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਨੇ। ਔਰ ਸਿਰਫ ਤੁਹਾਡੀ ਜੋੜਾਂ ਦਾ ਨਹੀਂ, ਬਾਕੀ ਹੋਰ ਬਹੁਤ ਕੁਝ ਹੈ। ਇਹ ਜਦੋਂ ਜਿਨ੍ਹਾਂ ਨੂੰ, ਜਿਹੜੇ ਮਰੀਜ਼ਾਂ ਨੂੰ ਰੂਮੇਟੋਇਡ ਅਰਥਰਾਈਟਿਸ ਹੁੰਦਾ ਹੈ, ਉਹਨਾਂ ਨੂੰ ਰਿਸਰਚ ਕਰਕੇ ਦਿਖਾਇਆ ਗਿਆ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਜ਼ਿਆਦਾ ਹੁੰਦੇ ਨੇ, ਦਿਲ ਦਾ ਦੌਰਾ ਜ਼ਿਆਦਾ ਹੁੰਦਾ, ਅਧਰੰਗ ਜ਼ਿਆਦਾ ਹੁੰਦਾ, ਉਹਨਾਂ ਨੂੰ ਆਸਟੀਓਪੋਰੋਸਿਸ ਜ਼ਿਆਦਾ ਹੁੰਦਾ, ਉਹਨਾਂ ਨੂੰ ਕੈਂਸਰ ਵੀ ਜ਼ਿਆਦਾ ਹੁੰਦੇ ਨੇ। ਅਗਰ ਤੁਸੀਂ ਆਮ ਜਿਹੜੇ ਤੰਦਰੁਸਤ ਮਰੀਜ਼ ਨੇ, ਅਗਰ ਉਹਨਾਂ ਨੂੰ ਦੇਖਿਆ ਜਾਏ ਉਹਨਾਂ ਨੂੰ ਕਿੰਨਾ ਹਾਰਟ ਅਟੈਕ ਹੁੰਦਾ ਹੈਗਾ, ਉਹਨਾਂ ਨਾਲ ਤੁਸੀਂ ਕੰਪੇਅਰ ਕਰੋ, ਉਹਨਾਂ ਨੂੰ ਮਿਲਾਓ, ਦੇਖੋਗੇ ਜਿਹੜਾ ਇਨਸਾਨ ਨੂੰ ਰੂਮੇਟੋਇਡ ਅਰਥਰਾਈਟਿਸ, ਉਹਨੂੰ ਦੁੱਗਣਾ ਚਾਂਸ ਹੈ ਕਿ ਉਹਨੂੰ ਜ਼ਿਆਦਾ ਦਿਲ ਦਾ ਦੌਰਾ ਪਏਗਾ ਜਾਂ ਅਧਰੰਗ ਹੋ ਸਕਦਾ ਹੈ ਜਾਂ ਉਹਨੂੰ ਆਸਟੀਓਪੋਰੋਸਿਸ ਹੋਣਾ। ਨੈਕਸਟ ਸਲਾਈਡ। ਇਹ ਵਾਲੇ ਸਲਾਈਡ ਵੀ ਦੇਖੋਗੇ ਕਿ ਦੂਜੇ ਆਸਟੀਓਆਰਥਰਾਈਟਿਸ ਤੋਂ ਇਹਦੇ ਵਿੱਚ ਕਿੰਨਾ ਫਰਕ ਹੈ। ਜੋ ਤੁਸੀਂ ਦੇਖਿਆ ਸੀ ਪਹਿਲੀ ਵਾਲੀ ਸਲਾਈਡ ਵਿੱਚ ਆਸਟੀਓਆਰਥਰਾਈਟਿਸ ਬਾਰੇ, ਉਦੋਂ ਦੇਖਿਆ ਸੀ ਕਿ ਹੱਥ ਜਿਹੜੇ ਜੋੜ ਹੈਗੇ, 9 ਦੇ ਥੱਲੇ ਜੋੜ ਹੈਗੇ ਤੇ ਵਿੱਚ ਵਾਲੀ ਉਂਗਲੀ ਦੇ ਜੋੜ ਹੈਗੇ ਨੇ, ਉੱਥੇ ਬਿਮਾਰੀ ਸੀਗੀ। ਪਰ ਇਹਦੇ ਵਿੱਚ ਦੇਖੋਗੇ ਕਿ ਤੁਸੀਂ ਜਿਹੜੇ ਗੁੱਟ ਸੁੱਜੇ ਹੋਏ ਨੇ ਤੇ ਜਿਹੜੀ ਉਂਗਲਾਂ ਦੇ ਥੱਲੇ ਵਾਲਾ ਜੋੜ ਹੈ ਉਹ ਸੁੱਜੇ ਹੋਏ ਨੇ। ਤੇ ਟਾਈਮ ਦੇ ਨਾਲ ਦੇਖਿਆ ਗਿਆ ਕਿ ਹੱਡੀਆਂ ਕਮਜ਼ੋਰ ਹੋ ਗਈਆਂ ਹਨ, ਹੱਡੀਆਂ ਦੇ ਆਸ-ਪਾਸ ਦੇ ਜੋ ਤਣੇ ਹਨ, ਮਾਸਪੇਸ਼ੀਆਂ ਨੇ, ਉਹ ਖਰਾਬ ਹੋ ਗਈਆਂ ਨੇ, ਤੇ ਉਹਦੇ ਕਰਕੇ ਤੁਹਾਡੀਆਂ ਉਂਗਲਾਂ ਟੇਢੀਆਂ ਹੋ ਗਈਆਂ ਨੇ, ਹੱਥ ਟੇਢੇ ਹੋ ਗਏ ਨੇ। ਇਹ ਸਭ ਇਹ ਬਿਮਾਰੀ ਦਾ ਨਤੀਜਾ ਹੈ। ਨੈਕਸਟ ਸਲਾਈਡ। ਇਹ ਵੀ ਇੱਕ ਦੇਖਿਆ, ਉਹਦੀ ਸ਼ੁਰੂਆਤ ਵੀ ਦੇਖੋ, ਜਦੋਂ ਬਿਮਾਰੀ ਸ਼ੁਰੂ ਹੁੰਦੀ ਹੈ ਉਦੋਂ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਸੋਜਿਸ਼ ਹੈ। ਇਹ ਔਰਤ ਦੇ ਜੋ ਨੀਲੇ ਵਾਲੇ ਕੱਪੜੇ ਦੇ ਉੱਤੇ ਹੱਥ ਨੇ, ਇਹ ਦੇਖ ਰਹੇ ਹੋ ਕਿ ਇਹਦੇ ਗੁੱਟ ਸੁੱਜੇ ਹੋਏ ਨੇ ਤੇ ਇਹਦੀਆਂ ਉਂਗਲਾਂ ਸੁੱਜੀਆਂ ਹੋਈਆਂ, ਪਰ ਹਾਲੇ ਵੀ ਇਹਦੀਆਂ ਉਂਗਲਾਂ ਸਿੱਧੀਆਂ ਨੇ, ਗੁੱਟ ਵੀ ਸਿੱਧੇ ਨੇ। ਔਰ ਦੂਜੀ ਸਲਾਈਡ ਵਿੱਚ ਦੇਖ ਰਹੇ ਹੋ ਕਿ ਜਦੋਂ ਇਹ ਬਿਮਾਰੀ ਬਹੁਤ ਚਿਰ ਹੁੰਦੀ ਹੈ, ਇਹਦਾ ਇਲਾਜ ਨਾ ਹੋਇਆ ਹੋਵੇ, ਟਾਈਮ ਦੇ ਨਾਲ ਵਕਤ ਨਾਲ ਨਾ ਇਲਾਜ ਹੋਇਆ ਹੋਵੇ, ਤਾਂ ਇਹਦਾ ਕੀ ਨਤੀਜਾ ਹੁੰਦਾ ਹੈ। ਨੈਕਸਟ ਸਲਾਈਡ। ਇਹ ਮੈਂ ਬਹੁਤ ਵਾਰੀ ਸੁਣਦੀ ਹਾਂ ਕਿ ਲੋਕੀ ਜਦੋਂ ਰੂਮੇਟੋਇਡ ਅਰਥਰਾਈਟਿਸ, ਜਾਂ ਉਹਨੂੰ ਪੰਜਾਬੀ 'ਚ ਕਈ ਵਾਰੀ ਉਹਨੂੰ ਗਠੀਆ ਕਹਿੰਦੇ ਨੇ, ਤੇ ਉਹਦੇ ਨਾਲ ਇੱਕ ਯੂਰੀਆ ਤੇ ਯੂਰਿਕ ਐਸਿਡ ਦੀ ਗੱਲ ਕਰਦੇ ਨੇ। ਇਹ ਮੈਨੂੰ ਹਾਲੇ ਸਮਝ ਨਹੀਂ ਆਈ ਵੀ ਇਹ ਕਿਉਂ ਹੈ, ਇਹ ਕਿਉਂ ਲੋਕੀ ਯੂਰੀਆ ਯੂਰਿਕ ਐਸਿਡ ਦੀ ਗੱਲ ਕਰਦੇ ਨੇ, ਕਿਉਂਕਿ ਜੋ ਯੂਰੀਆ ਔਰ ਯੂਰਿਕ ਐਸਿਡ ਹੈ ਉਹ ਅਲੱਗ ਚੀਜ਼ ਹੈ। ਯੂਰਿਕ ਐਸਿਡ ਹੈ ਸਾਡੇ ਸਰੀਰ 'ਚ ਬਣਦਾ ਹੈ, ਹਰ ਇੱਕ ਇਨਸਾਨ ਦੇ ਬਣਦਾ ਹੈ, ਔਰ ਸਾਡੇ ਜੋ ਗੁਰਦੇ ਹਨ ਉਹ ਸਾਡੇ ਸਰੀਰ ਵਿੱਚੋਂ ਕੱਢ ਦਿੰਦੇ ਨੇ। ਤੇ ਇਹ ਜਦੋਂ ਵੱਧ ਜਾਂਦਾ ਹੈ ਸਾਡੇ ਸਰੀਰ ਵਿੱਚ, ਉਹਦੇ ਨਾਲ ਇੱਕ ਬਿਮਾਰੀ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਗਾਊਟ ਅਲੱਗ ਬਿਮਾਰੀ ਹੈ। ਰੂਮੇਟੋਇਡ ਅਰਥਰਾਈਟਿਸ ਬਿਲਕੁਲ ਹੀ ਅਲੱਗ ਬਿਮਾਰੀ ਹੈ। ਜੋ ਗਾਊਟ ਹੈ ਅਕਸਰ ਔਰਤਾਂ ਨੂੰ ਨਹੀਂ ਹੁੰਦਾ, ਖਾਸ ਕਰ ਜਿਹੜੇ ਔਰਤਾਂ ਮਾਹਵਾਰੀ ਦੇ ਬੰਦ ਹੋਣ ਤੋਂ ਪਹਿਲਾਂ ਬਹੁਤ ਹੀ ਘੱਟ ਹੁੰਦਾ ਹੈ। ਗਾਊਟ ਔਰਤਾਂ ਵਿੱਚ ਤਾਂ ਹੁੰਦਾ ਹੈ ਜਾਂ ਉਹਨਾਂ ਦੇ ਗੁਰਦੇ ਖਰਾਬ ਹੋਣ ਤਾਂ ਕਿ ਉਹ ਯੂਰਿਕ ਐਸਿਡ ਨਹੀਂ ਕੱਢ ਸਕਦੇ,
ਜਾਂ ਫਿਰ ਬਹੁਤ ਸ਼ਰਾਬ ਪੀਂਦੇ ਹੋਣ, ਜੋ ਕਿ ਆਪਣੀ ਕੌਮ ਵਿੱਚ ਬਹੁਤ ਘੱਟ ਹੈ। ਇਸ ਕਰਕੇ ਗਾਊਟ ਆਪਣੀ ਔਰਤਾਂ 'ਚ ਨਹੀਂ ਹੁੰਦਾ, ਓਕੇ, ਬਹੁਤ ਹੀ ਘੱਟ ਉਮਰ ਦੇ ਨਾਲ ਹੋ ਸਕਦਾ ਹੈ। ਅਗਰ ਜਦੋਂ ਬਜ਼ੁਰਗ ਹੋ ਜਾਂਦੇ ਹੋ, ਫਿਰ ਜਦੋਂ ਤੁਸੀਂ ਅਗਰ ਤੁਹਾਡਾ ਜ਼ਿਆਦਾ ਮੋਟਾਪਾ ਹੋ ਗਿਆ ਹੈ ਉਮਰ ਦੇ ਨਾਲ, ਤਾਂ ਤੁਹਾਡਾ ਯੂਰਿਕ ਐਸਿਡ ਵੱਧ ਸਕਦਾ ਹੈ ਔਰ ਤਾਂ ਗਾਊਟ ਹੋ ਸਕਦਾ ਹੈ, ਪਰ ਆਮ ਨਹੀਂ ਗਾਊਟ ਹੁੰਦਾ। ਨੈਕਸਟ ਸਲਾਈਡ। ਤੇ ਰੂਮੇਟੋਇਡ ਆਰਥਰਾਈਟਿਸ ਦੇ ਇਲਾਜ ਕਰਨ ਦੇ ਸਾਡੇ ਕੀ ਉਦੇਸ਼ ਹੈ? ਜਿਵੇਂ ਆਸਟੀਓਆਰਥਰਾਈਟਿਸ ਸਭ ਤੋਂ ਵੱਡਾ ਹੈਗਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਦਰਦ ਤੋਂ ਛੁਟਕਾਰਾ ਹੋਵੇ, ਸਾਨੂੰ ਸੋਜਿਸ਼ ਤੋਂ ਛੁਟਕਾਰਾ ਹੋਵੇ ਔਰ ਅਸੀਂ ਜੋ ਕੰਮ ਕਰਦੇ ਹਾਂ ਉਹ ਅਸੀਂ ਕਰਦੇ ਰਹੀਏ, ਓਕੇ, ਔਰ ਸਾਡੇ ਜੋੜਾਂ ਦਾ ਨੁਕਸਾਨ ਨਹੀਂ ਹੋਵੇ। ਔਰ ਜਿਹੜੇ ਲੰਬੇ ਤੌਰ ਤੇ ਜੋ ਇਹਨਾਂ ਦਾ ਬੁਰੇ ਅਸਰ ਨੇ, ਸਾਡੇ ਹਾਰਟ ਤੇ ਅਸਰ ਹੈਗਾ, ਸਾਡੀ ਹੱਡੀਆਂ ਤੇ ਅਸਰ ਹੈਗਾ ਔਰ ਸਾਡੀ ਜਲਦੀ ਮੌਤ ਹੋਣ ਦਾ ਚਾਂਸ ਹੈਗੇ ਨੇ, ਉਹ ਨਹੀਂ ਹੋਵੇ। ਨੈਕਸਟ ਸਲਾਈਡ। ਨੈਕਸਟ, ਸਭ ਤੋਂ ਜਲਦੀ ਇਹਦਾ ਇਲਾਜ ਹੋਣਾ ਔਰ ਜਲਦੀ ਇਹਦਾ ਪਤਾ ਲੱਗਣਾ, ਇਹ ਬਹੁਤ ਜ਼ਰੂਰੀ ਹੈ। ਪਰ ਇਹ ਯਾਦ ਰੱਖੋ ਕਿ ਇਹ ਜੋ ਬਿਮਾਰੀ ਹੈ ਅੱਜ ਕੱਲ ਵਿੱਚ ਇਹਦਾ ਇਲਾਜ ਬਹੁਤ ਵਧੀਆ ਹੈ। ਔਰ ਅਗਰ ਤੁਸੀਂ ਇਹ ਬਿਮਾਰੀ ਦਾ ਇਲਾਜ ਕਰੋਗੇ ਟਾਈਮ ਦੇ ਨਾਲ, ਦਵਾਈ ਲਵੋਗੇ ਟਾਈਮ ਦੇ ਨਾਲ ਔਰ ਲੰਬੇ ਤੌਰ ਤੇ, ਤਾਂ ਤੁਹਾਡੇ ਜੋੜ ਖਰਾਬ ਹੋਣ ਦਾ ਚਾਂਸਸ ਬਹੁਤ ਘੱਟ ਹਨ, ਓਕੇ। ਔਰ ਯਾਦ ਰੱਖਣਾ ਹੈ ਕਿ ਜੋੜ ਜਦੋਂ ਖਰਾਬ ਹੋ ਜਾਂਦੇ ਨੇ, ਉਹਨੂੰ ਤੁਸੀਂ ਵਾਪਸ ਨਹੀਂ ਲੈ ਕੇ ਆ ਸਕਦੇ, ਪਰ ਜੋੜਾਂ ਨੂੰ ਖਰਾਬ ਹੋਣਾ ਬਚਾਓ ਹੋ ਸਕਦਾ ਹੈ 100% ਅੱਜ ਕੱਲ। ਨੈਕਸਟ ਸਲਾਈਡ। ਨੈਕਸਟ ਸਲਾਈਡ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਹੜੀ ਇਹ ਵਾਲੀ ਬਿਮਾਰੀ ਵਿੱਚ ਆਪਣੇ ਜੋ ਤੁਹਾਡਾ ਸਪੈਸ਼ਲਿਸਟ ਹੈਗਾ, ਮਾਹਰ ਹੈਗਾ, ਉਹਦੇ ਨਾਲ ਮਿਲ ਜੁਲ ਕੇ ਕਰੋ ਤਾਂ ਬਿਹਤਰ ਹੈ। ਕਿਉਂਕਿ ਅਗਰ ਜਦੋਂ ਤੁਸੀਂ ਆਪਣੇ ਬਿਮਾਰੀ ਬਾਰੇ ਸਿੱਖਿਆ ਕਰੋਗੇ, ਬਿਮਾਰੀ ਬਾਰੇ ਜਾਂਚ ਕਰੋਗੇ ਔਰ ਤੁਸੀਂ ਪੂਰਾ ਹਿੱਸਾ ਲਓਗੇ ਉਹ ਆਪਣੀ ਇਲਾਜ ਵਿੱਚ, ਤਾਂ ਨਤੀਜਾ ਬਿਹਤਰ ਹੋਏਗਾ। ਜਦੋਂ ਤੁਹਾਨੂੰ ਆਪਣੀ ਬਿਮਾਰੀ ਬਾਰੇ ਸਮਝ ਨਹੀਂ ਆਉਂਦੀ ਹੈਗੀ, ਫਿਰ ਤੁਹਾਨੂੰ ਉਹਦਾ ਦਵਾਈ ਲੈਣ ਦਾ ਪਤਾ ਨਹੀਂ ਲੱਗਦਾ ਹੈਗਾ। ਇਸ ਕਰਕੇ ਅਗਰ ਤੁਸੀਂ ਜਾਂਚ ਕਰਦੇ ਹੋ, ਆਪਣੀ ਬਿਮਾਰੀ ਬਾਰੇ ਸਮਝਦੇ ਹੋ, ਆਪਣੇ ਸਪੈਸ਼ਲਿਸਟ ਨਾਲ, ਫੈਮਿਲੀ ਡਾਕਟਰ ਨਾਲ ਗੱਲ ਕਰਦੇ ਹੋ ਵੀ ਮੈਂ ਕਿਉਂ ਦਵਾਈ ਲੈ ਰਹੀ ਹਾਂ, ਇਹਦਾ ਮੈਨੂੰ ਕੀ ਫਾਇਦਾ ਹੈ, ਮੈਂ ਕੀ ਬਚਾਓ ਕਰ ਰਹੀ ਹਾਂ, ਇਹਦਾ ਕਿੰਨਾ ਨੁਕਸਾਨ ਹੈ, ਇਹ ਸਭ ਪ੍ਰਸ਼ਨ ਕਰਨਾ ਬਹੁਤ ਜ਼ਰੂਰੀ ਹੈ। ਔਰ ਕਰੋ, ਆਪਣੇ ਡਾਕਟਰ ਨਾਲ ਇਹਦੇ ਬਾਰੇ ਗੱਲਾਂ ਕਰੋ ਤਾਂ ਕਿ ਤੁਹਾਨੂੰ ਆਪਣੀ ਬਿਮਾਰੀ ਬਾਰੇ ਸਮਝ ਆਏ, ਓਕੇ। ਔਰ ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਆਪਣੇ ਸਪੈਸ਼ਲਿਸਟ ਕੋਲ ਚਲੇ ਜਾਂਦੇ ਹੋ ਗਠੀਏ ਵਾਸਤੇ, ਤੇ ਆਪਣੇ ਫੈਮਿਲੀ ਡਾਕਟਰ ਦੇ ਨਾਲ ਵੀ ਹਮੇਸ਼ਾ ਸੰਬੰਧ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਤੁਹਾਡਾ ਫੈਮਿਲੀ ਡਾਕਟਰ ਹੈ ਉਹ ਵੀ ਤੁਹਾਡੇ ਸਪੈਸ਼ਲਿਸਟ ਨਾਲ ਮਿਲ ਕੇ ਤੁਹਾਡੇ ਇਲਾਜ ਦੀ ਮਦਦ ਕਰ ਸਕਦਾ ਹੈ। ਨੈਕਸਟ ਸਲਾਈਡ। ਇਹਦੇ ਖਾਸ ਦੋ ਤਰ੍ਹਾਂ ਦੇ ਦਵਾਈਆਂ ਹੁੰਦੀਆਂ ਨੇ। ਇੱਕ ਹੁੰਦੀਆਂ ਦਵਾਈਆਂ ਜੋ ਤੁਹਾਡੇ ਲੱਛਣਾਂ ਨੂੰ ਮਦਦ ਕਰਦੀਆਂ ਹਨ। ਦੂਜੀਆਂ ਦਵਾਈਆਂ ਹੈ ਜੋ ਤੁਹਾਡੀ ਬਿਮਾਰੀ ਨੂੰ ਕਾਬੂ ਲਿਆਉਂਦੀਆਂ ਹਨ। ਤੇ ਇਹ ਹੈਗੀਆਂ, ਇੱਕ ਹੈ ਜਿਹੜੀ ਤੁਹਾਡੇ ਲੱਛਣਾਂ ਨੂੰ ਕੰਮ ਕਰਦੀਆਂ ਹਨ, ਜੋ ਦਰਦ ਘਟਾਉਂਦੀਆਂ ਹਨ, ਜੋ ਸੋਜਿਸ਼ ਘਟਾਉਂਦੀਆਂ ਹਨ, ਉਹ ਇੱਕਦਮ ਜਲਦੀ ਕੰਮ ਕਰਦੇ ਨੇ, ਕੁਝ ਘੰਟਿਆਂ ਵਿੱਚ ਤੁਹਾਨੂੰ ਫਾਇਦਾ ਹੁੰਦਾ ਹੈ। ਪਰ ਇਹ ਵਾਲੇ ਦਵਾਈਆਂ ਤੁਹਾਡੇ ਜੋੜਾਂ ਦਾ ਨੁਕਸਾਨ ਨਹੀਂ ਬਚਾਉਂਦੀਆਂ ਹੈਗੀਆਂ ਔਰ ਨਾ ਹੀ ਤੁਹਾਡਾ ਲੰਬੇ ਤੌਰ ਤੇ ਫਾਇਦਾ ਕਰਦੀਆਂ ਹਨ। ਨੈਕਸਟ ਸਲਾਈਡ। ਪਰ ਇਹ ਜ਼ਰੂਰ ਹੈ ਕਿ ਤੁਹਾਨੂੰ ਇਹ ਦਵਾਈਆਂ ਨਾਲ ਤੁਹਾਨੂੰ ਚੰਗਾ ਮਹਿਸੂਸ ਹੁੰਦਾ ਹੈਗਾ, ਪਰ ਤੁਹਾਡਾ ਆਰਥਰਾਈਟਿਸ ਵਧਣ ਤੋਂ ਨਹੀਂ ਬਚਾਉਂਦੀਆਂ ਹੈਗੀਆਂ। ਜੋ ਦੂਜੀਆਂ ਦਵਾਈਆਂ ਹੈਗੀਆਂ ਰੂਮੇਟੋਇਡ ਆਰਥਰਾਈਟਿਸ ਕਰਕੇ, ਖਾਸ ਕਰਕੇ ਜੋ ਬਿਮਾਰੀ ਨੂੰ ਕਾਬੂ ਲਿਆਉਂਦੀਆਂ ਹਨ, ਉਹ ਦਵਾਈਆਂ ਨੂੰ ਟਾਈਮ ਲੱਗਦਾ ਹੈ। ਇਹ ਬਹੁਤ ਜ਼ਰੂਰੀ ਹੈ ਤੁਹਾਡੇ ਵਾਸਤੇ ਸਮਝਣਾ, ਕਿਉਂਕਿ ਅਕਸਰ ਮਰੀਜ਼ ਮੈਨੂੰ ਕਹਿੰਦੇ ਨੇ ਤੁਸੀਂ ਮੈਨੂੰ ਦਵਾਈ ਸ਼ੁਰੂ ਕਰਤੀ ਪਰ ਮੈਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਮੈਂ ਬੰਦ ਕਰ ਦਿੱਤੀ। ਇਹ ਇਸ ਕਰਕੇ ਕਿਉਂਕਿ ਜੋ ਦਵਾਈਆਂ ਹੈਗੀਆਂ ਕਾਬੂ ਕਰਨ ਵਾਲੀਆਂ, ਉਹਨਾਂ ਨੂੰ ਬਹੁਤ ਟਾਈਮ ਲੱਗਦਾ ਹੈਗਾ। ਕਈ ਦਵਾਈਆਂ ਨੂੰ ਕਈ ਵਾਰੀ 3 ਮਹੀਨੇ ਤੋਂ ਲੈ ਕੇ 6 ਮਹੀਨੇ ਲੱਗਦੇ ਉਹਨਾਂ ਦਾ ਫਾਇਦਾ ਹੋਣ ਤੱਕ ਕਰਕੇ। ਇਸ ਕਰਕੇ ਦਵਾਈ ਨੂੰ ਬੰਦ ਨਹੀਂ ਕਰਨਾ ਹੈਗਾ ਔਰ ਉਹਨੂੰ ਤੁਸੀਂ ਚਾਲੂ ਰੱਖਣਾ ਹੈਗਾ, ਕਿਉਂਕਿ ਟਾਈਮ ਦੇ ਨਾਲ 3 ਮਹੀਨੇ 6 ਮਹੀਨੇ ਬਾਅਦ ਇਹਦਾ ਫਾਇਦਾ ਹੋਏਗਾ। ਨੈਕਸਟ ਸਲਾਈਡ। ਨੈਕਸਟ ਸਲਾਈਡ। ਇਹ ਬਹੁਤ ਜ਼ਰੂਰੀ ਹੈ ਕਿ ਸਮਝਣਾ ਹੈਗਾ ਦਵਾਈਆਂ ਬਾਰੇ। ਅਕਸਰ ਲੋਕੀ ਕਹਿੰਦੇ ਨੇ ਇਹ ਦਵਾਈ ਬੜੀ ਤੇਜ਼ ਹੈਗੀ ਹੈ, ਪਰ ਤੇਜ਼ ਦਵਾਈ ਕੀ ਹੁੰਦੀ ਹੈ? ਹਾਂ, ਸਾਰੀਆਂ ਦਵਾਈਆਂ ਤੇਜ਼ ਹੁੰਦੀਆਂ ਨੇ। ਅਗਰ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਲੈ ਰਹੇ ਹੋ, ਅਗਰ ਤੁਹਾਡਾ ਉਹ ਦਵਾਈ ਦੇ ਨਾਲ ਬਲੱਡ ਪ੍ਰੈਸ਼ਰ ਨਹੀਂ ਉਤਰਦਾ ਹੈਗਾ, ਤੇ ਫਿਰ ਉਹ ਦਵਾਈ ਤੇਜ਼ ਨਹੀਂ ਹੈਗੀ, ਇਹਦਾ ਮਤਲਬ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਇਹ ਦਵਾਈਆਂ ਦੇ ਬਾਰੇ ਸਮਝਣਾ ਕਿ ਦਵਾਈਆਂ ਦਾ ਮੈਨੂੰ ਫਾਇਦਾ ਹੈ, ਇਹ ਬਹੁਤ ਜ਼ਰੂਰੀ ਹੈ। ਨੈਕਸਟ। ਇਹਦੇ ਦਿਖਾਇਆ ਗਿਆ ਜੋ ਸਾਡੀ ਜ਼ਿੰਦਗੀ ਹੈਗੀ ਹੈ, ਇਹ ਸਾਡੇ ਇੱਕ ਸੰਤੁਲਨ ਬਣਾਉਣ ਦੀ ਇੱਕ ਜ਼ਿੰਦਗੀ ਹੈ। ਮਤਲਬ ਕਿ ਸਾਨੂੰ ਸਾਰੀ ਉਮਰ ਸਾਨੂੰ ਇਹ ਵਾਲਾ ਇੱਕ ਖੇਲ ਖੇਲਣਾ ਪੈਂਦਾ ਹੈਗਾ ਕਿ ਫਾਇਦਾ ਕੀ ਹੈ, ਨੁਕਸਾਨ ਕੀ ਹੈ। ਅਕਸਰ ਮੈਂ ਮਰੀਜ਼ਾਂ ਨੂੰ ਕਹਿੰਦੀ ਹਾਂ ਕਿ ਜਦੋਂ ਤੁਸੀਂ ਮੇਰੀ ਅਪਾਇੰਟਮੈਂਟ ਲਈ ਆਏ ਸੀ, ਤੁਸੀਂ ਕਾਰ ਚਲਾ ਕੇ ਆਏ ਸੀਗੇ, ਪਰ ਕਾਰ ਦਾ ਐਕਸੀਡੈਂਟ ਹੋ ਸਕਦਾ,
ਪਰ ਅਗਰ ਤੁਸੀਂ ਇਹ ਡਰ ਕੇ ਕਿ ਮੈਂ ਕਾਰ 'ਚ ਵੜਨਾ ਹੀ ਨਹੀਂ ਹੈਗਾ ਕਿਉਂਕਿ ਮੇਰਾ ਐਕਸੀਡੈਂਟ ਹੋ ਸਕਦਾ, ਫਿਰ ਕਿੱਦਾਂ ਜੀਵਾਂਗੇ? ਇਸੇ ਤਰ੍ਹਾਂ ਤੁਸੀਂ ਜੋ ਤੁਹਾਨੂੰ ਬਿਮਾਰੀ ਹੋ ਜਾਂਦੀ ਹੈ, ਅਗਰ ਤੁਸੀਂ ਇਲਾਜ ਨਹੀਂ ਕਰੋਗੇ ਤਾਂ ਉਹ ਬਿਮਾਰੀ ਵੀ ਤੁਸੀਂ ਕੰਟਰੋਲ ਵਿੱਚ, ਕਾਬੂ ਵਿੱਚ ਨਹੀਂ ਲਿਆ ਕੇ ਆ ਸਕਦੇ। ਤੇ ਇਹ ਦਵਾਈਆਂ ਲੈਣ ਦਾ ਕੀ ਫਾਇਦਾ ਹੈ? ਦਵਾਈਆਂ ਲੈਣ ਦਾ ਫਾਇਦਾ ਇਹ ਹੈ ਕਿ ਤੁਸੀਂ ਤੰਦਰੁਸਤ ਜ਼ਿੰਦਗੀ ਜੀ ਸਕਦੇ ਹੋ, ਤੁਸੀਂ ਆਪਣੀ ਕਸਰਤ ਕਰ ਸਕਦੇ ਹੋ, ਤੁਸੀਂ ਆਪਣਾ ਖਾਣਾ ਬਣਾ ਸਕਦੇ ਹੋ, ਚੰਗੀ ਤਰ੍ਹਾਂ ਸੌ ਸਕਦੇ ਹੋ। ਨੈਕਸਟ ਸਲਾਈਡ। ਤੁਸੀਂ ਆਪਣਾ ਕੰਮ ਤੇ ਜਾ ਸਕਦੇ ਹੋ, ਤੁਹਾਨੂੰ ਘੱਟ ਛੁੱਟੀਆਂ ਲੈਣੀਆਂ ਪੈਣਗੀਆਂ, ਤੁਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਪੂਰਾ ਹਿੱਸਾ ਲੈ ਸਕਦੇ ਹੋ ਔਰ ਤੁਸੀਂ ਸਮਾਜਿਕ ਜੀਵਨ ਦੀ ਪੂਰੀ ਜੀ ਸਕਦੇ ਹੋ। ਨੈਕਸਟ ਸਲਾਈਡ। ਇਹ ਬਹੁਤ ਜ਼ਰੂਰੀ ਹੈ, ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਜਿਵੇਂ ਕਿ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਅਕਸਰ ਸੋਚਦੇ ਹਾਂ ਕਿ ਮੇਰਾ ਜੋੜਾਂ ਵਿੱਚ ਦਰਦ ਹੈ, ਮੈਂ ਕਸਰਤ ਕਰਾਂ, ਮੈਂ ਜੋੜਾਂ ਨੂੰ ਬਚਾਉਣ ਲਈ ਮੈਂ ਬਿਲਕੁਲ ਬੈਠੀ ਰਵਾਂ। ਇਹ ਗਲਤ ਖਿਆਲ ਹੈ। ਜਦੋਂ ਜਿੰਨੀ ਜਲਦੀ ਦਰਦ ਦਾ ਕੰਟਰੋਲ 'ਚ ਲਿਆਉਂਦੇ ਹੋ, ਜਿੰਨੀ ਜਲਦੀ ਤੁਸੀਂ ਸੋਜਿਸ਼ ਘਟਾਉਂਦੇ ਹੋ, ਓਨੀ ਹੀ ਜਲਦੀ ਤੁਹਾਨੂੰ ਵਰਜਿਸ਼ ਕਰਨੀ ਚਾਹੀਦੀ ਹੈ। ਪਹਿਲਾਂ ਹੌਲੀ ਹੌਲੀ ਹਿਲਾਓ, ਜੋ ਆਮ ਜੋੜ ਹਿਲਾਉਂਦੇ ਹੋ, ਜਿਵੇਂ ਅੱਜ ਤੁਹਾਨੂੰ ਫਿਜ਼ੀਓਥੈਰੇਪਿਸਟ ਵੀ ਨਾਲ ਤੁਹਾਨੂੰ ਗੱਲ ਕਰਨਗੇ ਤੁਹਾਡੇ ਨਾਲ ਥੋੜੇ ਚਿਰ ਬਾਅਦ, ਉਹ ਤੁਹਾਨੂੰ ਦਿਖਾਣਗੇ ਵੀ ਕਿੱਦਾਂ ਦੀ ਕਸਰਤਾਂ ਕਰਨੀਆਂ ਹਨ, ਕਿਹੜੀਆਂ ਚੰਗੀਆਂ ਹਨ, ਕਿਹੜੀਆਂ ਨਹੀਂ ਕਰਨੀਆਂ, ਕਿਹੜੀਆਂ ਨਹੀਂ ਹੈਗੀਆਂ। ਔਰ ਇਹ ਬਹੁਤ ਬਹੁਤ ਜ਼ਰੂਰੀ ਹੈਗਾ। ਨੈਕਸਟ ਸਲਾਈਡ। ਔਰ ਇਹ ਵੀ ਬਹੁਤ ਜ਼ਰੂਰੀ ਹੈ ਕਿ ਤੁਸੀਂ ਮੈਂ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਕਹਿੰਦੀ ਕਿ ਤੁਹਾਡਾ ਸਭ ਤੋਂ ਵੱਡਾ ਤੋਹਫਾ ਜੋ ਤੁਸੀਂ ਆਪਣੀ ਜ਼ਿੰਦਗੀ ਨੂੰ ਦੇ ਸਕਦੇ ਹੋ, ਜੋੜਾਂ ਨੂੰ ਦੇ ਸਕਦੇ ਹੋ, ਉਹ ਹੈਗਾ ਆਪਣਾ ਭਾਰ ਸਿਹਤਮੰਦ ਹੱਦ ਤੱਕ ਲਿਆਉਣਾ ਜਾਂ ਬਰਕਰਾਰ ਰੱਖਣਾ। ਓਕੇ, ਕਸਰਤ ਅਤੇ ਤੁਸੀਂ ਕੀ ਖਾਂਦੇ ਪੀਂਦੇ ਹੋ, ਕਿੰਨਾ ਖਾਂਦੇ ਹੋ ਔਰ ਕੀ ਚੀਜ਼ ਖਾਂਦੇ ਹੋ, ਕਸਰਤ ਦੇ ਨਾਲ ਮਿਲ ਕੇ ਸਭ ਇਹ ਦੋਨੋਂ ਚੀਜ਼ਾਂ ਹੀ ਬਹੁਤ ਜ਼ਰੂਰੀ ਹਨ। ਨੈਕਸਟ ਸਲਾਈਡ। ਔਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਣੇ ਇਹ ਵਾਲੀ ਬਿਮਾਰੀ ਵਿੱਚ ਬਹੁਤ ਅੱਗੋਂ ਕੁਝ ਹੋ ਸਕਦਾ ਹੈ। ਤੁਹਾਡੇ ਹਾਰਟ ਤੇ ਫਰਕ ਆ ਸਕਦਾ ਹੈ, ਆਸਟੀਓਪੋਰੋਸਿਸ ਤੇ। ਇਸ ਕਰਕੇ ਇਹ ਚੀਜ਼ਾਂ ਦਾ ਆਪਣੀ ਬਿਮਾਰੀ ਨੂੰ ਕਾਬੂ ਲਿਆਉਣ ਦੇ ਨਾਲ ਨਾਲ ਇਹ ਚੀਜ਼ਾਂ ਤੇ ਵੀ ਬਹੁਤ ਧਿਆਨ ਰੱਖਣਾ ਹੈ। ਜੋ ਔਰਤਾਂ ਨੂੰ ਗਠੀਆ ਹੈ, ਗਰਭ ਹੋ ਜਾਂਦੀਆਂ ਹਨ, ਉਹ ਗਰਭ ਵਿੱਚ ਤੁਹਾਡੇ ਗਠੀਏ ਤੇ ਕੀ ਅਸਰ ਹੈ ਔਰ ਗਠੀਏ ਦਾ ਤੁਹਾਡੇ ਗਰਭ ਤੇ ਕੀ ਅਸਰ ਹੈਗਾ, ਕਿਹੜੀਆਂ ਦਵਾਈਆਂ ਬੰਦ ਕਰਨੀਆਂ, ਕਿਹੜੀਆਂ ਦਵਾਈਆਂ ਚਾਲੂ ਰੱਖਣੀਆਂ, ਇਹਦੇ ਬਾਰੇ ਤੁਸੀਂ ਪਹਿਲਾਂ ਹੀ ਪਲਾਨ ਕਰਨਾ ਹੈ। ਇਹ ਨਹੀਂ ਕਿ ਤੁਸੀਂ ਪ੍ਰੈਗਨੈਂਟ ਨਹੀਂ ਹੋ ਸਕਦੇ, ਬੱਚੇ ਨਹੀਂ ਪੈਦਾ ਕਰ ਸਕਦੇ ਹੋ, ਬਿਲਕੁਲ 100%। ਪਰ ਇਹ ਹੈਗਾ ਕਿ ਇਹ ਤੁਹਾਨੂੰ ਪਹਿਲਾਂ ਸੋਚ ਕੇ ਕਰਨਾ ਪੈਂਦਾ ਹੈ ਕਿ ਹਾਂ ਮੈਂ ਬੱਚੇ ਕਰਨੇ ਚਾਹੁੰਦੇ ਆ। ਤੇ ਇਸ ਕਰਕੇ ਆਪਣੇ ਡਾਕਟਰ ਨਾਲ ਗੱਲ ਕਰੋ ਔਰ ਆਪਣੇ ਸਪੈਸ਼ਲਿਸਟ ਨਾਲ ਪਹਿਲਾਂ ਗੱਲ ਕਰੋ। ਨੈਕਸਟ ਸਲਾਈਡ। ਇਹ ਮੈਂ ਜਿਵੇਂ ਪਹਿਲੇ ਦੱਸਿਆ ਹੈਗਾ ਕਿ ਆਪਣੇ ਬਿਮਾਰੀ ਦਾ ਇਲਾਜ ਲੰਬੇ ਤੌਰ ਤੇ ਕਰਨਾ ਪੈਂਦਾ ਹੈ, ਦਵਾਈ ਟਾਈਮ ਤੇ ਲੈਣੀ। ਔਰ ਅਗਰ ਤੁਸੀਂ ਸਾਡੇ ਬਹੁਤ ਬਜ਼ੁਰਗ ਨੇ ਜੋ ਇੰਡੀਆ ਚਲੇ ਜਾਂਦੇ ਨੇ 4 ਮਹੀਨੇ 6 ਮਹੀਨੇ, ਇਹਦੇ ਬਾਰੇ ਸੋਚਣਾ ਕਿ ਮੈਂ ਦਵਾਈ ਆਪਣੀ ਲੈ ਕੇ ਜਾਵਾਂ ਔਰ ਮੈਂ ਦਵਾਈਆਂ ਦਾ ਬੁਰਾ ਅਸਰ ਹੋ ਸਕਦਾ ਹੈ, ਉਹਦੇ ਵਾਲੇ ਬਲੱਡ ਟੈਸਟ ਕਰਨੇ, ਇਹ ਸਭ ਚੀਜ਼ਾਂ ਦੀ ਗੱਲ ਕਰਨੀ ਹੈਗੀ। ਤੁਹਾਡੇ ਫੈਮਿਲੀ ਡਾਕਟਰ ਇੱਥੇ ਵੀ, ਔਰ ਅਗਰ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ, ਅਸੀਂ ਬਹੁਤ ਸਾਰੇ ਰੂਮਾਟੋਲੋਜਿਸਟ ਇੰਡੀਆ ਵਿੱਚ ਹੈਗੇ ਨੇ ਅੱਜ ਕੱਲ੍ਹ, ਜਿਨ੍ਹਾਂ ਨਾਲ ਤੁਸੀਂ ਸੰਬੰਧ ਬਣਾ ਸਕਦੇ ਹੋ। ਜਦੋਂ ਇੰਡੀਆ ਜਾਂਦੇ ਹੋ, ਇੰਡੀਆ ਵਿੱਚ ਰੂਮਾਟੋਲੋਜਿਸਟ ਨੂੰ ਮਿਲੋ ਤਾਂ ਕਿ ਤੁਹਾਡੀ ਬਿਮਾਰੀ ਦਾ ਲੰਬੇ ਤੌਰ ਤੇ ਇਲਾਜ ਹੁੰਦਾ ਰਹੇ ਔਰ ਉਹਦੇ ਵਿੱਚ ਗੈਪ ਨਹੀਂ ਪਵੇ। ਨੈਕਸਟ ਸਲਾਈਡ। ਓਕੇ, ਧੰਨਵਾਦ। ਉਮੀਦ ਹੈ ਕਿ ਤੁਹਾਨੂੰ ਇਹ ਤੋਂ ਫਾਇਦਾ ਹੋਇਆ ਹੋਵੇ। ਸੋ ਮਚ। ਹਾਂਜੀ, ਬੜੀ ਸੋਹਣੇ ਤਰੀਕੇ ਨਾਲ ਤੁਸੀਂ ਐਕਸਪਲੇਨ ਕੀਤਾ, ਬੜੀ ਠੇਠ ਪੰਜਾਬੀ ਵਿੱਚ ਸਾਰਿਆਂ ਦੀ ਸਮਝ ਆਏਗੀ। ਮੈਂ ਸਮਝਦਾ ਵੀ ਇਹ ਜਿਹੜੇ ਦੋਨੋਂ ਟੌਪਿਕ ਨੇ, ਆਸਟੀਓਪੋਰੋਸਿਸ ਦਾ ਤੇ ਇਹਦਾ ਅਰਥਰਾਈਟਿਸ ਦਾ, ਲੋਕਾਂ ਦੇ ਮਨ ਦੇ ਵਿੱਚ ਬੜਾ ਕਨਫਿਊਜ਼ਨ ਹੈ, ਤੇ ਨਾਲ ਜਿਹੜੀ, ਕਿਉਂਕਿ ਸਾਡੀ ਜਿਹੜੀ ਬੋਲੀ ਹੈ ਉਹ ਡਿਫਰੈਂਟ ਪੰਜਾਬ ਦੇ ਜਾਂ ਦੂਜੇ ਹਿੱਸਿਆਂ ਦੀ, ਹਰ ਪਿੰਡਾਂ ਦੀ ਬੋਲੀ ਵੱਖਰੀ ਹੈ। ਕੋਈ ਆਰਥਰਾਈਟਿਸ ਦਾ ਕੋਈ ਨਾਂ ਦਿੰਦਾ, ਕੋਈ ਗੱਲ ਕਰਦਾ, ਪਰ ਐਕਚੁਅਲੀ ਜਿਹੜੀ ਮੇਨ ਜਿਹੜੀ ਇਨਫੋਰਮੇਸ਼ਨ ਹੈ ਨਾ, ਉਹ ਉਹਨਾਂ ਵਾਸਤੇ ਬੜੀ ਇੰਪੋਰਟੈਂਟ ਹੈ। ਸੋ ਤੁਸੀਂ ਉਹ ਪ੍ਰੋਵਾਈਡ ਕੀਤੀ, ਸੋ ਦੈਟਸ ਵੈਰੀ ਗੁੱਡ। ਸੋ ਹੁਣ ਨੈਕਸਟ ਸਾਡੇ ਸਪੀਕਰ ਨੇ ਗੁਰਦੀਪ ਗਿੱਲ ਸਕਰਵਾਲ। ਇਹ ਸਾਡੇ ਫਿਜ਼ੀਓਥੈਰੇਪਿਸਟ ਨੇ, ਇਹ ਸਾਡੇ ਬੜੇ ਇੰਪੋਰਟੈਂਟ ਪਾਰਟ ਨੇ ਸਾਡੀ ਆਰਗੇਨਾਈਜੇਸ਼ਨ ਦੇ, ਸ਼ੁਰੂ ਤੋਂ ਹੀ ਹਰ ਪ੍ਰੋਗਰਾਮ 'ਚ ਪਾਰਟਿਸਿਪੇਟ ਕੀਤਾ। ਸੋ ਸ਼ੀਵਲ ਇਹ ਤੁਹਾਨੂੰ ਹੁਣ ਐਕਸਪਲੇਨ ਕਰਨਗੇ ਵੀ ਜੇ ਐਕਸਰਸਾਈਜ਼ ਦਾ ਤੇ ਫਿਜ਼ੀਓਥੈਰੇਪਿਸਟ ਦਾ ਜਾਂ ਤੁਹਾਡੀ ਐਕਟੀਵਿਟੀ ਦਾ ਆਰਥਰਾਈਟਿਸ ਵਿੱਚ ਕੀ ਰੋਲ ਹੈ। ਕਿਉਂਕਿ ਜਿਹੜਾ ਸਾਡਾ ਪ੍ਰੋਗਰਾਮ ਹੈ ਇਕੱਲਾ ਫਿਜ਼ੀਸ਼ੀਅਨ ਬੇਸਡ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਵੀ ਹਰ ਤਰ੍ਹਾਂ ਦੇ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਡਾਈਟੀਸ਼ੀਅਨ, ਫਿਜ਼ੀਓਥੈਰੇਪਿਸਟ, ਆਕੂਪੇਸ਼ਨਲ ਥੈਰੇਪਿਸਟ, ਤੇ ਨਾਲ ਇਹ ਵੀ ਸਾਡੀ ਮਦਦ ਕਰਨ, ਪੇਸ਼ੈਂਟਸ ਦੀ ਮਦਦ ਕਰਨ, ਐਕਸਪਲੇਨ ਕਰਨ ਵੀ ਇਕੱਲਾ ਡਾਕਟਰ ਦੀ ਵਿਜ਼ਿਟ ਨਾਲ ਪ੍ਰੋਬਲਮ ਨਹੀਂ ਸੋਲਵ ਹੋਣੀ, ਸਾਰਿਆਂ ਦਾ ਇੰਪੋਰਟੈਂਟ ਰੋਲ ਹੈ। ਸੋ ਗੁਰਦੀਪ, ਪਲੀਜ਼ ਨਾਓ ਤੁਸੀਂ ਸਟਾਰਟ ਕਰੋ ਆਪਣਾ ਪ੍ਰੋਗਰਾਮ। ਬੈਸਟ ਹੈਗੀ। ਅੱਜ ਦਾ ਮੇਰਾ ਟੌਪਿਕ ਹੈਗਾ ਆਸਟੀਓਆਰਥਰਾਈਟਿਸ, ਐਕਸਰਸਾਈਜ਼ ਦਾ ਕਿੱਦਾਂ ਰੋਲ ਹੁੰਦਾ ਹੈ। ਨੈਕਸਟ ਸਲਾਈਡ ਪਲੀਜ਼।
ਸੋ ਰੈਗੂਲਰ ਜਿਹੜੀ ਫਿਜ਼ੀਕਲ ਐਕਟੀਵਿਟੀ ਹੈ, ਚਾਹੇ ਤੁਸੀਂ ਵਾਕ ਕਰਦੇ ਹੋ ਜਾਂ ਕੋਈ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਹੋ, ਉਹਦਾ ਵੈਰੀ ਤੁਹਾਡੇ ਜਨਰਲ ਜਿਹੜਾ ਹੈਲਥ ਹੈ ਉਹਦੇ ਵਾਸਤੇ ਵੀ ਤੇ ਵੈਲ ਬੀਇੰਗ, ਤੁਸੀਂ ਹੈਲਦੀ ਰਹਿੰਦੇ ਹੋ। ਤੇ ਜਿੱਦਾਂ ਕਿ ਲਾਸਟ ਟਾਈਮ ਮੈਂ ਦੱਸਿਆ ਸੀਗਾ, ਫਾਲ ਪ੍ਰੀਵੈਂਸ਼ਨ ਐਂਡ ਟ੍ਰੀਟਮੈਂਟ ਵਿੱਚ ਵੀ ਹੈਗਾ, ਉਦਾਂ ਹੀ ਜਿਹੜਾ ਹੈਗਾ ਅਰਥਰਾਈਟਿਸ ਵਿੱਚ ਵੀ ਹੈਗਾ। ਜਦੋਂ ਤੁਹਾਡੇ ਮਸਲ ਸਟਰੋਂਗ ਹੈਗੇ ਅਰਾਊਂਡ ਜੁਆਇੰਟ ਦੇ ਅਰਾਊਂਡ, ਉਹਨਾਂ ਦੇ ਕਰਕੇ ਤੁਹਾਡੇ ਜਿਹੜਾ ਪੇਨ ਹੈਗਾ ਉਹ ਲੈਸ ਰਹਿੰਦਾ ਹੈ ਤੇ ਉਹ ਸਵੈਲਿੰਗ ਤੇ ਵੀ ਇਫੈਕਟ ਕਰਦਾ ਹੈ। ਤਾਂ ਸਵੈਲਿੰਗ ਵੀ ਜਿਹੜੀ ਹੈਗੀ ਉਹਨੂੰ ਘਟਾਉਂਦਾ ਹੈ। ਨੈਕਸਟ ਸਲਾਈਡ ਪਲੀਜ਼। Next. ਸੋ ਇਟ ਫੀਲਸ ਬੈਟਰ। ਸੋ ਜਦੋਂ ਤੁਸੀਂ ਜੈਸੇ ਕਿ ਕੋਈ ਵੀ ਕ੍ਰੋਨਿਕ ਡਿਸੀਜ਼ਸ ਹੈਗੀ, ਲੰਬੇ ਚਰਤੀ ਜਿਹੜੀ ਵੀ ਡਿਸੀਜ਼ਸ ਚੱਲਦੀ ਆ ਰਹੀ ਹੈ, ਉਹਦੇ ਉੱਤੇ ਵੀ ਇਫੈਕਟ ਹੁੰਦਾ ਐਕਸਰਸਾਈਜ਼ ਦਾ। ਤੁਹਾਡੀ ਜਿਹੜੀ ਸਕਿਨ ਹੈਗੀ ਉਹ ਵੀ ਉਹਦੇ ਉੱਤੇ ਵੀ ਸਰਕੂਲੇਸ਼ਨ ਰਹਿੰਦਾ ਹੈ ਪ੍ਰੋਪਰਲੀ। ਫਿਰ ਉਹ ਤੋਂ ਬਾਅਦ ਜਿਹੜੀ ਹੈਗੀ ਬ੍ਰੇਨ ਹੈਲਥ ਹੈਗੀ, ਮੈਮੋਰੀ ਹੈਗੀ, ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਸਰਟਨ ਹਾਰਮੋਨਸ ਜਿਹੜੇ ਹੈਗੇ ਉਹ ਬੋਡੀ ਵਿੱਚ ਸਿਕਰੀਟ ਹੁੰਦੇ, ਉਹਦੇ ਕਰਕੇ ਤੁਹਾਡਾ ਜਿਹੜਾ ਬ੍ਰੇਨ ਹੈਗਾ ਉਹ ਸ਼ਾਰਪ ਰਹਿੰਦਾ ਹੈ, ਤੁਸੀਂ ਚੀਜ਼ਾਂ ਭੁੱਲਦੇ ਨਹੀਂ ਹੈਗੇ। ਤੇ ਉਹ ਤੋਂ ਬਾਅਦ ਜਦੋਂ ਤੁਸੀਂ ਰਾਤ ਨੂੰ ਪ੍ਰੋਪਰ ਨੀਂਦ ਆਉਂਦੀ ਹੈ, ਕਿਉਂਕਿ ਤੁਸੀਂ ਥੱਕਦੇ ਹੋ, ਉਹਦੇ ਕਰਕੇ ਰਿਲੈਕਸ ਕਰਦਾ ਹੈ ਤੁਹਾਡੀ ਬੋਡੀ ਨੂੰ। ਤੇ ਫॉर श्योर ਜਿਹੜਾ ਮਸਲ ਹੈਗਾ ਤੇ ਬੋਨ ਹੈਲਥ ਹੈ ਉਹਨੂੰ ਵੀ ਮੇਨਟੇਨ ਕਰਦਾ ਹੈ। ਨੈਕਸਟ। ਸੋ ਜਿਹੜਾ ਰੈਗੂਲਰ ਐਕਸਰਸਾਈਜ਼ ਹੈ ਉਹਦਾ ਸਟਰੈਂਥ ਹੁੰਦੀ ਹੈ, ਮਸਲ ਦੀ ਤਾਕਤ ਉਹਨੂੰ बढ़ाਉਂਦਾ ਹੈਗਾ। ਇੰਡੋਰੈਂਸ ਕੀ ਹੁੰਦਾ? ਇੰਡੋਰੈਂਸ ਮੀਨਸ ਜਦੋਂ ਤੁਸੀਂ ਕੋਈ ਵੀ ਐਕਟੀਵਿਟੀ ਜਿਹੜੀ ਹੈਗੀ ਉਹ ਲਗਾਤਾਰ ਕਰ ਸਕਦੇ ਹੋ, ਉਹਨੂੰ ਇੰਡੋਰੈਂਸ ਕਹਿੰਦੇ ਹੈ। ਜਿਹੜਾ ਬੈਲੈਂਸ ਹੈਗਾ ਉਹ ਜਦੋਂ ਤੁਹਾਡੇ ਮਸਲ ਸਟਰੋਂਗ ਹੈਗੇ, ਉਹਦੇ ਕਰਕੇ ਤੁਹਾਡੇ ਜਿਹੜਾ ਲਗਾਤਾਰ ਜਿਹੜੀ ਐਕਟੀਵਿਟੀ ਤੁਸੀਂ ਕਰ ਸਕਦੇ ਹੋ, ਲਾਈਕ ਜੇ ਤੁਸੀਂ ਹੱਥ ਹਿਲਾਉਂਦੇ ਹੋ, ਪੈਰ ਵੀ ਹਿਲਾ ਸਕਦੇ ਹੋ, ਉਹ ਪ੍ਰੋਪਰ ਬੈਲੈਂਸ ਹੁੰਦਾ ਹੈ। ਉਹਦੇ ਕਰਕੇ ਫਾਲ ਵੀ ਪ੍ਰੀਵੈਂਟ ਹੁੰਦੀ ਹੈ ਤੇ ਤੁਹਾਡੀ ਬੋਡੀ ਜਿਹੜੀ ਹੈਗੀ ਉਹਦੀ ਮੂਵਮੈਂਟ ਪ੍ਰੋਪਰ ਹੁੰਦੀ ਹੈ। ਜਿਹੜੀ ਫਲੈਕਸੀਬਿਲਿਟੀ ਹੁੰਦੀ ਹੈ ਨੈਕਸਟ, ਉਹ ਹੈਗਾ ਲਚੀਲਾਪਨ ਬੋਡੀ ਦਾ। ਜਦੋਂ ਤੁਹਾਡੀ ਬੋਡੀ ਪ੍ਰੋਪਰਲੀ ਮੂਵ ਕਰਦੀ ਹੈ, ਜੁਆਇੰਟ ਪ੍ਰੋਪਰ ਮੂਵ ਕਰਦੇ ਹੈ, ਸਵੈਲਿੰਗ ਲੈਸ ਰਹਿੰਦੀ ਹੈ ਤੇ ਰੇਂਜ ਆਫ ਮੋਸ਼ਨ ਜਿਹੜਾ ਹੈਗਾ ਬੋਡੀ ਦਾ ਉਹ ਮੇਨਟੇਨ ਰਹਿੰਦਾ ਹੈ। ਇਹ ਜਿਹੜੀ ਐਕਸਰਸਾਈਜ਼ ਹੈਗੀ ਉਹ ਇੰਪਰੂਵ ਕਰਦੀ ਹੈ ਗੇਟ ਮੀਨਸ ਕਦਮ ਚਾਲ ਜਿਹੜੀ ਹੈਗੀ ਤੁਹਾਡੀ ਵਾਕ ਹੈਗੀ ਉਹ ਵੀ ਠੀਕ ਰਹਿੰਦੀ ਹੈ। ਫਿਰ ਉਹ ਤੋਂ ਬਾਅਦ ਜਨਰਲ ਵੈਲਬੀਇੰਗ ਦੀ ਅਸੀਂ ਗੱਲ ਕਰ ਹੀ ਚੁੱਕੇ ਹਾਂ। ਨੈਕਸਟ। ਸੋ ਜਿਹੜੀ ਐਕਸਰਸਾਈਜ਼ ਹੈ ਉਹਦੇ ਸਰਟਨ ਰੂਲ ਹੈਗੇ ਕਿ ਜੇ ਤੁਸੀਂ ਅੱਜ ਕਰ ਲਈ, ਇੱਕ ਹਫ਼ਤੇ ਬਾਅਦ ਕਰਦੇ, ਉਹਦਾ ਕੋਈ ਮਤਲਬ ਨਹੀਂ ਹੁੰਦਾ, ਉਹਦਾ ਕੋਈ ਇਫੈਕਟ ਨਹੀਂ ਹੁੰਦਾ। ਤਾਂ ਹੀ ਐਕਸਰਸਾਈਜ਼ ਜਿਹੜੀ ਹੈਗੀ ਉਹ ਐਟਲੀਸਟ ਤੁਸੀਂ 3 ਤੋਂ 4 ਦਿਨ ਕਰ ਸਕਦੇ ਹੋ ਇਨ ਅ ਵੀਕ, ਮਿਨੀਮਮ ਇੱਦਾਂ ਕਰਨੀ ਚਾਹੀਦੀ ਹੈ। ਤੁਸੀਂ 5 ਦਿਨ ਵੀ ਕਰ ਸਕਦੇ ਹੋ। ਜਦੋਂ ਤੁਸੀਂ ਸਟਾਰਟ ਕਰਦੇ ਹੋ ਐਕਸਰਸਾਈਜ਼, ਉਹ ਥੋੜੀ ਹੌਲੀ ਸਟਾਰਟ ਕਰਨੀ, ਈਜ਼ੀ ਹੋਣੀ ਚਾਹੀਦੀ ਹੈ। ਫਿਰ ਉਹ ਤੋਂ ਬਾਅਦ ਹੌਲੀ ਹੌਲੀ ਤੁਸੀਂ ਉਹਨੂੰ ਹਾਰਡਰ ਕਰ ਸਕਦੇ ਹੋ, ਉਹਨੂੰ ਕਹਿੰਦੇ ਇੰਟੈਂਸਿਟੀ। ਫਿਰ ਉਹ ਤੀਜੀ ਜਿਹੜੀ ਚੀਜ਼ ਹੈਗੀ ਟਾਈਮ ਜਿਹੜਾ ਹੈਗਾ, ਜੇ ਸਪੋਜ਼ ਤੁਸੀਂ ਵਾਕ ਸਟਾਰਟ ਕੀਤੀ ਅੱਜ, ਸੋ ਅੱਜ 5 ਮਿੰਟ ਕਰੋ, ਫਿਰ ਅਗਲੇ ਹਫਤੇ 10 ਮਿੰਟ ਕਰੋ, ਏਦਾਂ ਤੁਸੀਂ ਹੌਲੀ ਹੌਲੀ ਇੰਕਰੀਜ਼ ਕਰਨੀ ਹੈ। ਉਹ ਤੋਂ ਬਾਅਦ ਕਿਸ ਟਾਈਪ ਦੀ ਤੁਸੀਂ ਐਕਸਰਸਾਈਜ਼ ਕਰਦੇ ਹੋ। ਜਿਹੜੀ ਐਕਸਰਸਾਈਜ਼ ਹੈਗੀ ਉਹਨੂੰ ਐਰੋਬਿਕ, ਸਟਰੈਂਥ ਤੇ ਐਂਡੂਰੈਂਸ ਕਹਿੰਦੇ। ਐਰੋਬਿਕ ਜਿਹੜੀ ਹੈਗੀ, ਜਿਹੜੀ ਸਾਡੀ ਓਵਰਆਲ ਜਿਹੜੀ ਬੋਡੀ ਹੈ ਉਹਦੇ ਤੇ ਇਫੈਕਟ ਕਰਦੀ ਹੈ, ਜੈਸੇ ਲੰਗਸ, ਹਾਰਟ ਨੂੰ ਵੀ ਸਟਰੋਂਗ ਕਰਦੀ ਹੈ, ਮਸਲ ਨੂੰ ਵੀ ਸਟਰੋਂਗ ਕਰਦੀ ਹੈ। ਜੈਸੇ ਵਾਕ ਹੋ ਗਿਆ, ਜਿਹੜੀ ਖੜੀ ਬਾਈਕ ਨਹੀਂ ਹੁੰਦੀ ਉਹ ਤੁਸੀਂ ਚਲਾ ਸਕਦੇ ਹੋ। ਹੁਣ ਜਿਹੜੀ ਸਟਰੈਂਥ ਤੇ ਇੰਡੋਰੈਂਸ ਹੈਗਾ, ਸਟਰੈਂਥ ਮਸਲ ਦੀ ਜਿਹੜੀ ਸ਼ਮਤਾ ਹੈਗੀ ਤੇ ਸੌਰੀ ਇੰਡੋਰੈਂਸ ਜਿਹੜੀ ਹੈਗੀ ਉਹ ਮਸਲ ਦੀ ਸ਼ਮਤਾ ਹੈਗੀ, ਜਿਹੜੀ ਸਟਰੈਂਥ ਹੈਗੀ ਉਹ ਮਸਲ ਦੀ ਤਾਕਤ ਹੈਗੀ। ਉਹਨੂੰ ਤੁਸੀਂ weight ਨਾਲ ਐਕਸਰਸਾਈਜ਼ ਕਰਕੇ बढ़ा ਸਕਦੇ ਹੋ ਜਾਂ ਇਲਾਸਟਿਕ ਬੈਂਡ ਨਾਲ बढ़ा ਸਕਦੇ ਹੋ। ਨੈਕਸਟ ਪਲੀਜ਼। ਹੁਣ ਜਿਹੜੀ ਇਨ ਜਨਰਲ ਤੁਸੀਂ 10 ਤੋਂ 15 ਵਾਰੀ ਜਿਹੜੀ ਹੈਗੀ ਇੱਕ ਐਕਸਰਸਾਈਜ਼ ਨੂੰ, ਜੈਸੇ ਜੇ ਤੁਸੀਂ ਹੱਥ ਹਿਲਾਉਂਦੇ ਹੋ, ਜੈਸੇ ਐਲਬੋ ਬੈਂਡ ਕਰਦੇ ਹੋ, ਜਿਹੜੀ ਉਹਨੂੰ ਜੇ ਤੁਸੀਂ 10 ਤੋਂ 15 ਵਾਰੀ ਕਰਦੇ ਹੋ ਉਹਨੂੰ ਕਹਿੰਦੇ ਇੱਕ ਐਕਸਰਸਾਈਜ਼। ਇਦਾਂ ਦੀ ਜਿਹੜੀ ਐਕਸਰਸਾਈਜ਼ ਹੈ ਤੁਸੀਂ 8 ਤੋਂ 10 ਵਾਰੀ ਕਰ ਸਕਦੇ ਹੋ ਤੇ ਦਿਨ 'ਚ ਤੁਸੀਂ 2 ਵਾਰ ਵੀ ਕਰ ਸਕਦੇ ਹੋ। ਤੇ ਜੈਸਾ ਕਿ ਮੈਂ ਪਹਿਲਾਂ ਦੱਸਿਆ ਤੁਹਾਨੂੰ, ਤੁਸੀਂ ਹਫਤੇ ਵਿੱਚ 3 ਤੋਂ 4 ਵਾਰ ਕਰ ਸਕਦੇ ਹੋ ਜਾਂ 5 ਵਾਰ ਵੀ ਕਰ ਸਕਦੇ ਹੋ। ਸੋ ਮਿਨੀਮਮ 3 ਤੋਂ 4 ਵਾਰ ਹੋਣੀ ਚਾਹੀਦੀ ਹੈ ਪਰ ਵੀਕ ਐਕਸਰਸਾਈਜ਼। ਤੇ ਜਦੋਂ ਤੁਸੀਂ ਕੋਈ ਐਕਸਰਸਾਈਜ਼ ਨਵੀਂ ਸਟਾਰਟ ਕਰਦੇ ਹੋ, ਡਾਕਟਰ ਜਾਂ ਸਪੈਸ਼ਲਿਸਟ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਤੇ ਫਿਜ਼ੀਓਥੈਰੇਪਿਸਟ ਨਾਲ ਤੁਸੀਂ ਕੰਸਲਟ ਕਰਕੇ ਇੱਕ ਐਕਸਰਸਾਈਜ਼ ਪ੍ਰੋਗਰਾਮ ਤੁਹਾਡਾ ਬਣਾ ਸਕਦੇ ਹੋ। ਸਪੈਸ਼ਲੀ ਅਰਥਰਾਈਟਿਸ ਜਦੋਂ ਤੁਹਾਨੂੰ ਹੈਗਾ, ਸੋ ਟਾਰਗੇਟ ਕਰ ਸਕਦੇ ਹਾਂ ਸ਼ੋਲਡਰ ਹੈਗਾ
ਗੋਡੇ ਦੀ ਪ੍ਰੋਬਲਮ ਹੈ, ਐਂਕਲ ਦੀ ਗਿੱਟੇ ਦੀ ਪ੍ਰੋਬਲਮ ਹੈਗੀ, ਉਹ ਤੋਂ ਮੁਤਾਬਿਕ ਐਕਸਰਸਾਈਜ਼ ਪ੍ਰੋਗਰਾਮ ਬਣਾ ਸਕਦੇ ਹਾਂ। ਨੈਕਸਟ। ਸੋ ਜਦੋਂ ਵੀ ਤੁਸੀਂ ਐਕਸਰਸਾਈਜ਼ ਕਰਦੇ ਹੋ ਮੇਕ ਸ਼ੋਰ, ਕਿਉਂਕਿ ਅਦਰ ਜਿਹੜੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ, ਸੋ ਮੇਕ ਸ਼ੋਰ ਤੁਸੀਂ ਫੀਲਿੰਗ ਗੁੱਡ ਕਰੋ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ, ਤੇ ਤੁਹਾਨੂੰ ਤੁਸੀਂ ਪ੍ਰੋਪਰਲੀ ਖਾਧਾ ਪੀਤਾ ਹੋਵੇ, ਪ੍ਰੋਪਰ ਫੁੱਟਵੇਅਰ ਹੋਣਾ ਚਾਹੀਦਾ, ਚੱਪਲ ਪਾ ਕੇ ਨਹੀਂ ਕਰਨੀ ਚਾਹੀਦੀ ਹੈ, ਪ੍ਰੋਪਰ ਜਿਹੜੀ ਹੈਗੀ ਨਾ ਸ਼ੂਜ਼ ਉਹ ਪਾ ਕੇ ਕਰਨੇ ਚਾਹੀਦੇ। ਜੇ ਅੰਦਰ ਤੁਸੀਂ ਕਰਦੇ ਹੋ ਬਿਨਾ ਸੌਕਸ ਤੋਂ ਕਰਿਓ, ਜਾਂ ਤਾਂ ਬੇਅਰ ਫੁੱਟ ਕਰਨੇ ਚਾਹੀਦੇ ਜਾਂ ਸ਼ੂਜ਼ ਪਾ ਕੇ ਕਰਨੇ ਚਾਹੀਦੇ। ਨੈਕਸਟ ਸਲਾਈਡ ਪਲੀਜ਼। ਤੇ ਜੇ ਤੁਸੀਂ ਗਲਾਸਿਸ ਐਨਕ ਯੂਜ਼ ਕਰਦੇ ਹੋ, ਉਹ ਮੇਕ ਸ਼ੋਰ ਤੁਸੀਂ ਉਹ ਯੂਜ਼ ਕਰਿਓ ਤਾਂ ਕਿ ਤੁਸੀਂ ਪ੍ਰੋਪਰਲੀ ਦੇਖ ਸਕੋ ਤੁਹਾਡਾ ਹੱਥ ਤੇ ਜਾਂ ਪੈਰ ਕਿੱਦਾਂ ਮੂਵ ਕਰਦਾ ਹੈਗਾ। ਤੇ ਜਦੋਂ ਜਿੱਥੇ ਐਕਸਰਸਾਈਜ਼ ਕਰ ਰਹੇ ਹੋ ਮੇਕ ਸ਼ੋਰ ਜ਼ਿਆਦਾ ਆਸ-ਪਾਸ ਚੀਜ਼ਾਂ ਨਾ ਹੋ ਤਾਂ ਕਿ ਤੁਸੀਂ ਮੂਵ ਕਰੋ ਪ੍ਰੋਪਰਲੀ। ਤੇ ਜੇ ਤੁਹਾਡੇ ਕੋਲ ਐਕਸਰਸਾਈਜ਼ ਪ੍ਰਿੰਟ ਆਊਟ ਹੈਗਾ, ਤੁਸੀਂ ਕੀ ਤੋਂ ਬਾਅਦ ਕੀ ਐਕਸਰਸਾਈਜ਼ ਕਰਨੀ ਹੈ ਉਹ ਬੈਟਰ ਹੈਗਾ, ਜਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਐਕਸਰਸਾਈਜ਼ ਕਰਨੀ ਹੈ। ਨੈਕਸਟ ਪਲੀਜ਼। ਸੋ ਜਦੋਂ ਵੀ ਐਕਸਰਸਾਈਜ਼ ਤੁਸੀਂ ਕਰਦੇ ਹੋ, ਜੇ ਤੁਹਾਡਾ ਪੇਨ ਜਿਹੜਾ ਹੈਗਾ ਉਹ ਇਨਕਰੀਜ਼ ਹੋ ਰਿਹਾ ਹੈ, ਇਨਕਰੀਜ਼ ਮਤਲਬ ਜੇ ਵੱਧਦਾ ਹੈਗਾ, ਜੇ ਇੱਕ ਸਕੇਲ ਅਸੀਂ ਯੂਜ਼ ਕਰਦੇ ਹਾਂ, ਜੇ ਇਸ ਪੇਨ ਹੈਗਾ 0 ਤੇ 10 ਬਰਦਾਸ਼ਤ ਨਹੀਂ ਹੁੰਦਾ, ਜੇ 5 ਤੱਕ ਹੈਗਾ ਤਾਂ ਵੀ ਠੀਕ ਹੈ, ਕਿਉਂਕਿ ਤੁਸੀਂ ਨਵੀਂ ਐਕਸਰਸਾਈਜ਼ ਕਰ ਰਹੇ ਹੋ, ਉਹਦੇ ਕਰਕੇ ਥੋੜਾ ਜਿਹਾ ਪੇਨ ਹੁੰਦਾ ਹੈ, ਬਟ ਉਹ ਠੀਕ ਹੈਗਾ। ਬਟ ਜੇ ਉਹ ਪੇਨ ਜਿਹੜਾ ਹੈਗਾ, ਦਰਦ ਜਿਹੜਾ ਹੈਗਾ ਉਹ 7-8 ਹੁੰਦਾ ਹੈ, ਉਹ ਬਹੁਤ ਜ਼ਿਆਦਾ ਹੈਗਾ, ਤੁਹਾਨੂੰ ਕੰਸਲਟ ਕਰਨਾ ਪੈਣਾ। ਆਈਦਰ ਜਿਹੜਾ ਜੇ ਫਿਜ਼ੀਓਥੈਰੇਪਿਸਟ ਨੇ ਐਕਸਰਸਾਈਜ਼ ਪ੍ਰੋਗਰਾਮ ਬਣਾਇਆ ਉਹਨਾਂ ਨੂੰ ਤੁਸੀਂ ਕੰਸਲਟ ਕਰ ਸਕਦੇ ਹੋ, ਤੁਸੀਂ ਡਾਕਟਰ ਨੂੰ ਕੰਸਲਟ ਕਰ ਸਕਦੇ ਹੋ। ਤੇ ਜੇ ਤੁਹਾਨੂੰ ਕੋਈ ਸ਼ਾਰਟਨੈਸ ਆਫ ਬ੍ਰੈਥ ਹੈ, ਸਾਹ ਚੜਦਾ ਹੈ, ਤਾਂ ਵੀ ਤੁਹਾਨੂੰ ਐਕਸਰਸਾਈਜ਼ ਜਿਹੜੀ ਹੈਗੀ ਉਹ ਤੁਸੀਂ ਸਟਾਪ ਕਰਿਓ ਤੇ ਡਾਕਟਰ ਦੀ ਸਲਾਹ ਕਰਕੇ ਤੇ ਉਹ ਫਿਰ ਪ੍ਰੋਗਰੈਸ ਕਰ ਸਕਦੇ ਹਾਂ। ਨੈਕਸਟ ਪਲੀਜ਼। ਸੋ ਹੁਣ ਮੇਰਾ ਇੱਕ ਕੁਐਸਚਨ ਹੈਗਾ, ਡੂ ਪੂਲ ਐਕਸਰਸਾਈਜ਼ਸ ਇਨਕਰੀਜ਼ ਪੇਨ ਇਨ ਆਰਥਰਾਈਟਿਸ? ਜੇ ਤੁਸੀਂ ਪਾਣੀ ਵਿੱਚ ਕੋਈ ਵੀ ਐਕਸਰਸਾਈਜ਼ ਕਰਦੇ ਹੋ, ਉਹਦਾ ਕੀ ਰੋਲ ਹੈਗਾ, ਤੇ ਉਹ ਤੁਹਾਡਾ ਜਿਹੜਾ ਦਰਦ ਹੈ ਉਹ ਇਨਕਰੀਜ਼ ਕਰਦਾ ਹੈ ਜਾਂ बढ़ाਉਂਦਾ ਹੈ? ਇਹ ਸਹੀ ਹੈਗਾ ਕਿ ਗਲਤ? ਸੋ ਹੁਣ ਦੇਖਾ ਗਿਆ ਜਿਹੜੇ ਕਿ ਹਰ ਕਿਸੇ ਨੂੰ ਐਕਸਰਸਾਈਜ਼ ਚੰਗੀ ਨਹੀਂ ਲੱਗਦੀ, ਉਹ ਕਹਿੰਦੇ ਕਿ ਮੈਨੂੰ ਟਾਈਮ ਨਹੀਂ ਮਿਲਦਾ ਜਾਂ ਜੋ। ਸੋ ਕਿੱਦਾਂ ਤੁਸੀਂ ਜਿਹੜੀ ਹੈਗੀ ਐਕਸਰਸਾਈਜ਼ ਨੂੰ ਫਨ ਬਣਾ ਸਕਦੇ ਹੋ? ਇੱਕ ਤਾਂ ਮੇਨ ਚੀਜ਼ ਹੈਗੀ ਤੁਸੀਂ ਐਕਸਰਸਾਈਜ਼ ਜਿਹੜੀ ਹੈਗੀ ਫਰੈਂਡ ਨਾਲ ਕਰ ਸਕਦੇ ਹੋ, ਬਟ ਹੁਣ ਕੋਵਿਡ ਦੇ ਕਰਕੇ ਤੁਸੀਂ ਇਟਸ ਹਾਰਡ ਕਿ ਤੁਸੀਂ ਉਹਨਾਂ ਦੇ ਨਾਲ ਨਹੀਂ ਕਰ ਸਕਦੇ, ਰਾਈਟ? ਸੋ ਤੁਸੀਂ ਸੋਸ਼ਲ ਡਿਸਟੈਂਸਿੰਗ ਕਰਕੇ ਕਰ ਸਕਦੇ ਹੋ, ਦੂਰ ਦੂਰ ਖੜੇ ਹੋ ਕੇ ਐਕਸਰਸਾਈਜ਼ ਕਰ ਸਕਦੇ ਹੋ, ਜਾਂ ਵਾਇਆ ਇੰਟਰਨੈਟ ਜਿੱਦਾਂ ਅਸੀਂ ਅੱਜ ਕਰਦੇ ਹਾਂ, ਏਦਾਂ ਵੀ ਬਹਿ ਕੇ ਤੁਸੀਂ ਕਰ ਸਕਦੇ ਹੋ। ਫਿਰ ਕੋਈ ਵਰਚੁਅਲ ਕਲਾਸ ਅੱਜ ਕੱਲ ਜਿਹੜੀ ਹੈਗੀ, ਆਨਲਾਈਨ ਕਲਾਸਿਸ ਬਥੇਰੀ ਚੱਲਦੀ ਹੈਗੀ, ਤੇ ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰਦੇ ਕਿ ਕਿੱਦਾਂ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ। ਸੋ ਆਪਣੇ ਜਾਂ ਤਾਂ ਬੇਟੀ ਦੇ ਹੈਲਪ ਨਾਲ ਜਾਂ ਗ੍ਰੈਂਡ ਚਿਲਡਰਨ ਦੇ ਹੈਲਪ ਨਾਲ ਤੁਸੀਂ ਉਹਦੇ ਕਲਾਸ ਵਿੱਚ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਹੁਣ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਮੇਕ ਸ਼ੋਰ ਇੱਕ ਟੈਨਸ਼ਨ ਨਾਲ ਨਹੀਂ ਕਰਨੀ ਚਾਹੀਦੀ ਹੈ, ਉਹ ਪੋਜ਼ਿਟਿਵ ਹੋ ਕੇ ਕਰਿਓ ਕਿ ਓਕੇ ਮੈਨੂੰ ਇਹਦਾ ਇਫੈਕਟ ਹੋਣਾ ਹੈ, ਉਹ ਰਿਵਾਰਡਿੰਗ ਹੁੰਦਾ ਹੈ। ਫਿਰ ਅੱਜ ਕੱਲ ਜਿਹੜੇ ਹੈਗੇ ਕਈ ਵਾਰੀ ਫੋਨ ਦੇ ਉੱਤੇ ਹੀ ਤੁਹਾਨੂੰ ਐਕਸਰਸਾਈਜ਼ ਪ੍ਰੋਗਰਾਮ ਮਿਲ ਸਕਦਾ ਹੈ, ਬਟ ਉਹ ਅਗੇਨ ਪ੍ਰੋਪਰਲੀ ਹੋਣਾ ਚਾਹੀਦਾ, ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਤੁਹਾਡੇ ਵਾਸਤੇ ਉਹ ਐਕਸਰਸਾਈਜ਼ ਚੰਗੀ ਹੈਗੀ ਕਿ ਨਹੀਂ। ਬਟ ਕਈ ਵਾਰੀ ਹੁਣ ਜਿਹੜੇ ਹੈਗੇ ਫਿਜ਼ੀਓਥੈਰੇਪਿਸਟ ਉਹਨਾਂ ਦੇ ਕੋਲ ਵੀ ਐਪਸ ਹੁੰਦੀ ਹੈ, ਔਰ ਤੁਸੀਂ ਉੱਥੇ ਡਾਊਨਲੋਡ ਕਰ ਸਕਦੇ ਹੋ ਫੋਨ ਤੇ ਤੁਹਾਨੂੰ ਐਕਸਰਸਾਈਜ਼ ਪ੍ਰੋਗਰਾਮ ਉੱਥੇ ਦੇਖ ਕੇ ਵੀਡੀਓ ਵੀ ਤੁਸੀਂ ਕਰ ਸਕਦੇ ਹੋ। ਤੇ ਜਦੋਂ ਤੁਸੀਂ ਐਕਸਰਸਾਈਜ਼ ਕਰ ਰਹੇ ਹੋ, ਉਹ ਜੇ ਖੜੀ ਬਾਈਕ ਹੈਗੀ ਉਹ ਤੁਸੀਂ ਲਿਵਿੰਗ ਰੂਮ ਵਿੱਚ ਰੱਖ ਲਓ, ਉੱਥੇ ਟੀਵੀ ਸ਼ੋ ਤੁਹਾਡਾ ਦੇਖ ਕੇ ਉਸ ਟਾਈਮ ਤੇ ਵੀ ਤੁਸੀਂ ਕਰ ਸਕਦੇ ਹੋ। ਐਂਡ ਨੈਕਸਟ ਪਲੀਜ਼। ਸੋ ਹੁਣ ਮੇਕ ਸ਼ੋਰ ਜਿਹੜਾ ਹੈਗਾ ਐਕਸਰਸਾਈਜ਼ ਹੈਗੀ, ਜਾਂ ਤਾਂ ਤੁਸੀਂ ਫਰਮ ਬੈੱਡ ਤੇ ਕਰ ਸਕਦੇ ਹੋ, ਜਿਹੜਾ ਸੌਫਟ ਗੱਦੇ ਉੱਥੇ ਨਹੀਂ ਕਰ ਸਕਦੇ ਤੁਸੀਂ। ਜਿੱਥੇ ਚੇਅਰ ਹੈਗੀ ਮੇਕ ਸ਼ੋਰ ਜਿਹੜੀ ਚੇਅਰ ਹੈਗੀ ਉੱਥੇ ਵੀ ਉਹਦੇ ਉੱਤੇ ਵੀਲ ਨਾ ਹੋਵੇ, ਜਾਂ ਪ੍ਰੋਪਰਲੀ ਖੜੇ ਹੋ ਕੇ ਤੁਸੀਂ ਕਰਿਓ, ਕਿਉਂਕਿ ਸੇਫਟੀ ਜ਼ਿਆਦਾ ਜ਼ਰੂਰੀ ਹੈ। ਜੇ ਹੱਡੀਆਂ ਕਮਜ਼ੋਰ ਹੈ ਤੁਸੀਂ ਗਿਰ ਸਕਦੇ ਹੋ, ਸੋ ਮੇਕ ਸ਼ੋਰ ਉਹ ਸੇਫ ਹੋਣਾ ਚਾਹੀਦਾ ਹੈ। ਆਲਸੋ ਜਦੋਂ ਜੇ ਤੁਹਾਨੂੰ ਲੱਗਦਾ ਹੈ ਤੁਹਾਨੂੰ ਬਾਹਰ
ਆਊਟਡੋਰ ਜਿਹੜੀ ਹੈਗੀ ਐਕਸਰਸਾਈਜ਼ ਉਹ ਵਧੀਆ ਲੱਗਦੀ ਹੈ, ਤੁਸੀਂ ਵਾਕ ਕਰਿਆ ਕਰੋ ਰੈਗੂਲਰ, ਉਹ ਕਰ ਸਕਦੇ ਹੋ। ਜੇ ਤੁਹਾਨੂੰ ਬਾਹਰ ਨਹੀਂ ਜਾਣਾ ਵਧੀਆ ਲੱਗਦਾ, ਇਨਡੋਰ ਐਕਸਰਸਾਈਜ਼ ਕਰ ਸਕਦੇ ਹੋ, ਮੈਟ ਵਿਛਾ ਕੇ ਜਾਂ ਬੈੱਡ ਤੇ ਵੀ ਕਰ ਸਕਦੇ ਹੋ, ਜਾਂ ਅੱਜ ਕੱਲ ਜਿਹੜੇ ਹੈਗੇ ਉਹ ਬੈੱਡ ਵੀ ਮਿਲ ਜਾਂਦੇ ਹੈ, ਉਹਦੇ ਉੱਤੇ ਵੀ ਤੁਸੀਂ ਕਰਕੇ ਕਰ ਸਕਦੇ ਹੋ ਜੇ ਥੱਲੇ ਬਹਿਣ ਵਿੱਚ ਪ੍ਰੋਬਲਮ ਹੈਗੀ। ਮੇਕ ਸ਼ੋਰ ਜਦੋਂ ਵੀ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਪਹਿਲਾਂ ਜਿਹੜੀ ਵੀ ਚੀਜ਼ਾਂ ਦੱਸੀ ਹੈ ਤੁਹਾਨੂੰ ਉਹ ਫੋਲੋ ਕਰੋ, ਕਿ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈ, ਤੁਹਾਡਾ ਪੇਨ ਠੀਕ ਹੈਗਾ, ਕੰਟਰੋਲ ਹੈਗਾ ਸਾਰਾ ਕੁਝ। ਐਂਡ ਦੈਨ ਪਲੀਜ਼ ਆਪਣੀ ਬੋਡੀ ਨੂੰ ਲਿਸਨ ਕਰਕੇ ਫਿਰ ਐਕਸਰਸਾਈਜ਼ ਕਰਿਓ। ਜੇ ਤੁਹਾਨੂੰ ਲੱਗਦਾ ਹੈ ਤੁਸੀਂ ਅੱਜ ਕਰ ਨਹੀਂ ਸਕਦੇ, ਥੋੜਾ ਸਕਿਪ ਕਰ ਸਕਦੇ ਹੋ, ਨੈਕਸਟ ਡੇ ਕਰਿਓ, ਬਟ ਮੇਕ ਸ਼ੋਰ ਇਟ ਹੈਜ਼ ਟੂ ਬੀ ਰੈਗੂਲਰ ਕਰਨੀ ਚਾਹੀਦੀ ਹੈ। ਨੈਕਸਟ, ਹੁਣ ਜਿਹੜੀ ਐਕਸਰਸਾਈਜ਼ ਹੈਗੀ ਆਰਥਰਾਈਟਿਸ ਵਾਸਤੇ, ਉਹ ਮੈਂ ਡਿਵਾਈਡ ਕੀਤੀ ਹੈ 3 ਸਟੇजेस ਵਿੱਚ, ਇਨੀਸ਼ੀਅਲ, ਇੰਟਰਮੀਡੀਏਟ ਤੇ ਐਡਵਾਂਸ ਸਟੇਜ। ਜਿਹੜੀ ਇਨੀਸ਼ੀਅਲ ਮੀਨਸ ਜਦੋਂ ਪਤਾ ਲੱਗਦਾ ਹੈ ਕਿ ਆਰਥਰਾਈਟਿਸ ਹੁਣ ਗਠੀਆ ਸਟਾਰਟ ਹੋਇਆ ਹੈ, ਉਸ ਟਾਈਮ ਤੇ ਤੁਹਾਡਾ ਜਿਹੜਾ ਰੋਲ ਹੈਗਾ ਇੱਕ ਤੋਂ ਦਰਦ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਸੋ ਜਿਹੜੀ ਰੇਂਜ ਆਫ ਮੋਸ਼ਨ ਐਕਸਰਸਾਈਜ਼ ਹੈ, ਜਦੋਂ ਤੁਸੀਂ ਮੂਵ ਕਰਦੇ ਹੋ ਜੁਆਇੰਟ ਨੂੰ, ਜਿਹੜੇ ਗੁੜ ਹੈਗੇ ਉਹਨਾਂ ਨੂੰ ਜਦੋਂ ਮੂਵ ਕਰਦੇ ਹੋ, ਉਹ ਵਾਲੀ ਐਕਸਰਸਾਈਜ਼ ਹੈਗੀ। ਮੈਂ ਅੱਗੇ ਮੂਰੇ ਮੇਰੀ ਵੀਡੀਓਜ਼ ਹੈਗੀ ਉਹਦੇ ਵਿੱਚ ਦੱਸਦੀ ਹਾਂ ਕਿੱਦਾਂ ਰੇਂਜ ਆਫ ਮੋਸ਼ਨ ਐਕਸਰਸਾਈਜ਼ ਕਿਹਨੂੰ ਕਹਿੰਦੇ ਹੈ। ਤੇ ਵਾਕਿੰਗ ਬਹੁਤ ਵਧੀਆ ਹੈਗੀ, ਬਟ ਬ੍ਰਿਸਕ ਵਾਕਿੰਗ ਦੇਖ ਕੇ ਕਰਿਓ ਇਨੀਸ਼ੀਅਲੀ, ਬਟ ਰੈਗੂਲਰ ਵਾਕ ਪਲੇਨ ਸਰਫੇਸ ਤੇ ਕਰ ਸਕਦੇ ਹੋ। ਅਪ ਹੀਲ ਡਾਊਨ ਜਿਹੜਾ ਉੱਪਰ ਜਿਹੜਾ ਚੜਾਈ ਤੇ ਨਾ ਕਰਿਓ, ਉਹ ਠੀਕ ਨਹੀਂ ਰਹਿੰਦਾ, ਉਹਦੇ ਕਰਕੇ ਕਈ ਵਾਰੀ ਜਿਹੜਾ ਜੋ ਨੀ ਹੈਗਾ ਉਹਦੇ ਉੱਤੇ ਦਰਦ ਹੋ ਸਕਦਾ ਹੈ। ਤੇ ਪਾਰਸ਼ਲ ਵੇਟ ਬੇਅਰਿੰਗ ਮਤਲਬ ਹੈਗਾ ਜਿਹੜਾ ਆਪਣਾ ਬੋਡੀ weight ਹੈਗਾ ਉਹਦਾ 30 ਤੋਂ 50% ਬੋਡੀ weight ਵਾਲੀ एक्सरसाइज कर सकते हो, 100% वाली नहीं कर सकते। जैसे खड़े होके नहीं करनी ज्यादा एक्सरसाइज, राइट, बहुत ज्यादा वजन उठा के नहीं करना, ओ वाला हो जाना है फुल वेट बेयरिंग वाली। सो हल्की फुल्की तुसी कर सकते हो, वेट बन के बैठ के कर सकते हो। ਤੇ ਅਗੇਨ ਸਵਿਮਿੰਗ ਜਿਹੜੀ ਹੈਗੀ ਉਹ ਵਧੀਆ ਹੁੰਦੀ ਹੈ। ਤੇ ਵਾਟਰ ਵਿੱਚ ਕਈ ਐਕਸਰਸਾਈਜ਼ ਪ੍ਰੋਗਰਾਮ ਹੁੰਦੇ ਉਹ ਸੀਨੀਅਰ ਵਾਸਤੇ ਚੱਲਦੇ ਹੈ, ਬਟ ਹੁਣ ਕੋਵਿਡ ਕਰਕੇ ਉਹ ਹਾਲੇ ਚੱਲਦੇ ਨਹੀਂ, ਬਟ ਜਦੋਂ ਵੀ ਓਪਨ ਹੋ ਗਿਆ ਉਹ ਵੀ ਬਹੁਤ ਵਧੀਆ ਐਕਸਰਸਾਈਜ਼ ਹੁੰਦੀ ਹੈ। ਤੇ ਉਹ ਤੋਂ ਬਾਅਦ ਹੁੰਦਾ ਇਲਾਸਟਿਕ ਬੈਂਡ ਤੇ ਵੇਟ ਨਾਲ ਐਕਸਰਸਾਈਜ਼ ਹੁੰਦੀ ਹੈ। ਸੈਕੰਡ ਜਿਹੜਾ ਹੈਗਾ ਉਹ ਹੈਗਾ ਇੰਟਰਮੀਡੀਏਟ ਸਟੇਜ। ਇਹਦੇ ਵਿੱਚ ਜਿਹੜੀ ਹੈਗੀ ਹੁਣ ਲੋ ਇੰਪੈਕਟ ਐਰੋਬਿਕ ਐਕਸਰਸਾਈਜ਼ ਹੈ, ਖੜੀ ਬਾਈਕ। ਜਦੋਂ ਤੁਸੀਂ ਖੜੀ ਬਾਈਕ ਕਰਦੇ ਹੋ, ਜਿਹੜਾ ਸਪੈਸ਼ਲੀ ਜਿਹੜਾ ਗੋਡਾ ਹੈਗਾ, ਹਿਪ ਹੈ, ਉਹਦੇ ਉੱਤੇ weight ਨਹੀਂ ਆਉਂਦਾ, ਸੋ ਤੁਹਾਡਾ ਪੇਨ ਜਿਹੜਾ ਹੈਗਾ ਉਹ बढ़ेगा ਨਹੀਂ, ਤੇ ਰੇਂਜ ਆਫ ਮੋਸ਼ਨ ਜਿਹੜਾ ਤੁਹਾਡਾ ਜਿਹੜਾ ਜੁਆਇੰਟ ਕਿੰਨਾ ਮੂਵ ਹੁੰਦਾ ਹੈ ਉਹ ਉਹਨੂੰ ਮੇਨਟੇਨ ਕਰਦਾ ਹੈ। ਅਗੇਨ ਰੇਂਜ ਆਫ ਮੋਸ਼ਨ ਐਕਸਰਸਾਈਜ਼ ਇੱਧਰ ਵੀ ਕਰ ਸਕਦੇ ਹੋ ਤੁਸੀਂ। ਹੁਣ ਜਿਹੜੀ ਹੈਗੀ ਹੁਣ ਨਾਨ weight bearing, जैसे ਪੈ ਕੇ ਜਿਹੜੀ ਐਕਸਰਸਾਈਜ਼ ਹੈ ਉਹਨਾਂ ਦਾ ਜ਼ਿਆਦਾ ਰੋਲ ਆ ਜਾਣਾ ਹੈ। ਤੇ ਵਾਕ ਤੁਸੀਂ ਹਾਲੇ ਵੀ ਕਰ ਸਕਦੇ ਹੋ, ਬਟ ਜੇ ਪੇਨ ਹੁੰਦਾ ਹੈ ਦੈਨ ਅਗੇਨ ਤੁਹਾਨੂੰ ਕੰਸਲਟ ਕਰਨਾ ਪੈਣਾ ਹੈ। ਇਲਾਸਟਿਕ ਬੈਂਡ ਵੇਟ ਵਾਲੀ ਐਕਸਰਸਾਈਜ਼ ਮੈਂ ਮੂਰੇ ਤੁਹਾਨੂੰ ਦੱਸਦੀ ਹਾਂ ਕਿੱਦਾਂ ਤੁਸੀਂ ਕਰ ਸਕਦੇ ਹੋ। ਸਵਿਮਿੰਗ ਦਾ ਸਾਰੇ ਜਿਹੜੇ ਸਟੇजेस ਹੈਗੇ ਆਰਥਰਾਈਟਿਸ ਉਹਦੇ ਵਿੱਚ ਕਾਫੀ ਰੋਲ ਹੈਗਾ, ਬਟ ਜਸਟ ਸੇਫਟੀ ਹੋਣੀ ਚਾਹੀਦੀ ਕਿ ਤੁਸੀਂ ਆਰਾਮ ਨਾਲ ਪੁਲ ਦੇ ਅੰਦਰ ਜਾ ਸਕਦੇ ਹੋ ਤੇ ਬਾਹਰ ਆ ਸਕਦੇ ਹੋ। ਨੈਕਸਟ ਸਲਾਈਡ ਪਲੀਜ਼। ਐਡਵਾਂਸ ਸਟੇਜ ਮੋਸਟਲੀ ਜਿੱਦਾਂ ਡਾਕਟਰ ਢਿੰਸਾ ਨੇ ਦੱਸਿਆ ਹੈਗਾ, ਇਸ ਟਾਈਮ ਤੇ ਮੋਸਟਲੀ ਸਰਜਰੀ ਦਾ ਰੋਲ ਆ ਜਾਂਦਾ ਹੈ ਕਿ ਸਰਜਰੀ ਹੋਣੀ ਚਾਹੀਦੀ, ਕਿਉਂਕਿ ਪੇਨ ਬਹੁਤ ਜ਼ਿਆਦਾ ਹੁੰਦਾ ਹੈ, ਤੁਸੀਂ ਮੂਵ ਨਹੀਂ ਕਰ ਸਕਦੇ। ਈਵਨ ਜਦੋਂ ਤੁਸੀਂ ਬੈਠੇ ਹੋਏ ਹੋ, ਰੈਸਟ ਕਰਦੇ ਹੋ, ਉਸ ਟਾਈਮ ਤੇ ਵੀ ਪੇਨ ਹੁੰਦਾ ਹੈ। ਤਾਂ ਹੀ ਨਾਨ ਇੰਪੈਕਟ ਜਿਹੜੀ ਐਰੋਬਿਕ ਐਕਸਰਸਾਈਜ਼ ਹੈ, ਜਿੱਥੇ ਤੁਹਾਨੂੰ ਜੁਆਇੰਟ ਤੇ ਲੋਡ ਨਹੀਂ ਆਉਣਾ ਚਾਹੀਦਾ, ਉਹ ਬਹੁਤ ਜ਼ਰੂਰੀ ਹੈ। ਸੋ ਮੋਸਟਲੀ ਜਿਹੜੀ ਹੈਗੀ ਮੈਟ ਐਕਸਰਸਾਈਜ਼, ਜਿਹੜੀ ਬੈੱਡ ਤੇ ਐਕਸਰਸਾਈਜ਼ ਹੈ, ਉਹਦਾ ਹੀ ਰੋਲ ਹੁੰਦਾ ਹੈ। ਕਰਨੀ ਐਕਸਰਸਾਈਜ਼ ਥੋੜੀ ਜ਼ਰੂਰੀ ਹੈ ਤਾਂ ਕਿ ਜੇ ਤੁਸੀਂ ਸਰਜਰੀ ਵਾਸਤੇ ਜਾ ਰਹੇ ਹੋ ਤਾਂ ਵੀ ਤੁਹਾਡੇ ਮਸਲਸ ਜਿਹੜੇ ਹੈਗੇ ਉਹ ਸਟਰੋਂਗ ਰਵੇ, ਤੇ ਤੁਹਾਡਾ ਗੋਡਾ ਜਿੰਨਾ ਬੈਂਡ ਹੋ ਰਿਹਾ ਹੈ ਜਾਂ ਹਿਪ ਜਿੰਨਾ ਬੈਂਡ ਹੋ ਰਿਹਾ ਹੈ, ਸ਼ੋਲਡਰ ਜਿੰਨਾ ਬੈਂਡ ਹੋ ਰਿਹਾ ਹੈ, ਉਹ ਬੈਂਡ ਹੁੰਦਾ ਰਵੇ। ਹੁਣ ਨੈਕਸਟ ਸਲਾਈਡ ਪਲੀਜ਼। ਸੋ ਜਿਹੜਾ ਕੁਐਸਚਨ ਹੈਗਾ, ਸ਼ੁਡ ਆਈ ਟਾਕ ਟੂ ਮਾਈ ਫੈਮਿਲੀ ਡਾਕਟਰ ਔਰ ਫਿਜ਼ੀਓਥੈਰੇਪਿਸਟ ਬਿਫੋਰ ਸਟਾਰਟਿੰਗ ਮਾਈ ਐਕਸਰਸਾਈਜ਼ ਪ੍ਰੋਗਰਾਮ। क्या मैं ਫੈਮਿਲੀ ਡਾਕਟਰ ਜਾਂ ਫਿਜ਼ੀਓਥੈਰੇਪਿਸਟ ਨੂੰ ਮੈਨੂੰ ਕੰਸਲਟ ਕਰਨਾ ਚਾਹੀਦਾ ਹੈ ਪਹਿਲਾਂ ਐਕਸਰਸਾਈਜ਼ ਪ੍ਰੋਗਰਾਮ ਸਟਾਰਟ ਕਰਨਾ, ਜਦੋਂ ਵੀ ਮੈਂ ਸਟਾਰਟ ਕਰਦਾ ਹਾਂ? ਇਹ ਸਹੀ ਹੈਗਾ ਕਿ ਗਲਤ? ਓਕੇ, that's very good. Next slide, please. Please play the video. ਸੋ ਜਿਹੜੀ ਪਹਿਲੀ ਸਲਾਈਡ ਹੈਗੀ
Can you play the video, please? ਜਿਹੜੇ ਗੋਡਾ ਇਹ ਜਿਹੜੀ ਹੈਗੀ ਐਕਸਰਸਾਈਜ਼ ਦੱਸਦੇ ਹੈ ਗੋਡੇ ਵਾਲੀ, ਉਹਦੇ ਵਿੱਚ ਜਿਹੜਾ ਹੈਗਾ ਹੀਲ ਨੂੰ ਸਲਾਈਡ ਕਰਦੇ ਕਰਦੇ ਬੈਂਡ ਕਰਨੀ ਹੈ ਤੇ ਸਟ੍ਰੇਟ ਕਰਨਾ ਹੈ। ਇਹ ਜਿਹੜੀ ਇਹਨੂੰ ਕਹਿੰਦੇ ਰੇਂਜ ਆਫ ਮੋਸ਼ਨ। ਇਨ ਸ਼ਾਰਟ ਜਿਹੜਾ ਗੋਡੇ ਦੀ ਜਿੰਨਾ ਮੁੜਦਾ ਹੈ ਤੇ ਸਟ੍ਰੇਟ ਹੁੰਦਾ ਹੈ ਉਹ ਮੇਨਟੇਨ ਕਰਨਾ ਹੈ। ਤੇ ਜਦੋਂ ਤੁਸੀਂ ਗੋਡਾ ਬੈਂਡ ਕਰਦੇ ਹੋ, ਅੱਡੀ ਨੂੰ ਥੱਲੇ ਦੱਬ, ਡਿਫਰੈਂਟ ਐਂਗਲ ਤੇ ਅੱਡੀ ਨੂੰ ਥੱਲੇ ਦੱਬ ਸਕਦੇ ਹੋ, ਉਹਨੂੰ ਕਹਿੰਦੇ ਆਈਸੋਮੈਟ੍ਰਿਕ ਐਕਸਰਸਾਈਜ਼। ਉਹ ਜਿਹੜੀ ਹੈਗੀ ਜਿਹੜਾ ਤੁਹਾਡੇ ਮਸਲ ਹੈਗੇ ਉਹਨੂੰ ਮੇਨਟੇਨ ਕਰਦੀ ਹੈ, ਸਟਰੈਂਥ ਨੂੰ ਮੇਨਟੇਨ ਕਰਦੀ ਹੈ ਜਿਹੜੀ। ਸੋ ਉਹਦੇ ਕਰਕੇ ਤੁਹਾਡਾ ਜੁਆਇੰਟ ਦਾ ਪ੍ਰੋਟੈਕਸ਼ਨ ਵੀ ਰਹਿੰਦਾ ਹੈ। ਸਪੈਸ਼ਲੀ ਜਿਹੜੀ ਲੇਟ ਸਟੇਜਸ ਹੈ ਉਹਦੇ ਵਿੱਚ ਤਾਂ ਬਹੁਤ ਜ਼ਿਆਦਾ ਰੋਲ ਹੈ। ਜਦੋਂ ਤੁਸੀਂ ਇਹ ਕਰਦੇ ਰਹਿੰਦੇ ਹੋ, ਇਹਦੇ ਨਾਲ ਜਿਹੜਾ ਹੈਗਾ ਫਲੂਇਡ ਜਿਹੜਾ ਹੈਗਾ, ਜਿਹੜੀ ਸਵੈਲਿੰਗ ਹੈਗੀ ਉਹਨੂੰ ਵੀ ਹੈਲਪ ਕਰਦੀ ਹੈ। ਤੇ ਜਿਹੜੀ ਹੈਗੀ ਔਰ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ, ਮੁੱਦੇ ਪੈ ਕੇ ਕਰ ਸਕਦੇ ਹੋ, ਉਹਨੂੰ ਹੀਲ ਨੂੰ ਬੈਂਡ ਕਰਿਓ। ਸੋ ਉਹਦੇ ਕਰਕੇ ਜਿਹੜੀ ਹੈਗੀ ਉਹ ਪਿੱਛੇ ਵਾਲੀ ਜਿਹੜੀ ਥਾਏ ਦੀ ਹੁੰਦੀ ਹੈ ਉਹ ਦਿਖਦੀ ਹੈ। ਤੇ ਉਹ ਤੋਂ ਬਾਅਦ ਜਿਹੜੀ ਹੈਗੀ ਤੁਸੀਂ ਸਟ੍ਰੇਟ ਲੈਗ ਜਿਹੜੀ ਹੈਗੀ ਪੂਰਾ ਪੈਰ ਉੱਪਰ ਉਠਾ ਕੇ ਕਰ ਸਕਦੇ ਹੋ। ਉਹਦੇ ਨਾਲ ਜਿਹੜੀ ਮਾਸਪੇਸ਼ੀ ਹੈ ਗੋਡੇ ਦੇ ਉੱਤੇ ਵਾਲੀ ਮਾਸਪੇਸ਼ੀ ਹੈ ਉਹਨੂੰ ਸਟਰੋਂਗ ਕਰ ਸਕਦੇ ਆ। Sorry, I can't see the video. And then ਉਹ ਤੋਂ ਬਾਅਦ ਜਿਹੜੀ ਹੈਗੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਬੈਠ ਕੇ, ਤੇ weight ਹੁੰਦੇ ਹੈ ਉਹਨੂੰ ਕਹਿੰਦੇ weight cuff, ਉਹ ਤੁਸੀਂ ਬਾਏ ਕਰ ਸਕਦੇ ਹੋ। ਤੇ ਉਹ ਐਂਕਲ ਤੇ ਬੰਦ ਕੇ ਉਹਨੂੰ ਪੈਰ ਨੂੰ ਸਿੱਧਾ ਕਰ ਸਕਦੇ ਹੋ। ਏਦਾਂ ਤੁਸੀਂ ਜਿਹੜਾ weight ਹੈਗਾ ਉਹ ਕਿਤੇ ਵੀ ਬੰਨ ਸਕਦੇ ਹੋ, ਹੱਥ ਤੇ ਵੀ ਬੰਨ ਸਕਦੇ ਹੋ, ਸ਼ੋਲਡਰ ਦੀ ਐਕਸਰਸਾਈਜ਼ ਕਰ ਸਕਦੇ ਹੋ, ਤੁਹਾਡੇ ਜਿਹੜਾ ਐਲਬੋ ਹੈ ਉਹਦੇ ਉੱਤੇ ਵੀ ਕਰ ਸਕਦੇ ਹੋ। weight ਜਿਹੜੇ ਹੈਗੇ ਉਹ ਡੰਬਲ ਕਹਿੰਦੇ, ਉਹਨੂੰ ਫੜ ਕੇ ਵੀ ਤੁਸੀਂ ਕਰ ਸਕਦੇ ਹੋ। ਤੇ ਜਦੋਂ ਤੁਸੀਂ ਬਾਹਰ ਜਿਹੜਾ weight cuff ਹੈ ਉਹਨੂੰ ਜੇ ਐਂਕਲ ਤੇ ਜਿਹੜੇ ਗੁੱਟ ਤੇ ਬੰਦ ਕੇ ਤੇ 5-10 ਮਿੰਟ ਬੈਠੋ, ਉਹਦੇ ਕਰਕੇ ਨਾ ਜਿਹੜਾ ਨੀ ਹੈਗਾ ਉਹਦੇ ਵਿੱਚ ਥੋੜਾ ਜਿਹਾ ਗੈਪ ਆਉਂਦਾ ਹੈ, ਡੀਕੰਪਰੈਸ਼ਨ ਉਹਨੂੰ ਕਹਿੰਦੇ, ਉਹ ਵੀ ਰਿਲੀਫ ਕਰਦਾ ਹੈ ਜੁਆਇੰਟ ਦੇ ਉੱਤੇ ਪ੍ਰੈਸ਼ਰ ਨੂੰ। ਇਹ ਸਾਰੀ ਜਿਹੜੀ ਐਕਸਰਸਾਈਜ਼ ਸੀਗੀ ਉਹ ਇਦਾਂ ਦੀ ਤੁਸੀਂ ਕਰ ਸਕਦੇ ਹੋ, ਬਟ ਇਹ ਜਿਹੜਾ ਜਸਟ ਐਗਜ਼ਾਮਪਲ ਹੈਗਾ। ਕੋਈ ਵੀ ਫਿਜ਼ੀਓਥੈਰੇਪਿਸਟ ਨਾਲ ਕੰਸਲਟ ਕਰਕੇ ਪ੍ਰੋਪਰ ਐਕਸਰਸਾਈਜ਼ ਪ੍ਰੋਗਰਾਮ ਤੁਹਾਡਾ ਬਣ ਸਕਦਾ ਹੈ ਤੇ ਉਹ ਹੈਲਪ ਕਰੂਗਾ। ਥੈਂਕ ਯੂ। ਥੈਂਕ ਯੂ ਸੋ ਮਚ। ਅਸੀਂ ਇਸ ਤਰ੍ਹਾਂ ਕਰਾਂਗੇ, ਜਿਹੜੇ ਤੁਹਾਡੇ ਵੀਡੀਓਜ਼ ਨੇ ਇਹ ਸਾਰੇ ਆਨਲਾਈਨ ਪਬਲਿਸ਼ ਕਰ ਦਾਂਗੇ ਤਾਂ ਕਿ ਜਿਹੜੇ ਸਾਡੇ ਆਡੀਅנס ਉਹ ਵੇਖ ਸਕਣ, ਕਿਉਂਕਿ ਟਾਈਮ ਦੀ ਸ਼ਾਰਟੇਜ ਕਰਕੇ ਅੱਜ ਮੈਨੂੰ ਜਾਪਦਾ ਵੀ ਆਪਣੇ ਸਵਾਲ ਜਵਾਬਾਂ ਵਾਸਤੇ ਟਾਈਮ ਬਹੁਤ ਘੱਟ ਹੋਣਾ। ਪਰ ਜਿੰਨਾ ਵੀ ਸਵਾਲ ਸਾਨੂੰ ਭੇਜਣੇ ਨੇ, ਆਪਣੇ ਸਵਾਲ ਭੇਜੀ ਜਾਓ ਤੇ ਅਸੀਂ ਬਾਅਦ ਦੇ ਵਿੱਚ ਵੀ ਉਹਦਾ ਤੁਹਾਨੂੰ ਆਨਸਰ ਕਰਾਂਗੇ। ਸਾਡੇ ਨੈਕਸਟ ਸਪੀਕਰ ਨੇ ਪ੍ਰੀਤੀ ਸੂਰੀ, ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ। ਇਹ ਵੀ ਸ਼ੁਰੂ ਤੋਂ ਆਈਕਨ ਦੇ ਬੜੇ ਇੰਪੋਰਟੈਂਟ ਪਾਰਟ ਰੋਲ ਪਲੇ ਕਰਦੇ ਪਏ ਨੇ। ਸ਼ੁਰੂ ਤੋਂ ਹੀ ਹਰ ਪ੍ਰੋਗਰਾਮ 'ਚ ਇਹਨਾਂ ਨੇ ਆ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਫੂਡ ਦਾ ਤੇ ਆਪਣੀ ਜਿਹੜੀ ਡਾਈਟ ਦਾ ਤੇ ਆਰਥਰਾਈਟਿਸ ਦਾ, ਆਸਟੀਓਪਰੋਸਿਸ ਦਾ ਬਹੁਤ ਵੱਡਾ ਕਨੈਕਸ਼ਨ ਹੈ। ਇਹ ਤੁਹਾਨੂੰ ਐਕਸਪਲੇਨ ਕਰਨਗੇ, ਕਿਉਂਕਿ ਕਿਸੇ ਵੀ ਸਿਹਤ ਨੂੰ, ਕਿਸੇ ਵੀ ਬਿਮਾਰੀ ਨੂੰ ਕੰਟਰੋਲ ਕਰਨਾ ਜਾਂ ਉਹਦੇ ਤੋਂ ਛੁਟਕਾਰਾ ਪਾਉਣਾ, ਉਹਦੇ ਵਾਸਤੇ ਸਾਰੇ ਹੀ ਜਿਹੜੇ ਹੈਲਥ ਪ੍ਰੋਫੈਸ਼ਨਲਸ ਦੀ ਜ਼ਰੂਰਤ ਹੈ। ਸੋ ਪ੍ਰੀਤੀ ਸੂਰੀ ਹੁਣੀ ਤੁਹਾਨੂੰ ਹੁਣ ਇਹਦੇ ਬਾਰੇ ਐਕਸਪਲੇਨ ਕਰਨਗੇ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਦੁਬਾਰਾ ਗੱਲ ਕਰਾਂਗੇ। ਆਪਣੇ ਸਵਾਲ ਨਾਲ ਨੋਟ ਕਰੀ ਜਾਓ ਤੇ ਫਿਰ ਚਲੋ ਪ੍ਰੀਤੀ ਤੁਹਾਡੀ ਵਾਰੀ। ਥੈਂਕ ਯੂ। ਥੈਂਕ ਯੂ ਡਾਕਟਰ ਚੀਮਾ। ਸਾਰੇ ਸਰੋਤਿਆਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਤੇ ਜਿਵੇਂ ਡਾਕਟਰ ਚੀਮਾ ਨੇ ਕਿਹਾ, ਮੇਰਾ ਨਾਮ ਪ੍ਰੀਤੀ ਸੂਰੀ ਹੈ ਤੇ ਮੈਂ ਇੱਕ ਡਾਇਟੀਸ਼ੀਅਨ ਹਾਂ ਤੇ ਮੈਂ ਅੱਜ ਥੋੜੇ ਖਾਣੇ ਬਾਰੇ ਗੱਲ ਕਰਨੀ ਹੈ, ਕਿਉਂਕਿ ਦਵਾਈ ਦੀ ਪ੍ਰਸਕ੍ਰਿਪਸ਼ਨ ਤੁਹਾਨੂੰ ਡਾਕਟਰ ਤੋਂ ਮਿਲ ਜਾਂਦੀ ਹੈ। ਐਕਸਰਸਾਈਜ਼ ਸਾਡੇ ਗੁਰਦੀਪ ਨੇ ਸੋਹਣੀ ਐਕਸਪਲੇਨ ਕੀਤੀ ਅੱਜ, ਬਟ ਖਾਣੇ ਬਾਰੇ ਕੀ ਖਾਣਾ ਚਾਹੀਦਾ ਹੈ ਨਹੀਂ, ਇਹ ਰੋਜ਼ ਦਾ ਜਿਹੜਾ ਡਿਸੀਜਨ ਸਾਨੂੰ ਬਣਾਉਣਾ ਪੈਂਦਾ ਹੈ, ਉਹਦੇ ਬਾਰੇ ਥੋੜੇ ਟਿਪਸ ਤੇ ਆਈਡੀਆਜ਼ ਮੈਂ ਅੱਜ ਥੋੜੇ ਸ਼ੇਅਰ ਕਰਾਂਗੀ। ਨੈਕਸਟ ਸਲਾਈਡ ਪਲੀਜ਼। ਸਭ ਤੋਂ ਵੱਡਾ ਕੁਐਸਚਨ ਜਿਹੜੇ ਸਾਰੇ ਦਿਮਾਗ 'ਚ ਲੈ ਕੇ ਚੱਲਦੇ ਪਏ ਨੇ ਕਿ ਇਹੋ ਜਿਹੀ ਕੋਈ ਸਪੈਸ਼ਲ ਡਾਇਟ ਹੈ ਜਿਹੜੀ ਆਰਥਰਾਈਟਿਸ ਦੇ ਲਈ ਹੈਗੀ ਹੈ, ਕੋਈ ਇਹੋ ਜਿਹਾ ਜਾਦੂਈ ਕੋਈ ਡਾਇਟ ਹੋਏ ਜਿਹਦੇ ਨਾਲ ਸਾਰੇ ਆਰਥਰਾਈਟਿਸ ਦੀ ਪ੍ਰੋਬਲਮਸ ਦੂਰ ਹੋ ਜਾਣ, ਆਰਥਰਾਈਟਿਸ ਠੀਕ ਹੋ ਜਾਏ। ਬਟ ਅਨਫੋਰਚੂਨੇਟਲੀ ਅੱਜ ਤੱਕ ਐਸੀ ਕੋਈ ਡਾਇਟ ਬਣੀ ਨਹੀਂ ਤੇ ਕੁਦਰਤ
ਨੇ ਇਹ ਜਿਹੜੀ ਬਿਮਾਰੀ ਹੈ ਇਹੋ ਜਿਹੀ ਬਣਾਈ ਹੈ ਕਿ ਸਿਰਫ ਖਾਣਾ ਖਾ ਕੇ ਤੁਸੀਂ ਇਹਨੂੰ ਜਾਂ ਦਵਾਈ ਵੀ ਲੈ ਕੇ ਤੁਸੀਂ ਫੁੱਲੀ ਇਹਨੂੰ ਫਿਕਸ ਨਹੀਂ ਕਰ ਸਕਦੇ। ਪਰ ਅਸੀਂ ਜਿਹੜੇ ਸਿੰਪਟਮਸ ਨੇ, ਜਿਹੜੇ ਦਰਦ ਹੈ ਜਾਂ ਸਵੈਲਿੰਗ ਹੈ ਜਾਂ ਇਨਫਲੇਮੇਸ਼ਨ ਹੈ, ਉਹਨੂੰ ਆਪਾਂ ਆਰਥਰਾਈਟਿਸ ਦੇ ਲਈ ਜਿਹੜੀ ਸਰਟਨ ਫੂਡਸ ਨੇ ਉਹਨਾਂ ਨੂੰ ਖਾ ਕੇ ਇਨਫਲੇਮੇਸ਼ਨ ਤੇ ਜਿਹੜਾ ਦਰਦ ਹੈ ਉਹ ਘੱਟ ਕਰ ਸਕਦੇ ਹਾਂ, ਪਰ ਆਰਥਰਾਈਟਿਸ ਨੂੰ ਕਿਉਰ ਜਾਂ ਬਿਲਕੁਲ ਬਿਮਾਰੀ ਨੂੰ ਠੀਕ ਨਹੀਂ ਕਰ ਸਕਦੇ ਕੋਈ ਵੀ ਤਰੀਕੇ ਦੀ ਡਾਇਟ ਖਾ ਕੇ। ਨੈਕਸਟ ਸਲਾਈਡ ਪਲੀਜ਼। ਇੱਥੇ ਮੈਂ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਕਈ ਤਰੀਕੇ ਦੇ ਆਰਥਰਾਈਟਿਸ ਨੇ, ਐਂਡ ਆਈ ਥਿੰਕ ਡਾਕਟਰ ਢੀਂਡਸਾ ਨੇ ਇਹਦੇ ਬਾਰੇ ਕਾਫੀ ਡਿਟੇਲ ਵਿੱਚ ਗੱਲ ਕੀਤੀ ਸੀ ਕਿ ਬਹੁਤ ਅਲੱਗ-ਅਲੱਗ ਤਰੀਕੇ ਦੇ ਨੇ ਤੇ ਅਲੱਗ-ਅਲੱਗ ਜੋੜਾਂ ਨੂੰ ਤੇ ਮਾਸਪੇਸ਼ੀਆਂ ਨੂੰ ਇਹ ਅਫੈਕਟ ਕਰਦੇ ਨੇ। ਮੈਂ ਮੋਸਟਲੀ ਰੈਫਰ ਕਰਾਂਗੀ ਆਰਥਰਾਈਟਿਸ ਨੂੰ ਤੇ ਨਾਲੇ ਮੈਂ ਗਾਊਟ ਬਾਰੇ ਜਰਾ ਜੀ ਗੱਲ ਕਰਾਂਗੀ, ਪਰ ਇਨ ਜਨਰਲ ਜਿਹੜੇ ਰੂਲਸ ਨੇ ਆਰਥਰਾਈਟਿਸ ਡਾਇਟ ਦੇ ਜਾਂ ਆਰਥਰਾਈਟਿਸ ਦੇ ਸਿੰਪਟਮਸ ਰਿਲੀਵ ਕਰਨ ਦੀ ਡਾਇਟ ਦੇ, ਉਹ ਸਾਰੇ ਤਰੀਕੇ ਦੇ ਆਰਥਰਾਈਟਿਸ ਦੇ ਲਈ ਸਿਮਿਲਰ ਹੀ ਹੈਗੇ ਨੇ। Next slide, please. So, ਕਿਹੜਾ ਖਾਣਾ ਇੰਪੋਰਟੈਂਟ ਹੈ ਜਿਹਦੇ ਨਾਲ ਸਾਡੀ ਜਿਹੜੀ ਇਨਫਲੇਮੇਸ਼ਨ ਹੈ ਜਾਂ ਜਿਹੜੀ ਸਵੈਲਿੰਗ ਹੈ ਜਾਂ ਜਿਹੜਾ ਪੇਨ ਜਿਹਦੇ ਕਰਕੇ ਹੁੰਦਾ ਹੈ ਸਾਡੀ ਬੋਡੀ ਵਿੱਚ, ਉਹ ਖਾਣਾ ਕਿਹੜਾ ਇੰਪੋਰਟੈਂਟ ਹੈ ਇਹ ਸਾਰੇ ਸਿੰਪਟਮਸ ਨੂੰ ਘਟਾਉਣ ਲਈ। ਸਭ ਤੋਂ ਪਹਿਲਾਂ ਮੈਂ ਲਿਖਿਆ ਹੈ ਵੈਜੀਟੇਬਲਸ ਤੇ ਫਰੂਟ। ਜਿੰਨੀ ਜ਼ਿਆਦਾ ਸਬਜ਼ੀਆਂ ਤੇ ਫਲ ਤੁਸੀਂ ਖਾ ਸਕਦੇ ਹੋ ਉਹ ਖਾਓ, ਬਿਕੋਜ਼ ਇਹਦੇ ਨਾਲ ਮੋਸਟ ਸਿੰਪਟਮਸ ਦੇ ਨਾਲ ਰਿਲੀਫ ਮਿਲਣਾ ਚਾਹੀਦਾ ਹੈ। ਸੈਕਿੰਡ ਹੈ ਵੈਜੀਟੇਰੀਅਨ ਪ੍ਰੋਟੀਨ ਸੋਰਸਿਸ, ਮਤਲਬ ਪ੍ਰੋਟੀਨ ਜਿਹੜਾ ਵੈਜੀਟੇਰੀਅਨ ਸੋਰਸਿਸ ਤੋਂ ਮਿਲਦਾ ਹੈ, ਮੀਟ ਤੇ ਅੰਡੇ ਨੂੰ ਛੱਡ ਕੇ ਜਿਹੜਾ ਦਾਲਾਂ ਤੋਂ ਜਾਂ ਨਟਸ ਤੋਂ ਮਿਲਦਾ ਹੈ, ਉਹ ਜਿਹੜਾ ਪ੍ਰੋਟੀਨ ਦਾ ਸੋਰਸਿਸ ਹੈ। ਤੇ ਮੈਂ ਹਰ ਪੁਆਇੰਟ ਬਾਰੇ ਹੋਰ ਅੱਗੇ ਚੱਲ ਕੇ ਗੱਲ ਕਰਾਂਗੀ। ਲੋ ਫੈਟ ਦੁੱਧ ਤੇ ਦੁੱਧ ਦੀ ਬਣੀਆਂ ਚੀਜ਼ਾਂ, ਕਿਉਂਕਿ ਫੈਟ ਦੇ ਨਾਲ ਮੋਟਾਪਾ ਵੱਧਦਾ ਹੈ, ਕੋਲੈਸਟਰੋਲ ਵੱਧਦਾ ਹੈ। ਤੇ ਆਈ ਥਿੰਕ ਡਾਕਟਰ ਢੀਂਡਸਾ ਨੇ ਵੀ ਇਹ ਬਾਰੇ ਗੱਲ ਕੀਤੀ ਸੀ ਕਿ ਵਜ਼ਨ ਆਪਣਾ ਸਹੀ ਮੈਨੇਜ ਕਰਨਾ ਜਾਂ ਸਹੀ ਲੈਵਲ ਤੇ ਰੱਖਣਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਉਹਦੇ ਨਾਲ ਵੀ ਆਰਥਰਾਈਟਿਸ ਦੀ ਬਿਮਾਰੀਆਂ ਜਾਂ ਉਹਦੇ ਸਿੰਪਟਮਸ ਵੱਧਦੇ ਨੇ। ਤਾਂ ਕਰਕੇ ਲੋ ਫੈਟ ਦੀ ਆਪਾਂ ਗੱਲ ਕਰਾਂਗੇ। ਹੋਲ ਗ੍ਰੇਨਸ। ਨਾਓ ਮੈਂ ਇੱਥੇ ਇੱਕ ਮਿੰਟ ਵਾਲੇ ਹੋਰ ਕਿਸੇ ਪ੍ਰੈਜੈਂਟੇਸ਼ਨ ਬਾਰੇ ਗੱਲ ਕਰਨਾ ਚਾਹੁੰਦੇ ਹਾਂ, ਕਿਉਂਕਿ ਪਹਿਲਾਂ ਜਦੋਂ ਅਸੀਂ ਆਈਕਨ ਕੀਤਾ ਸੀ ਤਦੋਂ ਅਸੀਂ ਹਾਰਟ ਦੀ ਬਿਮਾਰੀਆਂ ਬਾਰੇ ਤੇ ਡਾਇਬੀਟੀਜ਼ ਬਾਰੇ ਗੱਲ ਕੀਤੀ ਸੀ। ਤਦੋਂ ਮੈਂ ਹੋਲ ਗ੍ਰੇਨਸ ਜਾਂ ਪੂਰੇ ਅਨਾਜ ਕਿਹੜੇ ਹੁੰਦੇ ਨੇ ਉਹਦੇ ਬਾਰੇ ਗੱਲ ਕੀਤੀ ਸੀ, ਕਿਉਂਕਿ ਪੂਰੇ ਅਨਾਜ ਡਾਇਬੀਟੀਜ਼ ਵਿੱਚ, ਹਾਰਟ ਡਿਜ਼ੀਜ਼ ਵਿੱਚ, ਓਵਰਆਲ ਵੇਟ ਮੈਨੇਜਮੈਂਟ ਵਿੱਚ ਕਾਫੀ ਇੰਪੋਰਟੈਂਟ ਨੇ। ਤੇ ਉਹ ਸਾਰੇ ਬੈਨੀਫਿਟ ਜਿਹੜੇ ਹੋਲ ਗ੍ਰੇਨ ਸਾਨੂੰ ਦਿੰਦੇ ਨੇ, ਉਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸਾਨੂੰ ਆਰਥਰਾਈਟਿਸ ਮੈਨੇਜਮੈਂਟ ਵਿੱਚ ਹੈਲਪ ਕਰ ਸਕਦੇ ਨੇ। ਤੇ ਨਾਲ ਦੇ ਨਾਲ ਪਾਣੀ ਦੀ ਮੈਂ ਇੱਥੇ ਗੱਲ ਕੀਤੀ, ਕਿਉਂਕਿ ਹਾਈਡਰੇਸ਼ਨ ਇਜ਼ ਵੈਰੀ ਇੰਪੋਰਟੈਂਟ। ਨੈਕਸਟ ਸਲਾਈਡ ਪਲੀਜ਼। ਹੁਣ ਵੈਜੀਟੇਬਲਸ ਤੇ ਫਰੂਟ ਤੇ ਆ ਜਾਈਏ, ਜਿਹੜਾ ਮੇਰਾ ਪਹਿਲਾ ਪੁਆਇੰਟ ਸੀ। ਇੱਥੇ ਮੈਂ ਕਾਫੀ ਸਾਰੇ ਵੈਜੀਟੇਬਲਸ ਤੇ ਫਰੂਟ ਦੀ ਪਿਕਚਰਸ ਲਗਾਈ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਮੈਂ ਇੱਥੇ ਨਹੀਂ ਲਗਾਈ ਤੇ ਗੰਡੇ ਨਹੀਂ ਖਾਣੇ ਚਾਹੀਦੇ, ਜਾਂ ਜਿਵੇਂ ਛੋਲਿਆਂ ਨਹੀਂ ਇੱਥੇ ਵਿਖਾਇਆ ਤੇ ਛੋਲਿਆਂ ਨਹੀਂ ਖਾਣਾ ਚਾਹੀਦਾ। ਇਹ ਮੈਂ ਸਿਰਫ ਐਗਜ਼ਾਮਪਲ ਬਤਾਇਆ, ਪਰ ਜਿਹੜੀ ਚੀਜ਼ ਮੈਂ ਇਸ ਸਲਾਈਡ ਤੇ ਹਾਈਲਾਈਟ ਕਰਨਾ ਚਾਹੁੰਦੀ ਹਾਂ ਉਹ ਇਹ ਹੈ, ਤੁਸੀਂ ਸਬਜ਼ੀਆਂ ਤੇ ਫਲ ਫਰੈਸ਼ ਖਾਓ, ਜਾਂ ਜਿਹੜੇ ਫਰੋਜ਼ਨ ਮਿਲਦੇ ਨੇ ਉਹ ਖਾਓ, ਜਾਂ ਜਿਹੜੇ ਕੈਨ ਵਿੱਚ ਮਿਲਦੇ ਨੇ ਉਹ ਖਾਓ, ਕੋਈ ਫਰਕ ਨਹੀਂ ਪੈਂਦਾ, ਪਰ ਖਾਣੇ ਜ਼ਰੂਰੀ ਹੈ। ਦੈਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਇਹ ਜਿਹੜੇ ਸਾਰੇ ਅਲੱਗ-ਅਲੱਗ ਰੰਗ ਦੇ ਤੇ ਅਲੱਗ-ਅਲੱਗ ਟੈਕਸਚਰ ਦੇ ਜਿਹੜੇ ਫਰੂਟਸ ਤੇ ਵੈਜੀਟੇਬਲਸ ਨੇ, ਇਹਨਾਂ ਦੇ ਵਿੱਚ ਫਾਈਬਰ ਹੁੰਦਾ ਹੈ, ਵਾਈਟਾਮਿਨ ਹੁੰਦਾ ਹੈ, ਤੇ ਇਹ ਸਾਰੇ ਮਿਲ ਕੇ ਸਾਡੇ ਬੋਡੀ ਨੂੰ ਜਿਹੜੇ ਆਕਸੀਡੇਟਿਵ ਸਟ੍ਰੈਸ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ, ਜਿਹਦਾ ਮਤਲਬ ਇਹ ਹੈ ਕਿ ਨੋਰਮਲ ਰੋਜ਼ਮਰਾ ਦੀ ਜ਼ਿੰਦਗੀ ਦੇ ਕਰਕੇ ਸਾਡੇ ਸਰੀਰ ਵਿੱਚ ਕਈ ਤੱਤ ਇਹੋ ਜਿਹੇ ਬਣਦੇ ਨੇ ਜਿਹੜੇ ਸਾਡੀ ਅੰਦਰੂਨੀ ਬੋਡੀ ਨੂੰ ਹਾਰਮ ਕਰਦੇ ਨੇ। ਤੇ ਜਿਹੜਾ ਇਹ ਫਾਈਬਰ ਤੇ ਜਿਹੜੇ ਵਾਈਟਮਿਨਸ ਨੇ ਉਹ ਹਾਰਮਫੁਲ ਤੱਤਾਂ ਨੂੰ ਲੈ ਕੇ ਸਾਡੀ ਬੋਡੀ ਚੋਂ ਬਾਹਰ ਸੁੱਟਣ ਵਿੱਚ ਹੈਲਪ ਕਰਦਾ ਹੈ, ਰਾਈਟ। ਤੁਸੀਂ ਵੇਖੋਗੇ ਕਿ ਜਿਵੇਂ ਹਮੇਸ਼ਾ ਅਸੀਂ ਸਪੈਸ਼ਲੀ ਔਰਤਾਂ ਫੋਕਸ ਕਰਨਗੇ ਕਿ ਉਹ ਟਮਾਟਰ ਖਾਣ ਦੇ ਨਾਲ ਸਾਡੀ ਸਕਿਨ ਬੈਟਰ ਹੋ ਜਾਏਗੀ, ਜਾਂ ਕੇਲੇ ਦਾ ਮੈਸ਼ ਕਰਕੇ ਸਕਿਨ ਤੇ ਲਗਾਉਣ ਦੇ ਨਾਲ ਸਕਿਨ ਤੇ ਗਲੋ ਆ ਜਾਏਗਾ। ਹੋਰ ਕੁਛ ਨਹੀਂ, ਇਹ ਫਰੂਟਸ ਵੈਜੀਟੇਬਲਸ ਦੇ ਜਿਹੜੇ ਨਿਊਟ੍ਰੀਟਿਵ ਤੱਤ ਨੇ, ਜਿਹੜਾ ਪੋਸ਼ਣ ਹੈ, ਇਹ ਸਾਰੇ ਆਕਸੀਡੇਟਿਵ ਸਟ੍ਰੈਸ ਦੇ ਬਾਰੇ ਜਿਹੜੇ ਮੈਂ ਗੱਲ ਕਰਦੀ ਪਈ ਸੀ, ਉਹਨਾਂ ਨੂੰ ਕਾਊਂਟਰੈਕਟ ਕਰਦਾ ਹੈ, ਉਹਨਾਂ ਨੂੰ ਬੰਦ ਕਰਦਾ ਹੈ ਉਸ ਸਟ੍ਰੈਸ ਨੂੰ। ਤਾਂ ਕਰਕੇ ਸਾਡੀ ਸਕਿਨ ਬੈਟਰ ਲੱਗ ਜਾਂਦੀ ਹੈ ਨਾ। ਜਿਹੜਾ ਜੇ ਇਮੈਜਿਨ ਕਰੋ, ਜੇ ਇਹ ਚੀਜ਼ ਸਿਰਫ ਸਕਿਨ ਤੇ ਲਗਾਉਣ ਦੇ ਨਾਲ ਇੰਨਾ ਫਰਕ ਪੈਂਦਾ ਹੈ, ਤੇ ਇਹਨੂੰ ਖਾ ਕੇ ਸਾਡੇ ਸਰੀਰ ਨੂੰ ਜਿਹੜਾ ਸਹੀ ਪੋਸ਼ਣ ਮਿਲੇਗਾ, ਉਹਦੇ ਨਾਲ ਕਿੰਨਾ ਜ਼ਿਆਦਾ ਸਾਨੂੰ ਫਰਕ ਪੜ ਸਕਦਾ ਹੈ, ਰਾਈਟ। ਤੇ ਤਾਂ ਕਰਕੇ ਫਰੈਸ਼ ਖਾਓ, ਫਰੋਜ਼ਨ ਖਾਓ, ਤੁਸੀਂ ਕੈਨ ਵਿੱਚ ਖਾਓ, ਫਰਕ ਨਹੀਂ ਪੈਂਦਾ। ਮੈਂ ਇਹ ਕਦੇ ਵੀ ਨਹੀਂ ਕਹਾਂਗੀ ਕਿ ਤੁਹਾਨੂੰ ਕੱਚਾ ਸੈਲਡ ਹੀ ਖਾਣਾ ਪੈਣਾ ਹੈ ਕਿ ਲੈਟਸ ਖਾਓ।
ਜਿੰਨੀ ਸਬਜ਼ੀਆਂ ਜਿਹੜੀ ਵੀ ਪਸੰਦ ਨੇ ਸਾਰੀਆਂ ਖਾਓ। ਤੇ ਅਸੀਂ ਤੇ ਵੈਸੇ ਹੀ ਬੜੇ ਲੱਕੀ ਹਾਂ ਇੱਥੇ BC ਵਿੱਚ ਖੇਤਾਂ ਚੋਂ ਇਹਨਾਂ ਫਰੈਸ਼ ਸਾਨੂੰ ਪ੍ਰੋਡਿਊਸ ਮਿਲਦਾ ਹੈ। ਤੇ ਤੜਕਾ ਲਗਾ ਕੇ ਖਾਓ, ਸਟੀਮ ਕਰਕੇ ਖਾਓ, ਐਨੀ ਵੇ ਵਰਕਸ, ਬਟ ਸਬਜ਼ੀਆਂ ਤੇ ਫਲ ਖਾਣਾ ਜ਼ਰੂਰੀ ਹੈ। ਦੈਟ ਇਜ਼ ਮੋਸਟ ਇੰਪੋਰਟੈਂਟ। ਨੈਕਸਟ ਸਲਾਈਡ ਪਲੀਜ਼। ਹੁਣ ਮੈਂ ਪ੍ਰੋਟੀਨ ਬਾਰੇ ਗੱਲ ਕੀਤੀ ਸੀ, ਜਿਹੜਾ ਵੈਜੀਟੇਬਲ ਸੋਰਸਿਸ ਤੋਂ ਆਉਂਦਾ ਹੈ। ਤਾਂ ਇਹ ਕਿਹੜੇ ਹੁੰਦੇ ਨੇ? ਨਟਸ। ਹੁਣ ਮੈਂ ਇੱਥੇ ਪਿਕਚਰ ਵਿਖਾਈ ਕਿ ਸਾਰੇ ਤੁਸੀਂ ਨਟਸ ਖਾ ਸਕਦੇ ਹੋ, ਬਿਕੋਜ਼ ਸਾਰੇ ਨਟਸ ਵਿੱਚ ਕਾਫੀ ਹਾਈ ਫਾਈਬਰ ਹੁੰਦਾ ਹੈ, ਕਾਫੀ ਹਾਈ ਵਿਟਾਮਿਨ ਹੁੰਦਾ ਹੈ, ਤੇ ਬਹੁਤ ਵਧੀਆ ਪ੍ਰੋਟੀਨ ਵੀ ਪਾਇਆ ਜਾਂਦਾ ਹੈ। ਹੁਣ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਨਟਸ ਜਦੋਂ ਇਹ ਸਾਰਾ ਕੁਝ ਚੰਗੀ ਚੀਜ਼ਾਂ ਦਿੰਦੇ ਨੇ, ਨਾਲ ਦੇ ਨਾਲ ਸਾਨੂੰ ਫੈਟ ਵੀ ਦਿੰਦੇ ਨੇ। ਤੇ ਅਸੀਂ ਮੋਟਾਪੇ ਬਾਰੇ ਜਾਂ ਭਾਰ ਤੇ ਧਿਆਨ ਰੱਖਣ ਬਾਰੇ ਗੱਲ ਕੀਤੀ, ਤਾਂ ਕਰਕੇ ਨਟਸ ਦੇ ਉੱਤੇ ਥੋੜਾ ਜਿਹਾ ਧਿਆਨ ਰੱਖਣਾ ਕਿ ਬਹੁਤ ਜ਼ਿਆਦਾ ਨਾ ਖਾ ਲਈਏ ਆਪਾਂ, ਪਰ ਐਟ ਦ ਸੇਮ ਟਾਈਮ ਇਹਦੇ ਵਿੱਚ ਗੁੱਡ ਪ੍ਰੋਟੀਨ ਹੁੰਦਾ ਹੈ ਤੇ ਖਾਣਾ ਜ਼ਰੂਰੀ ਹੈ। ਲਾਸਟ ਵੀਕ ਜਦੋਂ ਆਪਾਂ ਓਸਟੀਓਪੋਰੋਸਿਸ ਬਾਰੇ ਗੱਲ ਕਰਦੇ ਪਏ ਸੀ, ਤਦੋਂ ਮੈਂ ਕਿਹਾ ਸੀ ਕਿ ਬਦਾਮ ਦੇ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ, ਤੇ ਇੱਕ ਸੋਰਸ ਹੈ। ਤੇ ਦਿਨ ਵਿੱਚ ਕਿੰਨਾ ਖਾਣਾ? ਜਦੋਂ ਮੈਂ ਇਹ ਛੋਟਾ ਮੈਂਡਰਿਨ ਔਰੰਜ ਵਿਖਾਇਆ ਸੀ, ਤੇ ਮੈਂ ਕਿਹਾ ਸੀ ਕਿ ਇੱਕ ਮੁੱਠੀ ਵਿੱਚ ਆ ਜਾਏ ਇੰਨੇ ਕੁ ਬਦਾਮ ਇੱਕ ਸਰਵਿੰਗ ਹੁੰਦੇ ਨੇ ਤੁਹਾਡੇ ਪ੍ਰੋਟੀਨ ਦੇ ਲਈ। ਐਵੇਂ ਬਦਾਮ ਇਜ਼ ਅ ਗੁੱਡ ਚੋਇਸ। ਤੁਸੀਂ ਅਖਰੋਟ ਖਾਓ, ਦੈਟ ਇਜ਼ ਅ ਗੁੱਡ ਚੋਇਸ। ਸੋ ਇਹ ਸਾਰੇ ਨਟਸ ਇਜ਼ ਅ ਗੁੱਡ ਸੋਰਸ ਆਫ ਪ੍ਰੋਟੀਨ। ਨਾਲ ਦੇ ਨਾਲ ਸਾਡੀ ਕਮਿਊਨਿਟੀ ਵਿੱਚ ਵੈਸੇ ਹੀ ਦਾਲਾਂ ਕਾਫੀ ਖਾਈ ਜਾਂਦੀਆਂ ਨੇ, ਤੇ ਇਹ ਦਾਲਾਂ ਖਾਓ, ਇਹ ਬਹੁਤ ਅੱਛਾ ਪ੍ਰੋਟੀਨ ਦਾ ਸੋਰਸ ਤੇ ਨਾਲ ਦੇ ਨਾਲ ਤੁਹਾਨੂੰ ਫਾਈਬਰ ਵੀ ਮਿਲਦਾ ਹੈ। ਤੇ ਥੋੜੀ ਸਬਜ਼ੀਆਂ ਤੇ ਦਾਲਾਂ ਮਿਲਾ ਲਓ, ਜਿਵੇਂ ਕਿਹੜੀ ਵੀ ਦਾਲ ਘਰੇ ਬਣੀ ਹੈ ਉਹਦੇ ਅੰਦਰ ਮੁੱਠੀ ਭਰ ਕੇ ਤੁਸੀਂ ਫਰੈਸ਼ ਪਾਲਕ ਪਾ ਦਿਓ, ਤਾਂ ਨੈਚੁਰਲੀ ਨਿਊਟ੍ਰੀਸ਼ਨ ਵੱਧ ਗਿਆ ਤੁਹਾਡਾ, ਰਾਈਟ। ਪਰ ਅਗੇਨ ਵੈਜੀਟੇਰੀਅਨ ਪ੍ਰੋਟੀਨ ਇਜ਼ ਵਾਟ ਇਜ਼ ਇੰਪੋਰਟੈਂਟ। ਨਾਲ ਦੇ ਨਾਲ ਤੇ ਮੈਂ ਇੱਥੇ ਐਡਮਾਮੇ ਵਿਖਾਈਏ, ਇਹਨੂੰ ਤੁਸੀਂ ਫਰੈਸ਼ ਵੀ ਖਾਓ, ਵਧੀਆ ਸਨੈਕ ਹੈ। ਤੇ ਟਾਈਮ ਵੀ ਪਾਸ ਹੋ ਜਾਂਦਾ ਜਦੋਂ ਤੁਹਾਨੂੰ ਲੱਗੇ ਕਿ ਮੈਂ ਬੋਰ ਹੁੰਦੀ ਪਈ ਹਾਂ, ਬੈਠ ਕੇ ਥੋੜੀ ਦੇਰ ਖਾਂਦੇ ਰਹੋ, ਤਾਂ ਇਟਸ ਅ ਗੁੱਡ ਪ੍ਰੋਟੀਨ ਇਨ ਜਨਰਲ। ਨਾਲ ਦੇ ਨਾਲ ਬਿਲਕੁਲ ਸਾਈਡ ਤੇ ਮੈਂ ਲੀਨ ਪ੍ਰੋਟੀਨ ਬਤਾਇਆ, ਜਿਹੜਾ ਕਿ ਫੈਟ ਵਿੱਚ ਘੱਟ ਹੁੰਦਾ ਹੈ ਪ੍ਰੋਟੀਨ, ਰਾਈਟ। ਇੱਥੇ ਮੈਂ ਫਿਸ਼ ਵਿਖਾਈ ਹੈ, ਸੈਮਨ ਸਪੈਸ਼ਲੀ, ਕਿਉਂਕਿ ਇਹਦੇ ਅੰਦਰ ਗੁੱਡ ਫੈਟ ਜਿਹੜਾ ਸਾਡੇ ਦਿਲ ਨੂੰ, ਦਿਮਾਗ ਨੂੰ ਬਹੁਤ ਚੰਗਾ ਅਸਰ ਕਰਦਾ ਹੈ, ਉਹ ਓਮੇਗਾ 3 ਫੈਟਸ ਪਾਏ ਜਾਂਦੇ ਨੇ। ਨਾਲ ਦੇ ਨਾਲ ਚਿਕਨ ਵਿਖਾਇਆ ਜਿਹਦੇ ਉੱਤੇ ਸਕਿਨ ਨਹੀਂ ਹੈ, ਤੇ ਇਹ ਫਰਾਈਡ ਚਿਕਨ ਨਹੀਂ ਵਿਖਾਇਆ ਮੈਂ ਕਿ ਆਪਾਂ ਚਿਕਨ ਦੇ ਪਕੌੜੇ ਖਾ ਲਈਏ, ਸੋਰਟ ਆਫ ਅ ਥਿੰਗ, ਬਟ ਗ੍ਰਿਲਡ ਚਿਕਨ, ਬੇਕਡ ਚਿਕਨ, ਓਵਨ ਵਿੱਚ ਬਣਾਇਆ ਹੋਇਆ ਚਿਕਨ ਜਾਂ ਤਰੀ ਵਾਲਾ ਚਿਕਨ ਇਜ਼ ਫਾਈਨ ਟੂ, ਬਟ ਦ ਆਈਡੀਆ ਇਸ ਕਿ ਤੁਸੀਂ ਸਕਿਨ ਲਾ ਕੇ ਇਹਨੂੰ ਤਲ ਕੇ ਨਾ ਖਾਓ। ਤੇ ਐਗਸ ਵੀ ਬਹੁਤ ਵਧੀਆ ਪ੍ਰੋਟੀਨ ਦੇਣੇ ਚਾਹੁੰਦੇ ਨੇ। ਨੈਕਸਟ ਸਲਾਈਡ। ਲੋ ਫੈਟ ਦੁੱਧ ਤੇ ਦੁੱਧ ਤੇ ਬਣੀਆਂ ਚੀਜ਼ਾਂ। ਹੁਣ ਮੈਨੂੰ ਪਤਾ ਹੈ ਕਾਫੀ ਲੋਕ 2% ਜਾਂ ਹੋਮੋ ਮਿਲਕ ਪਸੰਦ ਕਰਦੇ ਨੇ। ਹੋਮੋ ਮਿਲਕ ਸਪੈਸ਼ਲੀ ਸਾਡੀ ਕਮਿਊਨਿਟੀ ਵਿੱਚ ਕਾਫੀ ਲੱਗਦਾ ਹੈ, ਪਰ ਲੋ ਫੈਟ ਵਾਲੇ ਬਾਰੇ ਮੈਂ ਜ਼ਿਆਦਾ ਐਮਫਸਾਈਜ਼ ਇੱਥੇ ਕਰਾਂਗੀ, ਕਿਉਂਕਿ ਇਹਦੇ ਅੰਦਰ ਡੇਅਰੀ ਤੋਂ ਜਿਹੜਾ ਫੈਟ ਸਾਨੂੰ ਮਿਲਦਾ ਉਹ ਸਾਡੇ ਦਿਲ ਦੇ ਲਈ ਜ਼ਿਆਦਾ ਵਧੀਆ ਨਹੀਂ ਗਾ। ਸੋ ਤਾਂ ਕਰਕੇ ਲੋ ਫੈਟ ਵਾਲਾ ਜਿੰਨਾ ਤੁਸੀਂ ਡੇਅਰੀ ਖਾਓਗੇ ਉਹ ਜ਼ਿਆਦਾ ਵਧੀਆ ਹੈ। ਸੇਮ ਚੀਜ਼ ਦੇ ਬਾਰੇ ਮੈਂ ਗੱਲ ਕੀਤੀ ਜਿਹਦੇ ਅੰਦਰ ਲੋ ਫੈਟ ਹੋਵੇ। ਦਹੀਂ ਲੋ ਫੈਟ, ਘਰੇ ਬਣਾਓ ਦਹੀਂ, ਮੈਂ ਲਾਸਟ ਵੀਕ ਕਾਫੀ ਇਹਦੇ ਬਾਰੇ ਗੱਲ ਕੀਤੀ ਸੀ। ਤੇ ਇਹ ਤੁਹਾਡੇ ਗੱਟ ਦੇ ਲਈ, ਤੁਹਾਡੇ ਢਿੱਡ ਦੇ ਲਈ ਵੀ, ਬੈਕਟੀਰੀਆ ਦੇ ਲਈ ਵਧੀਆ ਹੈ। ਘਰ ਬਣਾਇਆ ਵਾ ਦਹੀਂ, ਬਾਹਰੋਂ ਖਾਣਾ ਬਾਹਰੋਂ ਖਾ, ਬਟ ਆਈ ਵੁੱਡ ਰეკਮੈਂਡ ਲੋ ਫੈਟ ਹੋਣਾ ਜ਼ਰੂਰੀ ਹੈ, ਰਾਈਟ। ਨੈਕਸਟ ਸਲਾਈਡ ਪਲੀਜ਼। ਹੁਣ ਇਹ ਸਾਰੀ ਜਿਹੜੀ ਖਾਣੇ ਬਾਰੇ ਮੈਂ ਗੱਲ ਕੀਤੀ ਹੈ ਕਿ ਸਬਜ਼ੀਆਂ ਖਾਓ, ਵੈਜੀਟੇਰੀਅਨ ਪ੍ਰੋਟੀਨ ਖਾਓ, ਜਾਂ ਲੋ ਫੈਟ ਦੁੱਧ ਤੇ ਦੁੱਧੀ ਬਣੀਆਂ ਚੀਜ਼ਾਂ ਖਾਓ, ਇਹਨੂੰ ਸਾਇੰਟੀਫਿਕ ਟਰਮਸ ਵਿੱਚ ਜਾਂ ਨਿਊਟ੍ਰੀਸ਼ਨ ਵਰਲਡ ਵਿੱਚ ਅਸੀਂ ਇਹਨੂੰ ਮੈਡੀਟੇਰੀਅਨ ਡਾਇਟ ਕਹਿੰਦੇ ਨੇ। ਹੁਣ ਮੇਰੇ ਹਿਸਾਬ ਦੇ ਨਾਲ ਇਹ ਕੋਈ ਡਾਇਟ ਨਹੀਂ ਹੈ, ਇਹ ਤੇ ਖਾਣ ਦਾ ਤਰੀਕਾ ਹੈ, ਰਾਈਟ। ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਨੂੰ ਜਾਂ ਉਹਨਾਂ ਦੀ ਵੀ ਉੱਤੇ ਦੀ ਜਨਰੇਸ਼ਨ ਬਾਰੇ ਜੇ ਤੁਸੀਂ ਸੋਚੋਗੇ, ਉਹਨਾਂ ਦੀ ਰੋਟੀ ਹੁੰਦੀ ਇਹੋ ਜਿਹੀ ਸੀਗੀ, ਰਾਈਟ, ਕਿ ਫੁਲਕਾ ਵੀ ਬਣਨਾ ਹੈ ਤੇ ਹੋਰ ਵੀ ਜਿਹੜਾ ਖੁਦ ਪੀਸਿਆ ਹੋਇਆ ਆਟਾ ਹੈ ਉਹਦੇ ਵਿੱਚ ਧੂੜਾ ਜਿਹਦੇ ਅੰਦਰ ਹੁੰਦਾ ਸੀ, ਤੇ ਉਹ ਜਿਹੜਾ ਫਾਈਬਰ ਹੈ ਉਹ ਘਟਿਆ ਨਹੀਂ ਹੁੰਦਾ ਸੀ, ਉਹ ਵਾਲਾ ਆਟੇ ਦੇ ਨਾਲ ਫੁਲਕਾ ਬਣਦਾ ਸੀ। ਜਾਂ ਮੱਕੀ ਦੀ ਰੋਟੀ ਬਣਦੀ ਸੀ, ਅਗੇਨ ਜਿਹਦੇ ਅੰਦਰ ਕਾਫੀ ਫਾਈਬਰ ਹੈ। ਫਰੈਸ਼ ਸਬਜ਼ੀਆਂ ਕਾਫੀ ਖਾਈਆਂ ਜਾਂਦੀਆਂ ਸੀ, ਦਾਲ ਖਾਈ ਜਾਂਦੀ ਸੀ। ਐਂਡ ਇਹੋ ਚੀਜ਼ਾਂ ਬਾਰੇ ਮੈਂ ਗੱਲ ਕੀਤੀ ਹੈ, ਵਿਚ ਇਜ਼ ਮੈਡੀਟੇਰੀਅਨ ਜਾਂ ਸਾਡੀ ਪੁਰਖਾਂ ਦੀ ਜਿਹੜੀ ਡਾਇਟ ਹੁੰਦੀ ਸੀ। ਸੋ ਉਹ ਡਾਇਟ ਦੇ ਬਾਰੇ ਮੈਂ ਇੱਥੇ ਹਾਈਲਾਈਟ ਕੀਤਾ ਹੈ, ਕਿਉਂਕਿ ਇਹਦੇ ਨਾਲ ਤੁਹਾਨੂੰ ਵਿਟਾਮਿਨਸ ਮਿਲਦੇ ਨੇ, ਗੁੱਡ ਫਾਈਬਰ ਮਿਲਦਾ ਹੈ, ਤੇ ਨਾਲ ਦੇ ਨਾਲ ਹੈਲਥੀ ਫੈਟਸ ਮਿਲਦੇ ਨੇ ਜਿਹੜਾ ਤੁਹਾਡੇ ਹਾਰਟ ਨੂੰ ਹਾਰਮ ਨਹੀਂ ਕਰੇਗਾ, ਤੇ ਤੁਹਾਨੂੰ ਬੋਡੀ ਵੇਟ ਮੇਨਟੇਨ ਕਰਨ ਵਿੱਚ ਹੈਲਪ ਕਰਦਾ ਹੈ, ਜਾਂ ਤੁਹਾਡੀ ਗੱਟ ਨੂੰ ਹੈਲਥੀ ਕਰਨ ਵਿੱਚ ਮਦਦ ਕਰਦਾ ਹੈ। ਕੋਲੈਸਟਰੋਲ ਤੁਹਾਡਾ ਚੈੱਕ ਕਰਦਾ ਹੈ, ਜੇ ਤੁਹਾਨੂੰ ਡਾਇਬੀਟੀਜ਼ ਹੈ ਤੁਹਾਡੀ ਸ਼ੂਗਰ ਮੇਨਟੇਨ ਕਰਨ ਵਿੱਚ ਹੈਲਪ ਕਰਦਾ ਹੈ। ਤੇ ਇਹ ਸਾਰੀ ਚੀਜ਼ਾਂ ਕਰਕੇ ਤੁਹਾਡੀ ਜਿਹੜੀ ਸੋਜਾ ਜਾਂ ਫਿਰ ਤੁਹਾਡੀ ਇਨਫਲੇਮੇਸ਼ਨ ਜਾਂ ਜਿਹੜੀ ਅੰਦਰ ਦਰਦ ਹੈ ਉਹਨੂੰ ਮੈਨੇਜ ਕਰਨ ਵਿੱਚ ਇਹ ਹੈਲਪ ਕਰਦਾ ਹੈ। Next slide, please.
ਆਲਰਾਈਟ, ਹੁਣ ਮੈਂ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਆਰਥਰਾਈਟਿਸ ਦੇ ਲਈ ਕੋਈ ਸਪੈਸ਼ਲ ਡਾਇਟ ਹੈਗੀ ਜਾਂ ਨਹੀਂ ਹੈਗੀ? ਆਨਸਰ 3 ਆਪਸ਼ਨ ਮੈਂ ਤੁਹਾਨੂੰ ਦਿੱਤੇ ਨੇ। ਇੱਕ ਹੈ ਹਾਂਜੀ ਹੈਗੀ ਸਪੈਸ਼ਲ ਆਰਥਰਾਈਟਿਸ ਡਾਇਟ, ਸੈਕੰਡ ਆਪਸ਼ਨ ਹੈ ਨਹੀਂ ਕੋਈ ਸਪੈਸ਼ਲ ਆਰਥਰਾਈਟਿਸ ਡਾਇਟ ਨਹੀਂ ਹੈਗੀ, ਐਂਡ ਥਰਡ ਆਨਸਰ ਜਿਹੜਾ ਆਪਸ਼ਨ ਇੱਥੇ ਹੈ ਇਹ ਕਿ ਆਈ ਡੋਂਟ ਨੋ, ਮੈਨੂੰ ਪਤਾ ਨਹੀਂ ਹੈਗੀ ਕਿ ਨਹੀਂ ਹੈਗੀ, ਰਾਈਟ। ਜਿਵੇਂ ਮੈਂ ਪਹਿਲਾਂ ਕਹਿੰਦੀ ਗਈ ਪਈ ਸੀ ਕਿ ਕੋਈ ਜਾਦੂਈ ਡਾਇਟ ਹੋਣੀ ਚਾਹੀਦੀ ਹੈ ਆਰਥਰਾਈਟਿਸ ਦੀ ਜਿਹੜੀ ਸਾਰੀ ਇਹ ਬਿਮਾਰੀ ਨੂੰ ਹੀ ਖਤਮ ਕਰਦੇ। ਜਿਵੇਂ ਆਪਾਂ ਡਾਇਬੀਟੀਜ਼ ਬਾਰੇ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ ਇਹ ਖਾਓ ਤੇ ਤੁਹਾਡੀ ਡਾਇਬੀਟੀਜ਼ ਕੰਟਰੋਲ ਵਿੱਚ ਆ ਜਾਏਗੀ, ਜਾਂ ਜੇ ਤੁਹਾਡੀ ਬਿਲਕੁਲ ਸ਼ੁਰੂਆਤੀ ਹੈਗੀ ਹੈ ਜਾਂ ਪ੍ਰੀ ਡਾਇਬੀਟੀਜ਼ ਸਟੇਜ ਹੈ ਤੇ ਬਿਲਕੁਲ ਤੁਸੀਂ ਆਲਮੋਸਟ ਮੈਡੀਕੇਸ਼ਨਸ ਦੇ ਇਲਾਵਾ ਵੀ ਤੁਹਾਡੀ ਡਾਇਬੀਟੀਜ਼ ਮੈਨੇਜ ਕਰ ਸਕਦੇ ਹੋ। I'm sorry, ਮੈਨੂੰ ਪੋਲ ਦੇ ਕੁਐਸਚਨ ਦੇ ਆਨਸਰ ਦਿਸਦੇ ਨਹੀਂ ਪਏ, so I'm not sure if it's done. But the answer is no, ਕੋਈ ਜਾਦੂਈ ਡਾਇਟ ਨਹੀਂ ਹੈਗੀ ਹੈ ਆਰਥਰਾਈਟਿਸ ਦੇ ਲਈ। ਮੈਂ ਗਲੂਟਨ ਫ੍ਰੀ ਡਾਇਟ ਬਾਰੇ ਥੋੜੀ ਗੱਲ ਕਰਨਾ ਚਾਹਾਂਗੀ ਕਿਉਂਕਿ ਕਾਫੀ ਲੋਕ ਜਦੋਂ ਆਰਥਰਾਈਟਿਸ ਦੇ ਨਾਲ ਦੇ ਪੇਨ ਦੇ ਕਰਕੇ ਇੰਨਾ ਥੱਕ ਜਾਂਦੇ ਨੇ, ਉਹ ਕਹਿੰਦੇ ਨੇ ਕਿ ਗਲੂਟਨ ਫ੍ਰੀ ਹੋ ਜਾਈਏ। ਇੱਕ ਕਾਫੀ ਆਲਮੋਸਟ 2-3 ਸਾਲ ਪਹਿਲਾਂ ਇੱਕ ਬੁੱਕ ਵੀ ਆਈ ਸੀ ਵੀਟ ਬੈਲੀ ਡਾਇਟ ਜਿਹਨੂੰ ਕਹਿੰਦੇ ਸੀ, ਉਹ ਕਾਫੀ ਮੀਡੀਆ ਵਿੱਚ ਮੇਨ ਸਟ੍ਰੀਮ ਆਈ ਸੀ ਕਿ ਤੁਸੀਂ ਬਿਲਕੁਲ ਕਣਕ ਜਾਂ ਗੇਹੂੰ ਦੀ ਬਣੀਆਂ ਚੀਜ਼ਾਂ ਵੀਟ ਬਿਲਕੁਲ ਆਪਣੇ ਡਾਇਟ ਤੋਂ ਹਟਾ ਦਿਓ ਜਾਂ ਗਲੂਟਨ ਬਿਲਕੁਲ ਆਪਣੀ ਡਾਇਟ ਤੋਂ ਹਟਾ ਦਿਓ ਤੇ ਭਾਰ ਵੀ ਘਟ ਜਾਏਗਾ ਤੇ ਤੁਸੀਂ ਹੈਲਥੀ ਹੋ ਜਾਓਗੇ ਤੇ ਤੁਹਾਨੂੰ ਆਰਥਰਾਈਟਿਸ ਵੀ ਠੀਕ ਹੋ ਜਾਏਗਾ। ਸੋ ਗਲੂਟਨ ਹੈ ਕੀ, ਪਹਿਲਾਂ ਆਪਾਂ ਇਹ ਸਮਝੀਏ। ਸੋ ਗਲੂਟਨ ਇੱਕ ਤਰੀਕੇ ਦਾ ਸਪੈਸ਼ਲ ਪ੍ਰੋਟੀਨ ਹੈਗਾ ਜਿਹੜਾ ਕਣਕ ਵਿੱਚ ਜਾਂ ਬਾਰਲੀ ਵਿੱਚ ਜਾਂ ਰਾਏ ਵਿੱਚ ਪਾਇਆ ਜਾਂਦਾ ਹੈ। ਐਂਡ ਜਦੋਂ ਆਪਾਂ ਸਪੈਸ਼ਲੀ ਵੀਟ ਦੀ ਬਣੀ ਜਿਹੜੀ ਬ੍ਰੈਡ ਜਾਂ ਕੁਕੀਜ਼ ਇਹ ਸਭ ਹੁੰਦੀ ਹੈ, ਉਹਦੇ ਅੰਦਰ ਜਿਹੜੀ ਸਪੌਂਜੀਨੈਸ ਜਿਹੜੀ ਜਾਲੀ ਪੈਂਦੀ ਹੈ ਜਦੋਂ ਆਪਾਂ ਬਣਾਉਂਦੇ ਹਾਂ, ਉਹ ਹੈ ਜਿਹੜੀ ਗਲੂਟਨ ਹੈਗਾ, ਗਲੂਟਨ ਪ੍ਰੋਟੀਨ ਉਹਦੇ ਕਰਕੇ ਬਣਦੀ ਹੈ, ਰਾਈਟ। ਨੈਕਸਟ ਸਲਾਈਡ ਪਲੀਜ਼। ਨਾਓ ਸਾਇੰਸ ਜਿਹੜੀ ਰਿਸਰਚ ਕੀਤੀ ਗਈ ਹੈ ਉਹ ਕਹਿੰਦੀ ਹੈ ਕਿ ਗਲੂਟਨ ਫ੍ਰੀ ਖਾਣਾ ਖਾਣ ਦੇ ਨਾਲ ਆਰਥਰਾਈਟਿਸ ਵਿੱਚ ਮਦਦ ਨੈਸੈਸਰੀਲੀ ਨਹੀਂ ਹੋ ਸਕਦੀ। ਲਾਈਕ ਜਿਵੇਂ ਆਪਾਂ ਕਹਿੰਦੇ ਮਿੱਠਾ ਖਾਣਾ ਬੰਦ ਕਰ ਦਿਓ ਤਾਂ ਡਾਇਰੈਕਟਲੀ ਤੁਹਾਡੀ ਡਾਇਬੀਟੀਜ਼ ਨੂੰ ਫਰਕ ਪਏਗਾ, ਐਵੇਂ ਗਲੂਟਨ ਫ੍ਰੀ ਦੇ ਨਾਲ ਡਾਇਰੈਕਟਲੀ ਤੁਹਾਡੀ ਆਰਥਰਾਈਟਿਸ ਦੇ ਪੇਨ ਤੇ ਉੱਤੇ ਫਰਕ ਨਹੀਂ ਪੈ ਸਕਦਾ। ਲੇਕਿਨ ਕਈ ਵਾਰੀ ਅਸੀਂ ਵੇਖਦੇ ਹਾਂ ਕਿ ਲੋਕਾਂ ਨੂੰ ਗਲੂਟਨ ਦੀ ਸੈਂਸਿਟਿਵਿਟੀ ਹੁੰਦੀ ਹੈ, ਮਤਲਬ ਕਿ ਉਹਨਾਂ ਦਾ ਪੇਟ ਗਲੂਟਨ ਨੂੰ ਸਹੀ ਤਰੀਕੇ ਦੇ ਨਾਲ ਪਚਾ ਨਹੀਂ ਸਕਦਾ। ਹੁਣ ਇਹਦੇ ਕਾਫੀ ਸਾਰੇ ਟੈਸਟਸ ਨੇ, ਤੁਸੀਂ ਆਪਣੇ ਡਾਕਟਰ ਨੂੰ ਰੂਮੇਟੋਲੋਜਿਸਟ ਨੂੰ ਜਾਂ ਫੈਮਿਲੀ ਡਾਕਟਰ ਨੂੰ ਪੁੱਛ ਸਕਦੇ ਹੋ ਐਂਡ ਉਹ ਟੈਸਟ ਲਿਖ ਕੇ ਦੇ ਸਕਦੇ ਨੇ। ਪਰ ਜੇ ਤੁਹਾਨੂੰ ਖੁਦ ਨੂੰ ਵੀ ਲੱਗਦਾ ਹੈ ਕਿ ਸਪੈਸ਼ਲੀ ਜਿਸ ਦਿਨ ਆਪਾਂ ਗੇਹੂੰ ਖਾਧਾ ਹੈ ਉਸ ਦਿਨ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਗੈਸ ਜ਼ਿਆਦਾ ਹੈ ਜਾਂ ਪੀੜ ਹੁੰਦੀ ਹੈ ਸਟਮਕ ਵਿੱਚ ਜਾਂ ਇਹੋ ਜਿਹੇ ਕੋਈ ਸਿੰਪਟਮਸ ਹੁੰਦੇ ਨੇ, ਤੁਸੀਂ ਆਪ ਵੀ ਆਪਣੇ ਗਲੂਟਨ ਦਾ ਇਨਟੇਕ ਘੱਟ ਕਰ ਸਕਦੇ ਹੋ। ਪਰ ਐਟ ਦ ਸੇਮ ਟਾਈਮ ਤੁਹਾਨੂੰ ਬਿਲਕੁਲ ਗਲੂਟਨ ਫ੍ਰੀ ਜਾਣ ਦੀ ਜ਼ਰੂਰਤ ਨਹੀਂ ਹੈ, ਪਰ ਗਲੂਟਨ ਦਾ ਇਨਟੇਕ ਇਨ ਜਨਰਲ ਘੱਟ ਕਰ ਸਕਦੇ ਹੋ। previous slide please for a minute. Yeah, perfect, thank you. So gluten ਕਿਹੜੇ ਖਾਣਿਆਂ 'ਚ ਹੈ ਸਪੈਸ਼ਲੀ ਸਾਡੀ ਕਮਿਊਨਿਟੀ ਵਿੱਚ ਜਿਹੜੇ ਯੂਜ਼ ਹੁੰਦੇ ਨੇ, ਜਿਵੇਂ ਮੈਂ ਕਿਹਾ ਫੁਲਕਾ ਹੋ ਗਿਆ, ਪਰੌਂਠੀ ਹੋ ਗਈ, ਬ੍ਰੈਡ ਹੋ ਗਈ, ਜਿਹੜੀ ਰਸ ਆਪਾਂ ਚਾਹ ਦੇ ਨਾਲ ਖਾਂਦੇ ਨੇ ਇਹ ਵੀ ਗੇਹੂੰ ਤੋਂ ਬਣੀ, ਉਹਦੇ ਅੰਦਰ ਵੀ ਹੁੰਦੀ ਹੈ। ਕੇਕ ਹੋ ਗਏ, ਆਟੇ ਦੇ ਬਿਸਕਿਟ ਹੋ ਗਏ, ਜਾਂ ਸਿਰਫ ਆਟੇ ਦੇ ਜਿਹੜੇ ਆਪਾਂ ਕਹਿੰਦੇ ਹਾਂ ਬਿਸਕਿਟ ਉਹ ਹੀ ਨਹੀਂ, ਪਰ ਮੋਸਟ ਬਿਸਕਿਟਸ ਵਿੱਚ ਆਟਾ ਪਾਇਆ ਜਾਂਦਾ ਹੈ ਜਾਂ ਮੈਦਾ ਪਾਇਆ ਜਾਂਦਾ ਜਿਹੜਾ ਅਗੇਨ ਆਟਾ ਹੀ ਇੱਕ ਤਰੀਕੇ ਦਾ। ਸਮੋਸੇ ਹੋ ਗਏ, ਰਾਈਟ, ਇਹ ਸਾਰਿਆਂ ਵਿੱਚ ਗਲੂਟਨ ਹੈ। ਤੇ ਜੇ ਤੁਸੀਂ ਘੱਟ ਖਾਣ ਦੀ ਕੋਸ਼ਿਸ਼ ਕਰਦੇ ਪਏ ਹੋ ਤੇ ਇਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖੋ। ਨੈਕਸਟ ਸਲਾਈਡ ਪਲੀਜ਼। ਜੇ ਨਹੀਂ ਖਾਣਾ ਗਲੂਟਨ ਤੇ ਕੀ ਖਾਓਗੇ? ਮੱਕੀ ਦੀ ਆਟੇ ਖਾਓ, ਮੱਕੀ ਦੀ ਰੋਟੀ ਖਾਓ, ਰਾਏ ਦੀ ਰੋਟੀ ਖਾਓ, ਬਾਜਰੇ ਦੀ ਰੋਟੀ ਖਾਓ, ਰਾਈਟ। ਐਂਡ ਅਗੇਨ ਦ ਗੋਲ ਇਸ ਕਿ ਤੁਸੀਂ ਘੱਟ ਖਾਣਾ ਹੈ ਗਲੂਟਨ ਤੇ ਬਿਲਕੁਲ ਗਲੂਟਨ ਫ੍ਰੀ ਜਾਣ ਦੀ ਜ਼ਰੂਰਤ ਨਹੀਂ ਹੈ ਜਦ ਤੱਕ ਕਿ ਤੁਹਾਨੂੰ ਗਲੂਟਨ ਸੈਂਸਿਟਿਵਿਟੀ ਜਾਂ ਸੀਲੀਐਕ ਡਿਜ਼ੀਜ਼ ਜਿਹਨੂੰ ਕਹਿੰਦੇ ਆ ਕਲੀਨਿਕਲ ਲੈਂਗੁਏਜ ਵਿੱਚ ਉਹ ਨਹੀਂ ਹੈਗਾ। ਨਾਓ ਇੱਥੇ ਮੈਂ ਹੋਰ ਲਿਸਟ ਬਣਾਈ ਹੈ ਕਿਹੜੇ ਖਾਣਿਆਂ ਵਿੱਚ ਗਲੂਟਨ ਪਾਇਆ ਜਾਂਦਾ ਹੈ, ਤੇ ਤੁਸੀਂ ਕਾਫੀ ਹੈਰਾਨ ਹੋਗੇ ਕਿ ਜਿਵੇਂ ਕਈ ਫਰਾਈਡ ਚੀਜ਼ਾਂ ਹੁੰਦੀਆਂ ਨੇ ਉਹਦੇ ਅੰਦਰ ਬੇਸਨ ਦੇ ਨਾਲ ਥੋੜਾ ਜਿਹਾ ਆਟੇ ਦੇ ਜਾਂ ਵੀਟ ਦੇ ਜਾਂ ਗਲੂਟਨ ਦੇ ਚੀਜ਼ਾਂ ਮਿਕਸ ਹੁੰਦੀਆਂ ਨੇ। ਸੋਏ ਸੌਸ ਵਗੈਰਾ ਜਿਹੜੀ ਹੁੰਦੀਆਂ ਨੇ ਉਹਦੇ ਅੰਦਰ ਵੀ ਗਲੂਟਨ ਹੁੰਦਾ ਹੈ। ਕਾਫੀ ਪਾਸਟਾਸ, ਨੂਡਲਸ, ਇਹ ਸਾਰੇ ਗਲੂਟਨ ਦੇ ਸੋਰਸਿਸ ਨੇ। ਤੇ ਅੰਦਾਜ਼ਾ ਜਾਂ ਧਿਆਨ ਰੱਖਣਾ ਜ਼ਰੂਰੀ ਹੈ ਕਿ ਜੇ ਤੁਸੀਂ ਗਲੂਟਨ ਅਵੋਇਡ ਕਰਦੇ ਪਏ ਹੋ ਕਿ ਤੁਹਾਨੂੰ ਸਿੰਪਟਮਸ ਫੀਲ ਹੁੰਦੇ ਨੇ ਤੇ ਇਹ ਸਾਰੇ ਖਾਣੇ ਦੇ ਵਿੱਚ ਤੁਹਾਨੂੰ ਥੋੜਾ ਪਰਹੇਜ਼ ਕਰਨਾ ਪੈਣਾ। ਨੈਕਸਟ ਸਲਾਈਡ ਪਲੀਜ਼।
ਹੁਣ ਸਪੈਸ਼ਲ ਫੂਡਸ ਦੀ ਗੱਲ ਕਰੀਏ ਕਿ ਕਈ ਖਾਣੇ ਅਸੀਂ ਸਪੈਸ਼ਲੀ ਸਾਡੀ ਕਮਿਊਨਿਟੀ ਵਿੱਚ ਜਦੋਂ ਵੀ ਵਾਕ ਕਰਨ ਜਾਵਾਂਗੇ ਜਾਂ ਫਰੈਂਡਸ ਨੂੰ ਮਿਲਦੇ ਹਾਂ, ਅਸੀਂ ਹਰ ਕੋਈ ਟੋਟ ਕੇ ਦੱਸਦਾ ਇੱਕ ਦੂਸਰੇ ਨੂੰ ਕਿ ਇਹ ਖਾ ਤੇ ਤੁਹਾਡੀ ਤਬੀਅਤ ਠੀਕ ਹੋ ਜਾਣੀ ਹੈ ਜਾਂ ਸਾਰਾ ਦਰਦ ਹਟ ਜਾਣਾ ਹੈ। ਇਹ ਸਾਰੇ ਟੋਟ ਕੇ ਜਿਹੜੇ ਹੈਗੇ ਨੇ, ਇਹ ਕਈ ਵਾਰੀ ਇਹਦੇ ਪਿੱਛੇ ਸਾਇੰਸ ਹੁੰਦੀ ਹੈ, ਕਈ ਵਾਰੀ ਨਹੀਂ ਹੁੰਦੀ। ਤਾਂ ਕੁਝ ਐਵੇਂ ਜਿਹੇ ਖਾਣੇ ਵਾਲੇ ਟੋਟਕੇ ਬਾਰੇ ਗੱਲ ਕਰਾਂਗੇ ਜਿਹਦੇ ਨਾਲ ਤੁਹਾਨੂੰ ਇਨਫਲੇਮੇਸ਼ਨ ਵਿੱਚ ਜਾਂ ਜਿਹੜਾ ਦਰਦ ਹੈਗਾ ਉਹਦੇ ਵਿੱਚ ਥੋੜੀ ਮਦਦ ਹੋ ਸਕਦੀ ਹੈ। ਪਹਿਲਾਂ ਮੈਂ ਇੱਥੇ ਵਿਖਾਇਆ ਹਲਦੀ। ਹੁਣ ਮੈਂ ਜਾਣ ਕੇ ਜਿਹੜੀ ਫਰੈਸ਼ ਹਲਦੀ ਉਹਦੀ ਪਿਕਚਰ ਇੱਥੇ ਵਿਖਾਈ ਹੈ ਪਾਊਡਰ ਹਲਦੀ ਦੇ ਨਾਲ, ਕਿਉਂਕਿ ਜਿਹੜੇ ਹਲਦੀ ਦਾ ਪਾਊਡਰ ਹੈਗਾ ਜਿਹੜਾ ਆਪਾਂ ਸਬਜ਼ੀਆਂ 'ਚ ਪਾਉਂਦੇ ਉਹਦੇ ਅੰਦਰ ਸਾਨੂੰ ਐਗਜ਼ੈਕਟਲੀ ਪਤਾ ਨਹੀਂ ਹੈ ਕੀ ਕੁਛ ਮਿਲ ਕੇ ਆਉਂਦਾ ਸਟੋਰ ਵਿੱਚੋਂ, ਬਟ ਜਿਹੜੀ ਫਰੈਸ਼ ਹਲਦੀ ਸਪੈਸ਼ਲੀ ਹੁਣ ਤੇ ਸੀਜ਼ਨ ਵਿੱਚ ਬਹੁਤ ਆਉਣੀ ਹੈ, ਤੇ ਉਹਨੂੰ ਲੈ ਕੇ ਛਿਲ ਕੇ ਥੋੜਾ ਜਿਹਾ ਨਿੰਬੂ ਦੇ ਨਾਲ ਜਿਹੜਾ ਜਿਹਾ ਲੂਣ ਪਾ ਕੇ ਉਹਦਾ ਫਰੈਸ਼ ਅਚਾਰ ਬਣਾ ਕੇ ਖਾਓ, ਵੈਰੀ ਗੁੱਡ ਫॉर योर ਹੈਲਥ। ਇਹਦੇ ਨਾਲ ਇਮਿਊਨਿਟੀ ਵੀ ਕਾਫੀ ਵਧੇਗੀ। अदरक अगेन फ्रेश जिन्ना खा सकते हो, चाच पा के या अचार पा के या अपने सब्जियां पा के, पर जिन्ना अदरक खा सकते हो दैट इज गुड। ग्रीन टी दी मैं इत्थे गल कीती है। हुण मैं नहीं कहती भाई नॉर्मल कोई चाह पीनी छड्ड दो, पर अगेन ग्रीन टी दे विच जेहड़े कुछ तत्त पाए गए ने ਉਹਦੇ करके इन जनरल इन्फ्लेमेशन विच कईयां नूं हेल्प होंदी है ते दर्द घट होंदा है। अलसी सेम इफेक्ट पाया गया ते ਇਹਦੇ ਅੰਦਰ ਗੁੱਡ ਫੈਟਸ ਵੀ ਨੇ, ਸਪੈਸ਼ਲੀ ਜਿਹੜੇ ਲੋਕ ਫਿਸ਼ ਵਗੈਰਾ ਨਹੀਂ ਖਾਂਦੇ ਉਹਨਾਂ ਦੇ ਲਈ ਅਲਸੀ ਕਾਫੀ ਅੱਛੀ ਸੋਰਸ ਹੈਗੀ। ਅਜਵਾਇਨ ਵੀ ਸੇਮ ਇਫੈਕਟ ਕਰਦੀ ਹੈ, ਤੇ ਨਾਲ ਦੇ ਨਾਲ ਜਿਹਨਾਂ ਨੂੰ ਕਿਸੇ ਨੂੰ ਗੈਸ ਹੈ ਤੇ ਉਹਦੇ ਕਰਕੇ ਵੀ ਜੇ ਪੀੜ ਹੁੰਦੀ ਪਈ ਹੈ ਉਹ ਵੀ ਰਿਲੀਵ ਹੋ ਜਾਂਦੀ ਹੈ। ਤੇ ਚੀਆ ਸੀਡਸ ਬਾਰੇ ਮੈਂ ਗੱਲ ਕੀਤੀ ਹੈ, ਐਂਡ ਇਹ ਵੀ ਸੇਮ ਇਫੈਕਟ ਦਿੰਦੇ। ਨੈਕਸਟ ਸਲਾਈਡ ਪਲੀਜ਼। ਹੋਰ ਕਿਹੜੇ ਖਾਣੇ ਜਿਹਦੇ ਬਾਰੇ ਧਿਆਨ ਰੱਖਣਾ ਹੈ ਉਹਦੀ ਗੱਲ ਕਰੀਏ ਤੇ ਐਲਕੋਹਲ। ਆਈ ਥਿੰਕ ਪਹਿਲਾਂ ਡਾਕਟਰ ਤਿੰਸਾ ਨੇ ਵੀ ਕਿਹਾ ਸੀ ਕਿ ਐਲਕੋਹਲ ਟਿਪਿਕਲੀ ਜ਼ਿਆਦਾ ਖਾਣ ਦੇ ਨਾਲ ਗਾਊਟ ਵੀ ਇਨਕਰੀਜ਼ ਹੁੰਦਾ ਹੈ। ਸੇਮ ਥਿੰਗ ਮੈਂ ਵੀ ਕਹਾਂਗੀ ਕਿ ਕਈ ਮੈਡੀਕੇਸ਼ਨਸ ਦੇ ਨਾਲ ਵੀ ਇਹ ਅਫੈਕਟ ਕਰਦਾ ਹੈ। ਤੇ ਆਈ ਥਿੰਕ ਲਾਸਟ ਵੀਕ ਕਾਫੀ ਡਿਟੇਲ ਵਿੱਚ ਇਹਦੇ ਬਾਰੇ ਗੱਲ ਕੀਤੀ ਸੀ ਕਿ ਇਹਦੀ ਲੋੜ ਕੋਈ ਨਹੀਂ ਹੈ, ਕੋਈ ਨਿਊਟ੍ਰੀਸ਼ਨ ਨਹੀਂ ਮਿਲਦਾ ਪਿਆ ਸਾਨੂੰ ਇਹਦੇ ਤੋਂ, ਜਾਂ ਸਵਾਦ ਜ਼ਰੂਰ ਹੈ ਪਰ स्वाद वेखना है कि सेहत वेखनी है। तो आई वुड डेफिनेटली रिकमेंड कि तुसी सेहत पे ध्यान दे के अल्कोहल जिन्ना हो सकता है घट या ना पियो। विटामिन डी ਜਿਹੜੇ ਲੋਕੀ ਲਾਸਟ ਸੈਸ਼ਨ ਅਟੈਂਡ ਕੀਤਾ ਸੀ ਉਹਨਾਂ ਨੂੰ ਪਤਾ ਹੈ ਅਸੀਂ ਰეკਮੈਂਡ ਕਰਦੇ ਪਏ ਹਾਂ ਕਿ ਤੁਸੀਂ ਜ਼ਰੂਰ ਗੋਲੀ ਲਓ ਇਹਦੀ ਸਪਲੀਮੈਂਟ ਦੀ, ਕਿਉਂਕਿ ਇਨਫ ਵਿਟਾਮਿਨ ਡੀ ਨਾ ਹੋਣ ਤੇ ਨਾਲ ਵੀ ਜਿਹੜੇ ਜੁਆਇੰਟਸ ਨੇ ਉਹਦੇ ਵਿੱਚ ਕਾਫੀ ਪੇਨ ਹੁੰਦੀ ਹੈ। ਤੇ ਜਿੰਨੀ ਵੀ ਸਿੰਪਲ ਸ਼ੂਗਰਸ ਤੇ ਪ੍ਰੋਸੈਸ ਫੂਡ ਨੇ, ਜਿੱਡੀ ਵੀ ਮਿੱਠੀ ਚੀਜ਼ਾਂ ਨੇ ਜਾਂ ਜਿਹੜੀ ਵੀ ਚੀਜ਼ ਪੈਕੇਟ ਚੋਂ ਕੱਢ ਕੇ ਅਸੀਂ ਖਾਣੀ ਹੈ, ਰਾਈਟ, ਜਿਵੇਂ ਕਿ ਕੁਕੀਜ਼ ਹੋ ਗਈ ਜਾਂ ਜਿਹੜੇ ਰੈਡੀ ਵਾਲੇ ਅਵਨ ਫ੍ਰੀਜ਼ਰ ਚੋਂ ਕੱਢ ਕੇ ਪੈਕੇਟ ਕੱਢ ਕੇ ਅਵਨ 'ਚ ਪਾ ਕੇ ਖਾ ਲਓ, ਟਿੱਕੀਆਂ ਜਾਂ ਉਹ ਇਹ ਚੀਜ਼ਾਂ ਹੋ ਗਿਆ ਜਾਂ ਨਮਕੀਨ ਹੋ ਗਏ, ਉਹ ਸਾਰੀ ਜਿਹੜੀ ਪ੍ਰੋਸੈਸਡ ਫੂਡਸ ਵਾਲੀ ਚੀਜ਼ਾਂ ਨੇ ਉਹ ਪੇਨ ਵਿੱਚ ਜਾਂ ਓਵਰਆਲ ਹੈਲਥ ਵਿੱਚ ਹੈਲਪ ਨਹੀਂ ਕਰਦੀਆਂ। ਨੈਕਸਟ ਸਲਾਈਡ ਪਲੀਜ਼। ਲਾਸਟ ਪੁਆਇੰਟ ਜਿਹੜਾ ਮੈਂ ਅੱਜ ਡਿਸਕਸ ਕਰਨਾ ਚਾਹਾਂਗੀ ਕਿ ਕਾਫੀ ਇਹ ਟਰਮ ਅੱਜ ਕੱਲ੍ਹ ਚੱਲਦੀ ਪਈ ਇੰਟਰਮਿਟੈਂਟ ਫਾਸਟਿੰਗ, ਸਪੈਸ਼ਲੀ ਜਿਹੜੀ ਯੰਗਰ ਜਨਰੇਸ਼ਨਸ ਨੇ ਉਹ ਸਾਰੇ ਇਹਦੇ ਬਾਰੇ ਬਹੁਤ ਗੱਲ ਕਰਦੇ ਨੇ ਕਿ ਇਹੋ ਚੀਜ਼ ਹੈ ਹੈਲਥੀ ਹੋਣ ਲਈ ਤੇ ਇਹਦੇ ਇਲਾਵਾ ਕੁਛ ਵੀ ਨਹੀਂ ਚੱਲਣਾ। ਇਹ ਹੋਰ ਕੁਛ ਨਹੀਂ, ਬਸ ਕਹਿੰਦੀ ਨੇ ਕਿ 10 ਘੰਟੇ ਜਾਂ 12 ਘੰਟੇ ਕੁਛ ਵੀ ਨਹੀਂ ਖਾਣਾ ਤੇ ਉਹਦੇ ਬਾਅਦ ਦੇ ਜਿਹੜੇ 12 ਘੰਟੇ ਦਿਨ ਵਿੱਚ ਬਸ ਬੱਚੇ ਨੇ ਉਹਦੇ ਵਿੱਚ ਹੀ ਤੁਸੀਂ ਖਾਣਾ ਹੈ। ਹੁਣ ਜੇ ਆਪਾਂ ਆਪਣੇ ਪੁਰਖਿਆਂ ਦੇ ਬਾਰੇ ਸੋਚੀਏ ਤੇ ਉਹਨਾਂ ਦੀ ਲਾਈਫ ਸਟਾਈਲ ਹੀ ਇਹੋ ਜਿਹੀ ਸੀਗੀ, ਰਾਈਟ, ਕਿ ਦਿਨ ਸ਼ੁਰੂ ਹੋਇਆ ਤਦ ਤੋਂ ਉਹਨਾਂ ਨੇ ਖਾਣਾ ਸ਼ੁਰੂ ਕੀਤਾ, ਸ਼ਾਮੀ ਖੇਤਾਂ 'ਚੋਂ ਆ ਕੇ ਕੰਮ ਖਤਮ ਕਰਨ ਤੋਂ ਬਾਅਦ ਡਿਨਰ ਹੋ ਗਿਆ, ਉਹਦੇ ਬਾਅਦ ਕੋਈ ਵੀ ਰਾਤੀ ਬੈਠ ਕੇ ਲੇਟ ਤੱਕ ਖਾਣਾ ਜਾਂ ਸਨੈਕਸ ਜਾਂ ਚਾਹ ਜਾਂ ਕੌਫੀਆਂ ਨਹੀਂ ਪੀਂਦੇ ਸੀ, ਰਾਈਟ। ਹੁਣ ਸਾਡੀ ਲਾਈਫ ਡਿਫਰੈਂਟ ਹੈ ਤੇ ਤਾਂ ਕਰਕੇ ਸਾਡੇ ਜਿਹੜੇ ਖਾਣ ਦੇ ਟਾਈਮਿੰਗਸ ਨੇ ਉਹ ਕਾਫੀ ਸਟ੍ਰੈਚ ਹੋ ਗਏ ਨੇ। ਤੇ ਜਿੱਥੇ ਤੱਕ ਹੋ ਸਕੇ ਆਪਣਾ ਟਾਈਮ ਖਾਣ ਦਾ within 10 to 12 hours ਫਿਟ ਕਰਨ ਦੀ ਕੋਸ਼ਿਸ਼ ਕਰੋ ਤੇ ਆਪਣੀ ਬਾਡੀ ਨੂੰ ਬਾਅਦ ਦੇ 10 ਤੋਂ 12 ਘੰਟੇ ਰੈਸਟ ਕਰਨ ਦਾ ਮੌਕਾ ਦਿਓ ਤੇ ਤਾਂ ਕਰਕੇ ਜਿਹੜੀ ਟੌਕਸਿਨਸ ਨੇ ਉਹ ਸਾਡੀ ਬਾਡੀ 'ਚੋਂ ਨਿਕਲ ਸਕੇ ਤੇ ਬਾਡੀ ਰੈਸਟ ਕਰਕੇ ਰੀਕੂਪ ਕਰ ਸਕੇ। ਤਾਂ ਜਿਨ੍ਹਾਂ ਨੂੰ ਡਾਇਬੀਟੀਜ਼ ਹੈ ਜਾਂ ਕਿਡਨੀ ਡਿਜ਼ੀਜ਼ ਹੈ ਜਾਂ ਕੁਛ ਇਹੋ ਜਿਹੀ ਬਿਮਾਰੀਆਂ ਨੇ ਉਹਦੇ ਵਿੱਚ ਇੰਨਾ ਲੰਬਾ ਨਾ ਖਾਣਾ ਕਈ ਵਾਰੀ ਅਫੈਕਟ ਕਰ ਸਕਦਾ, ਲਾਈਕ ਤੁਹਾਡੀ ਸ਼ੂਗਰਸ ਲੋ ਹੋ ਸਕਦੀਆਂ ਨੇ। ਸੋ ਆਪਣੀ ਡਾਇਟੀਸ਼ੀਅਨ ਦੇ ਨਾਲ ਜਾਂ ਡਾਕਟਰ ਦੇ ਨਾਲ ਹਮੇਸ਼ਾ ਗੱਲ ਕਰਕੇ ਇਹ ਸ਼ੁਰੂ ਕਰੋ, ਬਟ ਅਗੇਨ ਇਹਨੂੰ ਹਵਾ ਨਾ ਬਣਾ ਕੇ ਲਾਈਕ ਲਾਈਫ ਸਟਾਈਲ ਦੇ ਬਾਰੇ ਸੋਚਣ ਦੀ ਕੋਸ਼ਿਸ਼ ਕਰੋ। ਐਂਡ ਦੈਟਸ ਇਟ, ਵੀ ਕੈਨ ਸਕਿਪ ਦ ਨੈਕਸਟ ਸਲਾਈਡ ਐਂਡ ਥੈਂਕ ਯੂ ਵੈਰੀ ਮਚ। ਥੈਂਕ ਯੂ ਪ੍ਰੀਤੀ, ਹਮੇਸ਼ਾ ਦੀ ਤਰ੍ਹਾਂ ਐਕਸਲੈਂਟ ਪ੍ਰੈਜੈਂਟੇਸ਼ਨ ਤੇ
ਕਿਉਂਕਿ ਇਕੱਲਾ ਸਿਰਫ ਆਰਥਰਾਈਟਿਸ ਵਾਸਤੇ ਨਹੀਂ, ਫੂਡ ਜਿਹੜਾ ਬਾਕੀ ਗੱਲਾਂ ਬਾਰੇ ਵੀ ਤੁਸੀਂ ਕੀਤਾ, ਤੇ ਮੈਂ ਸਮਝਦਾ ਵੀ ਸਾਰੇ ਜੇ ਪ੍ਰੋਗਰਾਮ ਬਾਅਦ 'ਚ ਹੀ ਕਰ ਲੈਣ ਤੇ ਉਹਨਾਂ ਦੀ ਬਹੁਤ ਸਿਹਤ ਦੇ ਵਿੱਚ ਇੰਪਰੂਵਮੈਂਟ ਹੋਏਗੀ। ਖਾਸ ਕਰਕੇ ਜਿਹੜਾ ਇੰਟਰਮਿਟੈਂਟ ਫਾਸਟਿੰਗ ਹੈ ਨਾ, ਇਹਦੀ ਬਹੁਤ ਅੱਜ ਕੱਲ੍ਹ ਗੱਲ ਚੱਲਦੀ ਪਈ ਹੈ, ਤੇ ਇਹਦੇ ਬਾਰੇ ਵੀ ਕਿਉਂਕਿ ਜੇ ਤੁਸੀਂ, ਕਿਉਂਕਿ ਟਾਈਮ ਨਹੀਂ ਸਾਡੇ ਕੋਲ ਹੈਗਾ ਅੱਜ ਗੱਲ ਕਰਨ ਵਾਸਤੇ, ਮੇ ਵੀ ਇਨ ਫਿਊਚਰ ਦੇ ਵਿੱਚ ਇਹਦੇ ਵਾਸਤੇ ਇੱਕ ਪ੍ਰੋਗਰਾਮ ਕਰਾਂਗੇ, ਕਿਉਂਕਿ ਕਾਫੀ ਮਿਸਲੀਡਿੰਗ ਸਟੇਟਮੈਂਟਸ ਨੇ ਲੋਕੀ ਦੇ ਰਹੇ ਨੇ, ਪਰ ਇਹਦਾ ਫਾਇਦਾ ਵੀ ਹੈ ਤੇ ਵੇਖਣਾ ਪੈਣਾ ਵੀ ਕਿਸ ਹਿਸਾਬ ਨਾਲ ਸਾਡੀ ਕਮਿਊਨਿਟੀ ਵਿੱਚ ਫਿੱਟ ਹੁੰਦਾ। ਸੋ ਜਿਹੜੇ ਸਾਡੇ ਨੈਕਸਟ ਸਪੀਕਰ ਨੇ, ਕਿਉਂਕਿ ਉਹ ਨੇ ਰਜਿਸਟਰਡ ਸਾਈਕੋਲੋਜਿਸਟ ਡਾਕਟਰ ਸੋਹੇਲ, ਤੇ ਉਹ ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਵਿੱਚ ਆਉਂਦੇ ਨੇ, ਲੋਕਾਂ ਨੂੰ ਐਕਸਪਲੇਨ ਕਰਦੇ ਨੇ ਕਿ ਖਾਸ ਕਰਕੇ ਜਿਹੜਾ ਹੁਣ ਪੇਨ ਹੈ, ਪੇਨ ਦਾ ਹਰ ਇੱਕ ਦਾ ਤਰੀਕਾ ਵੱਖਰਾ ਡੀਲ ਕਰਨ ਦਾ। ਕੋਈ ਮੈਡੀਸਨ ਮੰਗਦਾ, ਕੋਈ ਡਾਈਟ ਬਾਰੇ ਪੁੱਛੇਗਾ, ਕੋਈ ਐਕਸਰਸਾਈਜ਼ ਬਾਰੇ ਗੱਲ ਕਰੇਗਾ, ਪਰ ਜਿਹੜਾ ਪੇਨ ਦਾ ਥ੍ਰੈਸ਼ਹੋਲਡ ਹੈ ਉਹ ਹਰ ਇੱਕ ਦਾ ਵੱਖਰਾ ਵੱਖਰਾ। ਸੋ ਮੈਂ ਸਮਝਦਾ ਵੀ ਜਿਹੜੇ ਮਾਨਸਿਕ, ਜਿਹੜੀ ਸਾਡੀ ਮੈਂਟਲ ਜਿਹੜੀ ਵੈਲ ਬੀਇੰਗ ਹੈ, ਜਾਂ ਕਿਸ ਤਰੀਕੇ ਨਾਲ ਅਸੀਂ ਪੇਨ ਨੂੰ ਅਸੀਂ ਡੀਲ ਕਰਨੇ ਆ, ਉਹ ਬਹੁਤ ਇੰਪੋਰਟੈਂਟ ਪਾਰਟ ਹੈ। ਸੋ I will request Dr. Sohail. She is a registered psychologist and she will come and give her presentation now. Thank you so much. थैंक यू डॉक्टर सीमा। मैं सिर्फ पूछना है कि मेरी आवाज आ रही है ना? जस्ट वांट टू मेक श्योर। It's all good. Thank you. हाँ जी। सो ऑडियंस ਨੂੰ अस्सलाम वालेकुम, सत श्री अकाल, गुड आफ्टरनून। ਤੁਸੀਂ ਬਹੁਤ ਸਾਰੇ ਸਪੈਸ਼ਲਿਸਟ ਦੀਆਂ ਗੱਲਾਂ ਸੁਣੀਆਂ ਨੇ ਤੇ ਤੁਸੀਂ ਦੇਖਿਆ ਕਿ ਫਿਜ਼ੀਕਲੀ ਅਸੀਂ ਆਪਣੇ ਆਰਥਰਾਈਟਿਸ ਨੂੰ ਜਾਂ ਪੇਨਸ ਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਜਾਂ ਮੈਨੇਜ ਕਰ ਸਕਦੇ ਹਾਂ। ਤੇ ਜਿਸ ਤਰ੍ਹਾਂ ਡਾਕਟਰ ਚੀਮਾ ਨੇ ਕਿਹਾ ਕਿ ਉਹ ਹਰ ਚੀਜ਼ ਦਾ, ਚੂੰਕਿ ਬੋਡੀ ਤੇ ਮਾਈਂਡ ਦਾ ਬੜਾ ਕਲੋਜ਼ ਕਨੈਕਸ਼ਨ ਹੈ, ਇਸ ਵਾਸਤੇ ਮਾਈਂਡ ਕੀ ਕਹਿੰਦਾ ਹੈ ਉਹ ਵੀ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਮੈਂ ਆਪਣਾ ਥੋੜਾ ਜਿਹਾ ਇੰਟਰੋਡਕਸ਼ਨ ਕਰਵਾ ਦਿਆਂ। ਤੁਸੀਂ ਮੇਰਾ ਨਾਮ ਤੇ ਸੁਣਿਆ, ਮੇਰਾ ਨਾਮ ਡਾਕਟਰ ਕੌਸਰ ਸੁਹੇਲ ਹੈ। ਮੈਂ PhD ਕੀਤੀ ਯੂਕੇ ਤੋਂ ਤੇ ਉਸ ਤੋਂ ਬਾਅਦ ਪੋਸਟ ਡਾਕਟਰੇਟ ਕੀਤੀ ਸੀ UCLA ਤੋਂ, USA ਤੋਂ। ਤੇ ਮੈਂ ਰਜਿਸਟਰਡ ਸਾਈਕੋਲੋਜਿਸਟ ਹਾਂ। ਤਾਂ ਪਤਾ ਚੱਲਦਾ ਹੈ ਕਿ ਜ਼ਹਿਨੀ ਇਮਰਾਜ਼ ਜਿਹੜੇ ਨੇ ਉਹ ਇਨਸਾਨ ਵਾਸਤੇ ਕਿੰਨੇ ਇੰਪੋਰਟੈਂਟ ਨੇ, ਉਹਦੇ ਬਾਰੇ 'ਚ ਅਸੀਂ ਹੁਣ ਗੱਲਬਾਤ ਕਰਾਂਗੇ ਆਰਥਰਾਈਟਿਸ ਵਿੱਚ। ਸਭ ਤੋਂ ਪਹਿਲਾਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਸਾਰਿਆਂ ਨੂੰ, ਤੇ ਉਸ ਤੋਂ ਬਾਅਦ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਵਾਲ ਇਹ ਹੈ ਜੀ ਕਿ ਤੁਹਾਡਾ ਕੀ ਖਿਆਲ ਹੈ ਕਿ ਆਰਥਰਾਈਟਿਸ ਦੇ ਵਿੱਚ, ਆਰਥਰਾਈਟਿਸ ਇੱਕ ਬਿਲਕੁਲ ਫਿਜ਼ੀਕਲ ਬਿਮਾਰੀ ਹੈ ਜਾਂ ਉਹਦੇ ਵਿੱਚ ਇਮੋਸ਼ਨਸ ਦਾ ਵੀ ਕੋਈ ਰੋਲ ਹੈ? ਤੇ ਤੁਸੀਂ ਆਪਣੀ ਓਪੀਨੀਅਨ ਇਹ ਦਿਓ ਕਿ ਮੇਰਾ ਖਿਆਲ ਇਹ ਵੇ ਕਿ ਆਰਥਰਾਈਟਿਸ ਬਿਲਕੁਲ ਇੱਕ ਫਿਜ਼ੀਕਲ ਚੀਜ਼ ਹੈ ਤੇ ਮੇਰੇ ਇਮੋਸ਼ਨਸ ਦਾ, ਉਹਦੀ ਪੇਨ ਦੀ ਇੰਟੈਂਸਿਟੀ बढ़ाਉਣ 'ਚ ਤੇ ਘਟਾਉਣ 'ਚ ਕੋਈ ਦਖਲ ਹੈ ਜਾਂ ਨਹੀਂ ਹੈ? ਇਹਦਾ ਜਵਾਬ ਤੁਸੀਂ ਦੇਣਾ ਹੈ ਯੈਸ ਜਾਂ ਨੋ 'ਚ। ਹੁਣ ਥੋੜਾ ਇੰਤਜ਼ਾਰ ਕਰਦੇ ਹਾਂ, ਤੁਸੀਂ ਆਪਣਾ ਰਿਸਪੌਂਸ ਦਿਓ। ਅੱਛਾ, ਮੈਨੂੰ ਵੀ ਪਿਛਲੇ ਸਪੀਕਰ ਦੀ ਤਰ੍ਹਾਂ ਪੋਲ ਨਜ਼ਰ ਨਹੀਂ ਆ ਰਿਹਾ ਤੇ ਪਤਾ ਨਹੀਂ ਚੱਲਿਆ ਕਿ ਰਿਜ਼ਲਟ ਕੀ ਹੈ। ਤੇ ਬਹਰਹਾਲ ਮੈਂ ਇਹਦਾ ਜਵਾਬ ਦੇ ਦਿੰਦੀ ਹਾਂ ਕਿ ਇਮੋਸ਼ਨਸ ਦਾ ਬਹੁਤ ਗਹਿਰਾ ਤਾਲੁਕ ਹੈ ਤੁਹਾਡੀ ਪੇਨ ਦੀ ਇੰਟੈਂਸਿਟੀ ਵਧਾਉਣ 'ਚ ਜਾਂ ਘਟਾਉਣ 'ਚ। ਇਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦੀ ਹਾਂ। ਤੁਸੀਂ ਇੱਕ ਮਿਸਾਲ ਲਓ ਕਿ ਅਗਰ ਇੱਕ ਘਰ ਹੋਵੇ ਤੇ ਉਹਦੇ 4-5 ਦਰਵਾਜ਼ੇ ਨੇ ਤੇ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਜਾਂ ਸਨੋ ਪੈ ਰਹੀ ਹੈ, ਤੇ ਤੁਸੀਂ ਕਹਿੰਦੇ ਹੋ ਕਿ ਅੰਦਰ ਸਨੋ ਵੀ ਨਾ ਆਵੇ ਤੇ ਬਾਰਿਸ਼ ਵੀ ਨਾ ਆਵੇ, ਤੇ ਤੁਸੀਂ ਇੱਕ ਦਰਵਾਜ਼ਾ ਬੰਦ ਕਰੋਗੇ ਕਿ ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋਗੇ? ਅਗਰ ਇੱਕ ਦਰਵਾਜ਼ਾ ਬੰਦ ਕਰੋਗੇ ਤੇ ਥੋੜਾ ਕੁ ਰੁਕਾਓ ਤੇ ਹੋ ਜਾਏਗਾ, ਲੇਕਿਨ ਫਿਰ ਵੀ ਬਾਰਿਸ਼ ਵੀ ਆਉਂਦੀ ਰਹੇਗੀ ਤੇ ਸਨੋ ਦਾ ਵੀ ਅਗਰ ਉਧਰ ਵਿਛਾੜਾ ਹੈ ਤੇ ਉਹ ਉਧਰ ਆ ਸਕਦੀ ਹੈ। ਇਸੇ ਤਰ੍ਹਾਂ ਅਸੀਂ ਪੇਨ ਦੀ ਐਗਜ਼ਾਮਪਲ ਲੈਂਦੇ ਹਾਂ। ਪੇਨ ਦੇ ਵੀ ਬਹੁਤ ਸਾਰੇ ਗੇਟਸ ਹੁੰਦੇ ਨੇ। ਪੇਨ ਦਾ ਪਹਿਲਾ ਗੇਟ ਤੇ ਓਬਵੀਅਸਲੀ ਅਗਰ ਤੁਹਾਨੂੰ ਆਰਥਰਾਈਟਿਸ ਕਿਸੇ ਨੂੰ ਹੈ ਤੇ ਉਹਨੂੰ ਇਨਫਲੇਮੇਸ਼ਨ ਹੋਏਗੀ ਜਾਂ ਉਹਨੂੰ ਸਵੈਲਿੰਗ ਹੋਏਗੀ, ਤਾਂ ਉਹਦਾ ਰਿਜ਼ਲਟ ਇਹ ਵੇ ਕਿ ਜੁਆਇੰਟਸ 'ਚ ਪੇਨ ਸ਼ੁਰੂ ਹੋ ਜਾਂਦੀ ਹੈ। ਅੱਛਾ, ਇੱਕ ਦਰਵਾਜ਼ਾ ਬੰਦ ਕਰ ਦਿਓਗੇ ਤੁਸੀਂ, ਯਾਨੀ ਤੁਸੀਂ ਮੈਡੀਕੇਸ਼ਨ ਲੈ ਲਓਗੇ, ਆਪਣੇ ਡਾਕਟਰ ਦੇ ਨਾਲ ਗੱਲ ਕਰੋਗੇ। ਬਾਕੀ ਬਹੁਤ ਸਾਰੇ ਦਰਵਾਜ਼ੇ ਨੇ ਜਿਨ੍ਹਾਂ ਨੂੰ ਬੰਦ ਕਰਨਾ ਜ਼ਰੂਰੀ ਹੈ। ਅੱਜ ਅਸੀਂ ਉਹਨਾਂ ਦਰਵਾਜ਼ਿਆਂ ਦੀ ਹੀ ਗੱਲ ਕਰਨੀ ਹੈ। ਇੱਕ ਗੱਲ ਸਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ ਡਿਪਰੈਸ਼ਨ ਦਾ ਜਿਹੜਾ ਮਰੀਜ਼ ਹੁੰਦਾ ਹੈ ਉਹਨੂੰ ਪੂਰੀ ਬਾਡੀ ਦੇ ਵਿੱਚ ਦਰਦਾਂ ਹੁੰਦੀਆਂ ਨੇ। ਉਹ ਅਕਸਰ ਮੇਰੇ ਕੋਲ ਮਰੀਜ਼ ਆਉਂਦੇ ਨੇ ਤੇ ਉਹ ਕੰਪਲੇਨ ਕਰਦੇ ਨੇ ਕਿ ਜੀ ਇੱਥੇ ਦਰਦ ਹੋ ਰਹੀ ਹੈ, ਨੈਕ 'ਚ ਦਰਦ ਹੋ ਰਹੀ ਹੈ, ਲੱਤਾਂ 'ਚ ਦਰਦ ਹੋ ਰਹੀ ਹੈ, ਗੋਡਿਆਂ 'ਚ ਦਰਦ ਹੋ ਰਹੀ ਹੈ, ਕਮਰ 'ਚ ਦਰਦ ਹੋ ਰਹੀ ਹੈ। ਹਾਲਾਂਕਿ ਹੋ ਸਕਦਾ ਕਿ ਉਹਨਾਂ ਨੂੰ ਨਾ ਤੇ ਕੋਈ ਚੋਟ ਲੱਗੀ ਹੋਵੇ ਤੇ ਨਾ ਉਹਨਾਂ ਨੂੰ ਕੋਈ ਆਰਥਰਾਈਟਿਸ ਦੀ ਬਿਮਾਰੀ ਹੋਵੇ। ਹੁਣ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਉਹ ਪੇਨ ਕਿਸ ਤਰ੍ਹਾਂ ਆਉਂਦੀ ਹੈ? ਤੇ ਉਹਦਾ ਜਵਾਬ ਇਹ ਵੇ ਕਿ ਇਨਸਾਨ ਜਿਸ ਵਕਤ ਨੈਗੇਟਿਵ ਇਮੋਸ਼ਨਸ ਦਾ ਸ਼ਿਕਾਰ ਹੁੰਦਾ ਹੈ, ਤੇ ਨੈਗੇਟਿਵ ਇਮੋਸ਼ਨਸ ਕਿਹੜੇ-ਕਿਹੜੇ ਨੇ?
डिप्रैशन, एंजाइटी, गुस्सा, फ्रस्ट्रेशन, जैलसी, ये सारे नैगेटिव इमोशनस ਜਿਹੜੇ ਨੇ ਇਹ ਇਨਸਾਨ ਦੇ ਜਿਸਮ 'ਚ ਬੋਡੀ 'ਚ ਪੇਨ ਪੈਦਾ ਕਰਦੇ ਨੇ। ਇਹਦਾ ਇੱਕ ਸਾਇੰਟੀਫਿਕ ਐਵੀਡੈਂਸ ਵੀ ਹੈ, ਸਿਰਫ ਅਸੀਂ ਇਹ ਨਹੀਂ ਹੈ ਕਿ ਅਸੀਂ ਇਹ ਬਿਲੀਵ ਕਰਦੇ ਹਾਂ, ਬਲਕਿ ਇੱਕ ਸਾਇੰਟੀਫਿਕ ਐਵੀਡੈਂਸ ਹੈ। ਸਾਇੰਟੀਫਿਕ ਐਵੀਡੈਂਸ ਹੈ ਕਿ ਬ੍ਰੇਨ ਦੇ ਵਿੱਚ ਐਟਲੀਸਟ 10 ਸੈਂਟਰਸ ਐਸੇ ਨੇ ਜਿਨ੍ਹਾਂ ਦਾ ਪੇਨ ਦੇ ਨਾਲ ਵੀ ਤਾਲੁਕ ਹੈ ਤੇ ਮੂਡ ਦੇ ਨਾਲ ਵੀ ਤਾਲੁਕ ਹੈ। ਇਹਦਾ ਕੀ ਮਤਲਬ ਬਣਿਆ? ਇਹਦਾ ਮਤਲਬ ਇਹ ਵੇ ਕਿ ਅਗਰ ਤੁਹਾਡਾ ਮੂਡ ਖਰਾਬ ਹੋਏਗਾ ਤਾਂ ਤੁਹਾਡੀ ਪੇਨ ਵੱਧ ਜਾਏਗੀ। ਇਸੇ ਤਰ੍ਹਾਂ ਅਗਰ ਤੁਹਾਡੀ ਪੇਨ ਜ਼ਿਆਦਾ ਹੋਏਗੀ ਤਾਂ ਤੁਹਾਡਾ ਮੂਡ ਖਰਾਬ ਹੋ ਜਾਏਗਾ, ਯਾਨੀ ਕਿ ਦੋਨੋਂ ਇੱਕ ਦੂਜੇ ਤੇ ਅਸਰਅੰਦਾਜ਼ ਹੁੰਦੇ ਨੇ। ਤੇ ਇਹਦਾ ਮਤਲਬ ਇਹ ਵੇ ਕਿ ਸਾਨੂੰ ਬਹੁਤ ਜ਼ਰੂਰਤ ਹੈ ਕਿ ਅਸੀਂ ਆਪਣੀ ਪੇਨ ਨੂੰ ਘੱਟ ਕਰਨ ਵਾਸਤੇ ਆਪਣੇ ਇਮੋਸ਼ਨਸ ਨੂੰ ਅਸੀਂ ਬੈਲੈਂਸ ਰੱਖੀਏ। ਹੁਣ ਅਸੀਂ ਅੱਜ ਦੇ ਸੈਮੀਨਾਰ ਦਾ, ਮੇਰੇ ਪੋਰਸ਼ਨ ਦਾ ਇਹ ਮਕਸਦ ਇਹ ਵੇ ਕਿ ਅਸੀਂ ਐਸੀਆਂ ਤਦਾਬੀਰ ਕਰੀਏ ਕਿ ਜਿਹਦੇ ਨਾਲ ਸਾਡੇ ਇਮੋਸ਼ਨਸ ਹੈਲਦੀ ਰਹਿਣ ਤਾਂ ਕਿ ਸਾਡੀ ਪੇਨ ਵੀ ਘੱਟ ਹੋ ਜਾਵੇ। ਇਹਨੂੰ ਅਸੀਂ ਸਟਾਰਟ ਕਰਦੇ ਹਾਂ ਕਿ ਸਾਰਾ ਪ੍ਰੋਸੈਸ ਸਟਾਰਟ ਕਿੱਥੋਂ ਹੁੰਦਾ ਹੈ। ਇਹ ਸਟਾਰਟ ਹੁੰਦਾ ਹੈ ਕਿ ਤੁਹਾਡੇ ਇਨਫਲੇਮੇਸ਼ਨ ਪੈਦਾ ਹੋ ਜਾਂਦੀ ਹੈ ਜੁਆਇੰਟਸ, ਓਬਵੀਅਸਲੀ ਬਿਮਾਰੀ ਦੀ ਵਜ੍ਹਾ ਦੇ ਨਾਲ ਜੁਆਇੰਟਸ ਦੇ ਵਿੱਚ ਸਵੈਲਿੰਗ ਹੋ ਜਾਂਦੀ ਹੈ, ਇਨਫਲੇਮੇਸ਼ਨ ਪੈਦਾ ਹੋ ਜਾਂਦੀ ਹੈ। ਉਸ ਇਨਫਲੇਮੇਸ਼ਨ ਦੀ ਵਜ੍ਹਾ ਦੇ ਨਾਲ ਪੇਨ ਸ਼ੁਰੂ ਹੋ ਜਾਂਦੀ ਹੈ। ਪੇਨ ਦੇ ਨਾਲ ਪਹਿਲੀ ਚੀਜ਼ ਕੀ ਹੁੰਦੀ ਹੈ? ਜਿਸ ਵਕਤ ਇਨਸਾਨ ਨੂੰ ਪੇਨ ਹੁੰਦੀ ਹੈ ਨਾ, ਤੇ ਜ਼ਾਹਰ ਗੱਲ ਇਹ ਵੇ ਕਿ ਹਰ ਬੰਦਾ ਚਾਹੁੰਦਾ ਹੈ ਕਿ ਮੈਂ ਆਪਣੀ ਐਕਟੀਵਿਟੀ ਘੱਟ ਕਰ ਦਿਆਂ, ਕਿਉਂਕਿ ਦਿਲ ਨਹੀਂ ਨਾ ਕਰਦਾ ਜਿਸ ਦਾ ਜ਼ਿਆਦਾ ਮੂਵਮੈਂਟ ਲੱਗਦਾ ਕਿ ਦਰਦ ਨਾ ਹੋ ਜਾਵੇ। ਜਿਸ ਵਕਤ ਇਨਸਾਨ ਆਪਣੀ ਐਕਟੀਵਿਟੀ ਘੱਟ ਕਰਦਾ ਹੈ, ਉਹਦੀਆਂ ਡੇਲੀ ਐਕਟੀਵਿਟੀਜ਼, ਜਿਸ ਤਰ੍ਹਾਂ ਕਿ ਉਹ ਆਪਣੇ ਘਰ ਦਾ ਛੋਟਾ ਛੋਟਾ ਕੰਮ ਹੈ ਜਿਹਦੇ ਤੋਂ ਇਨਸਾਨ ਨੂੰ ਖੁਸ਼ੀ ਮਿਲਦੀ, ਉਹ ਕਰਨਾ ਘੱਟ ਕਰ ਦਿੰਦਾ ਹੈ ਕਿ ਪੇਨ ਨਾ ਜ਼ਿਆਦਾ ਹੋ ਜਾਵੇ। ਜਿਸ ਵਕਤ ਇਨਸਾਨ ਆਪਣੀਆਂ ਐਕਟੀਵਿਟੀਜ਼ ਘੱਟ ਕਰ ਦਿੰਦਾ ਹੈ ਤੇ ਉਹਦਾ ਨਤੀਜਾ ਸਭ ਤੋਂ ਪਹਿਲੇ ਹੁੰਦਾ ਹੈ ਕਿ ਉਹਦਾ ਇੱਕ ਰੋਲ, ਜਿਹੜਾ ਇੱਕ ਮੁਆਸ਼ਰੇ ਦੇ ਵਿੱਚ ਅਸੀਂ ਆਪਣਾ ਘਰ ਦੇ ਵਿੱਚ ਇੱਕ ਰੋਲ ਪਲੇ ਕਰਦੇ ਹਾਂ, ਇੱਕ ਯੂਜ਼ਫੁਲ ਫੈਮਿਲੀ ਮੈਂਬਰ ਦੇ ਤੌਰ ਤੇ, ਇੱਕ ਕਮਿਊਨਿਟੀ ਦੇ ਇੱਕ ਯੂਜ਼ਫੁਲ ਮੈਂਬਰ ਦੇ ਤੌਰ ਤੇ, ਉਹ ਰੋਲ ਇੱਕ ਚੇਂਜ ਹੋ ਜਾਂਦਾ ਹੈ। ਜਦੋਂ ਇਨਸਾਨ ਦਾ ਰੋਲ ਚੇਂਜ ਹੋ ਜਾਂਦਾ ਹੈ ਤੇ ਉਹਦੇ ਮਿਜ਼ਾਜ ਦੇ ਵਿੱਚ ਚਿੜਚਿੜਾਹਟ ਆ ਜਾਂਦੀ ਹੈ। ਜਦੋਂ ਚਿੜਚਿੜਾਹਟ ਘੱਟ ਆ ਜਾਂਦੀ ਹੈ ਤਾਂ ਉਹਦਾ ਦਿਲ ਨਹੀਂ ਕਰਦਾ ਲੋਕਾਂ ਦੇ ਨਾਲ ਜ਼ਿਆਦਾ ਮਿਲੇ ਜੁਲੇ। ਜਦੋਂ ਲੋਕਾਂ ਦੇ ਨਾਲ ਜ਼ਿਆਦਾ ਮਿਲਦਾ ਜੁਲਦਾ ਨਹੀਂ, ਆਪਣੀ ਫੇਵਰਟ ਐਕਟੀਵਿਟੀਜ਼ ਨਹੀਂ ਕਰਦਾ, ਤੇ ਉਹਦੇ ਰਿਲੇਸ਼ਨਸ਼ਿਪ 'ਚ ਡਿਫਿਕਲਟੀਜ਼ ਆ ਜਾਂਦੀਆਂ ਨੇ, ਕਿਉਂਕਿ ਮੂਡ ਨਹੀਂ ਠੀਕ ਰਹਿੰਦਾ ਨਾ, ਤੇ ਕਿਸੇ ਨੂੰ ਬੁਲਾਉਣ ਨੂੰ ਵੀ ਦਿਲ ਨਹੀਂ ਕਰਦਾ। ਜਦੋਂ ਮੂਡ ਠੀਕ ਨਹੀਂ ਰਹਿੰਦਾ ਬੰਦੇ ਦਾ ਤੇ ਉਹਦੀਆਂ ਥਾਟਸ ਬੜੀਆਂ ਆਪਣੇ ਬਾਰੇ 'ਚ ਨੈਗੇਟਿਵ ਹੋ ਜਾਂਦੀਆਂ ਨੇ। ਜਦੋਂ ਥਾਟਸ ਨੈਗੇਟਿਵ ਹੋ ਜਾਂਦੀਆਂ ਨੇ ਤੇ ਬੰਦੇ ਨੂੰ ਡਿਪਰੈਸ਼ਨ ਹੋਣ ਲੱਗ ਪੈਂਦਾ ਹੈ। ਜਦੋਂ ਬੰਦੇ ਨੂੰ ਡਿਪਰੈਸ਼ਨ ਹੋਣ ਲੱਗਦਾ ਹੈ, ਸੋਚਾਂ ਵੱਧ ਜਾਂਦੀਆਂ ਨੇ ਤੇ ਰਾਤ ਦੀ ਨੀਂਦ ਖਰਾਬ ਹੋ ਜਾਂਦੀ ਹੈ। ਜਦੋਂ ਰਾਤ ਦੀ ਨੀਂਦ ਖਰਾਬ ਹੋ ਜਾਂਦੀ ਹੈ ਤੇ ਦਿਨ ਦੇ ਵਕਤ ਬੋਡੀ ਥੱਕਿਆ ਹੋਇਆ ਰਹਿੰਦਾ ਹੈ, ਸਾਰੇ ਜਿਸਮ 'ਚ ਦਰਦਾਂ ਹੁੰਦੀਆਂ ਨੇ ਤੇ ਮਸਲ 'ਚ ਪੇਨ ਸ਼ੁਰੂ ਹੋ ਜਾਂਦੀ ਹੈ। ਤੇ ਇਹ ਤੁਹਾਨੂੰ ਪਤਾ ਹੈ ਕਿ ਮਸਲ ਜਦੋਂ ਪੇਨ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਤੇ ਜੁਆਇੰਟਸ ਦੇ ਵਿੱਚ ਪੇਨ ਵੀ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ। ਤੇ ਇਹਦਾ ਸਾਰਾ ਅਸੀਂ ਦੇਖਦੇ ਹਾਂ ਕਿ ਜਿੱਥੋਂ ਅਸੀਂ ਚੱਲੇ ਹੁੰਦੇ ਹਾਂ ਅਸੀਂ ਉੱਥੇ ਹੀ ਪਹੁੰਚ ਜਾਂਦੇ ਹਾਂ। ਇਨਫਲੇਮੇਸ਼ਨ ਤੋਂ ਸਟਾਰਟ ਕਰਦੇ ਹਾਂ ਤੇ ਐਸੀ ਪੂਰੀ ਇੱਕ ਸਾਈਕਲ ਬਣ ਜਾਂਦਾ ਹੈ, ਜਿੱਦੋਂ ਤੁਸੀਂ ਉੱਤੇ ਪਹੁੰਚਦੇ ਹਾਂ ਤੇ ਇਨਫਲੇਮੇਸ਼ਨ ਵੀ ਵੱਧ ਜਾਂਦੀ ਹੈ ਤੇ ਪੇਨ ਵੀ ਵੱਧ ਜਾਂਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨੂੰ ਹੁਣ ਅਸੀਂ ਸਾਈਕੋਲੋਜੀਕਲ ਕਿਹੜੇ ਮੈਥਡਸ ਨੇ ਜਿਹੜੇ ਕਿ ਵਾਕਈ ਵਰਕ ਕਰਦੇ ਨੇ ਤੇ ਉਹਦੇ ਨਾਲ ਤੁਹਾਨੂੰ ਹੈਲਪ ਹੋ ਸਕਦੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਆਪਣੇ ਐਟੀਟਿਊਡ ਵੱਲ ਧਿਆਨ ਦਿਓ। ਜੋ ਪੇਨ ਵੱਲ ਤੁਹਾਡਾ ਐਟੀਟਿਊਡ ਹੈ, ਸਭ ਤੋਂ ਪਹਿਲਾਂ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਅਗਰ ਉਹ ਠੀਕ ਨਹੀਂ ਹੈ। ਅਗਲਾ ਸਵਾਲ ਹੈ ਕਿ ਕੈਸਾ ਪੇਨ ਦਾ ਐਟੀਟਿਊਡ ਹੋਣਾ ਚਾਹੀਦਾ ਹੈ। ਪੇਨ ਦਾ ਐਟੀਟਿਊਡ ਦੇਖੋ, ਇੱਕ ਤੇ ਇਹ ਹੁੰਦਾ ਹੈ ਕਿ ਲੋਕ ਅਸੀਂ ਬਿਲੀਵ ਕਰਦੇ ਹਾਂ ਕਿ ਮੇਰਾ ਤਾਂ ਕੋਈ ਕੰਟਰੋਲ ਹੀ ਨਹੀਂ ਹੈ ਪੇਨ ਤੇ। ਅਕਸਰ ਲੋਕ ਇਹ ਕਹਿੰਦੇ ਨੇ ਕਿ ਜੀ ਇਹ ਤੇ ਫਿਜ਼ੀਕਲ ਬਿਮਾਰੀ ਹੈ, ਮੇਰਾ ਇਹਦੇ ਵਿੱਚ ਕੀ ਕੰਟਰੋਲ। ਹਰ ਬੰਦੇ ਦਾ ਆਪਣੀ ਮੈਂਟਲ ਹੈਲਥ ਤੇ ਕੰਟਰੋਲ ਕਾਫੀ ਹੱਦ ਤੱਕ ਹੁੰਦਾ ਹੈ ਤੇ ਮੈਂਟਲ ਹੈਲਥ ਜਿਹੜੀ ਹੈ ਬੰਦੇ ਦੀ ਪੇਨ ਨੂੰ ਵਧਾ ਦਿੰਦੀ ਹੈ ਜਾਂ ਘਟਾ ਦਿੰਦੀ ਹੈ। ਹੁਣ ਇਹਦੇ ਵਿੱਚ ਮੈਂ ਜੋ ਪਰਸਨਲ ਕੰਟਰੋਲ ਦਾ ਜ਼ਿਕਰ ਕਰਨਾ ਚਾਹ ਰਹੀ ਹਾਂ, ਇਹਦੇ ਵਿੱਚ ਮੈਂ ਇਹ ਸਮਝਦੀ ਹਾਂ ਕਿ ਤੁਸੀਂ ਇਹਨੂੰ ਪੇਨ ਨੂੰ ਇੱਕ ਚੈਲੰਜ ਦੇ ਤੌਰ ਤੇ ਲਿਓ। ਅਗਰ ਇੱਕ ਸਟੂਡੈਂਟ ਦੀ ਮਿਸਾਲ ਲਓ, ਇੱਕ ਸਟੂਡੈਂਟ ਅਗਰ ਇਹ ਸਮਝਦਾ ਹੈ ਕਿ ਮੈਂ ਐਗਜ਼ਾਮ ਦੇਣਾ ਹੈ ਤੇ ਇਹ ਮੇਰੇ ਵਾਸਤੇ ਇੱਕ ਚੈਲੰਜ ਹੈ, ਮੈਂ ਇਹਦੇ ਵਿੱਚ ਕਾਮਯਾਬ ਹੋ ਕੇ ਦਿਖਾਣਾ ਹੈ ਆਪਣੇ ਆਪ ਨੂੰ, ਆਪਣੇ ਪੇਰੈਂਟਸ ਨੂੰ, ਤੇ ਉਹ ਕੀ ਕਰਦਾ ਹੈ? ਜਦੋਂ ਬੰਦਾ ਕਿਸੇ ਵੀ ਚੀਜ਼ ਨੂੰ ਚੈਲੰਜ ਲੈਂਦਾ ਨਾ ਤੇ ਉਹ ਉਹਦੇ ਵਾਸਤੇ ਕੋਸ਼ਿਸ਼ ਕਰਦਾ ਹੈ, ਬੜੀਆਂ ਤਰੀਕੇ ਢੂੰਡਣ ਦੀ ਕੋਸ਼ਿਸ਼ ਕਰਦਾ, ਕਿਹੜੇ ਤਰੀਕੇ ਕਰਾਂਗਾ ਕਿ ਮੇਰੇ ਇਮਤਿਹਾਨ 'ਚ ਚੰਗੇ ਨੰਬਰ ਆ ਜਾਣ। ਇਹਦੇ ਬਰਕਸ ਇੱਕ ਹੋਰ ਐਟੀਟਿਊਡ ਹੋ ਸਕਦਾ ਸਟੂਡੈਂਟ ਦਾ, ਉਹ ਇਹ ਵੇ ਕਿ ਉਹ ਸਮਝਦਾ ਕਿ ਪਹਿਲਾਂ ਹੀ ਮੇਰਾ ਨੁਕਸਾਨ ਹੋ ਚੁੱਕਿਆ ਤੇ ਹੋਰ ਮੈਂ ਕੀ ਕਰ ਲਾਂਗਾ। ਇਹ ਸੇਮ ਐਟੀਟਿਊਡ ਦੀ ਮਿਸਾਲ ਤੁਸੀਂ ਲਓ ਪੇਨ ਦੇ ਵਿੱਚ ਤੇ ਆਰਥਰਾਈਟਿਸ 'ਚ। ਜਦੋਂ ਅਸੀਂ ਇਹ ਸਮਝਦੇ ਹਾਂ ਕਿ ਮੇਰਾ ਜਿੰਨਾ ਖਾਨਾ ਖਰਾਬ ਹੋਣਾ ਸੀ ਉਹ ਤੇ ਹੋ ਗਿਆ ਤੇ ਹੁਣ ਤਾਂ ਕੁਝ ਨਹੀਂ ਹੋ ਸਕਦਾ, ਤੇ ਅਸੀਂ ਫਿਰ ਸਹੀ ਤਰ੍ਹਾਂ ਕੋਸ਼ਿਸ਼ ਨਹੀਂ ਕਰਦੇ। ਅਸੀਂ ਉਹਨੂੰ ਜਿਹੜੇ ਤਰੀਕੇ ਨੇ ਉਹ ਅਸੀਂ ਆਪਣੀ ਜ਼ਾਤ ਤੇ ਯੂਜ਼ ਹੀ ਨਹੀਂ ਕਰਦੇ, ਬਸ ਅਸੀਂ ਦਵਾਈ ਲੈ ਲੈਂਦੇ ਹਾਂ ਤੇ ਬੈਠ ਜਾਂਦੇ ਹਾਂ। ਤੇ ਤੁਸੀਂ ਆਪਣੀ ਪੇਨ ਨੂੰ ਇੱਕ ਚੈਲੰਜ ਲੈਣਾ ਹੈ। ਦੂਜੀ ਗੱਲ ਇਹ ਵੇ ਕਿ
पेन नू ये बिलीव करना है कि मेरा कंट्रोल है। बहुत सारे लोग कहते हैं जी पेन च मेरा की कंट्रोल, जबकि ब्रेन के सेंटर जिहड़े ने वो पेन नू कंट्रोल कर सकते हैं। जिस वक्त तुसी बिलीव करते हो कि मेरा कंट्रोल है तो तुसी ये कहते हो कि हाँ मैं कर सकता है। जो बंदा समझता है मैं कर सकता है तो वो वाकई करने च कामयाब हो जाता है। जो समझदा कि जी मेरा तो कोई कंट्रोल नहीं, सारा कुछ जो कुछ करना डॉक्टरां ने करना है, तुसी अपना चार्ज छड़ दिंदे हो। जबकि आर्थराइटिस जिहड़ा ये लाइफ मैनेजमेंट जिहड़ी है लाइफ स्टाइल चेंज का नाम है। जो तुसी अपना लाइफ स्टाइल चेंज करोगे तो चेंजेस आनियां शुरू होणगियां, पर ये स्टार्ट होणगियां तुहाडे बिलीफ तो। बिलीफ की है कि आई कैन डू दिस। जो बंदा बिलीव करता है कि मैं कर सकता है तो उसकी जिंदगी चेंजेस आनियां शुरू हो जांदियां ने। एक होर गल ये वे कि पेन नू एक लाइफ की फिलोसफी की है। लाइफ की फिलोसफी है कि जिंदगी कदी ना कदी पेन इंसान नू होनी है, कोई ना कोई बीमारियां भी होनी है जो एज वधदी है। इस गल ते अगर असी हर वक्त परेशान होंदे रहांगे, दुखी होंदे रहांगे तो असी बहुत सफ़र करना शुरू कर देंगे। जो इंसान सफ़र करता है ना तो वह अपने नाल भी खुश नहीं होंदा ते दूजियां दे नाल भी खुश नहीं होंदा। उहदा अपने वाल एटीट्यूड नैगेटिव हो जाता है, दूसरियां दे नाल भी एटीट्यूड नैगेटिव हो जाता है। एक मिसाल दांगी कि अपने वाल नैगेटिव एटीट्यूड की हो सकता है। मसलन मैं समझना शुरू कर दियां कि जी मैं तो डिसेबल हो गया, हुण तो मेरी जिंदगी खत्म हो गई है, हुण मैं जीवां या ना जीवां। इसी तरह वो अपने आप को डिफेक्टिव तो डैमेज समझना शुरू कर देता है। जो इंसान अपने आप को डिफेक्टिव तो डैमेज समझता है ना तो वो लाजमी गल है कि वो डिप्रैशन या एनजाइटी या सफरिंग पैदा हो जाती है। तो जो एनजाइटी तो डिप्रैशन पैदा हो जाता है तो मैं तुहानू पहलों दसिया कि ये बंदे की पेन वधा देता है। दूसरियां वाला एटीट्यूड ये किस तरह फर्क हो सकता है? दूसरियां वाला एटीट्यूड इस तरह फर्क होता है कि जो मूड खराब हो गया कि मैनू पेन होंदी है तो खामखा लोगों के नाल कपाई करी जाना, लोगों को बार बार कंप्लेन्स करना, एक कंप्लेन करना कि जी मेरा तो कोई ख्याल नहीं रखता। ये लाजमी गल है कि ये बंदे का रिलेशनशिप खराब हो जाएगा अपने इंपोर्टेंट लोगों के नाल जिन्हां दे नाल तुसीं रहिंदे हो। जो रिलेशनशिप खराब हो जाता है तो पहला असर इंसान के मूड ते पैंदा है कि इंसान का नैगेटिव होंदा है। तो ये पहलों भी गल हो चुकी है कि जो मूड नैगेटिव होएगा तो पेन वध जाएगी। अगली गल असीं ये करना चाहते हैं कि किस तरह इंसान दियां जिहड़ियां थॉट्स ने वो भी उहदे मैंटल हैल्थ ते असरअंदाज हुंदियां ने ते मैंटल हैल्थ फिर असरअंदाज हुंदी है उहदे आर्थराइटिस ते पेन ते। थोड़ियां जिहियां मैं सोचां दी मिसाल देना चाहनी हाँ। पहली सोच ये वे कि इंसान अपनी सोच दे नाल चीज़ां नूं बहुत वधा भी सकदा है ते घटा भी सकदा है। तुसीं देखिया होएगा कि बाज़ लोकी जिहड़े ने निक्की निक्की गल्लां ते बड़ी लम्मी पा दिंदे ने ते बाद जिहड़े ने कहंदे ने कि नहीं ये तो कोई एडी वड्डी गल नहीं। सेम प्रॉब्लम नूं तुसीं अपनी जिंदगी च एक एक्सपेरीमेंट करके देखो कि सेम प्रॉब्लम जो डेली जिंदगी दे इंसान दे प्रॉब्लम ने ਉਹਨੂੰ ਤੁਸੀਂ जिस वक्त भी ਤੁਸੀਂ एक्सपीरियंस करते हो तो मैं ਇਹਨੂੰ मैनेज कर लांगा, या किसी बंदे ने ਤੁਹਾਡੇ ਨਾਲ कोई बुरा सलूक किया ਤੁਸੀਂ ਕਹਿੰਦੇ हो हाँ ਮੈਨੂੰ ਚੰਗਾ ਤਾਂ नहीं लगा कि उन्हें मेरे ਨਾਲ इस तरह किया, लेकिन चलो कोई गल नहीं, देखते हैं ਇਹਨੂੰ सॉल्व करने की कोशिश करते हैं प्रॉब्लम ਨੂੰ ਤੇ ਉਹ प्रॉब्लम का इफेक्ट ਤੁਹਾਡੇ मूड ਤੇ डिफरेंट होएगा। ਇਹਦੇ ਬਰਕਸ ਤੁਸੀਂ ਜੇ ਕਹੋ कि हाँ ये होया क्यों, मैं ਤੇ ਇਹ ਗੱਲ ਨੂੰ ਲੰਮਾ ਪਾ ਦੇਣਾ ਹੈ ਤੇ ਅਸੀਂ ਇਹਨੂੰ ਅੰਗਰੇਜ਼ੀ ਚ ਕਹਿੰਦੇ ਆ ਕੈਟਾਸਟ੍ਰੋਫਾਈਜ਼ਿੰਗ ਜਾਂ ਮੈਗਨੀਫਿਕੇਸ਼ਨ। ਇੱਕ ਛੋਟੇ ਜਿਹੇ ਪ੍ਰੋਬਲਮ ਨੂੰ ਵਧਾ ਦੇਣਾ, ਕਿੰਨਾ ਤੁਸੀਂ ਵਧਾਉਂਦੇ ਹੋ ਇਹ ਤੁਹਾਡੀ ਆਪਣੀ ਪਰਸਨੈਲਿਟੀ ਤੇ ਡਿਪੈਂਡ ਕਰਦਾ ਹੈ। ਇਸੇ ਤਰ੍ਹਾਂ ਪੇਨ ਨੂੰ ਵੀ ਇੱਕ ਜ਼ਿੰਦਗੀ ਦਾ ਫੈਕਟ ਸਮਝੋ। ਜਦੋਂ ਜ਼ਿੰਦਾ ਰਹਿੰਦੇ ਆ ਤੇ ਪ੍ਰੋਬਲਮਸ ਵੀ ਹੁੰਦੇ ਨੇ, ਪਰ ਇਹ ਜ਼ਿੰਦਗੀ ਦਾ ਇੱਕ ਪਹਿਲੂ ਹੈ। ਹਾਂ ਪੇਨ ਨੂੰ ਮੈਨੇਜ ਕਰਕੇ ਜ਼ਿੰਦਗੀ ਸਟਿਲ ਇੰਜੋਏ ਕੀਤੀ ਜਾ ਸਕਦੀ ਹੈ। ਇੱਕ ਹੋਰ ਨੈਗੇਟਿਵ ਜਿਹੜਾ ਥਾਟ ਦਾ अंदाज है वो ये वे कि असी नैगेटिव प्रिडिक्शंस बड़ियां करते हैं। इसकी वजह यह कि इंसान ना हर वक्त अपने आप को सेफ्टी च रखना चाहता है, अपने खानदान वास्ते अपने वास्ते कोई भी परेशानी किसी को भी चंगी नहीं लगती, ये बड़ी नैचुरल गल है। लेकिन असी लंबियां लंबियां प्रिडिक्शंस करना शुरू कर देने हैं। मसलन ये कहने हुण मैनू आर्थराइटिस हो गया, हुण ते मेरे अगले जिहड़े 5 साल 10 साल बस मैं तो डिसेबल ही हो जाऊंगा, बस हुण मैं किसी दे नाल की मिलना जुलना है। बस अपने आप को नैगेटिव इमेजिज भी लोगों को आने शुरू कर देंगे ने। मसलन मेरे पेशेंट्स मैनूं दसदे ने कि नैगेटिव इमेज ये आंदा है कि जी कुर्सी ते साइड ते बैठे हुए हैं, घर वाले बाकी लोग फन कर रहे हैं, बाहर जा रहे हैं, तो मैं तो बिल्कुल बीमार अपने आप को वेखदा है। जिहड़ी नैगेटिव प्रिडिक्शंस ने ना इंसान दियां फ्यूचर के बारे च, पहली गल तो समझ लो कि असी कोई नजूमी नहीं हैगे।
ਅਸੀਂ ਫੋਰਚੂਨ ਟੈਲਰ ਨਹੀਂ ਹੈਗੇ, ਅਸੀਂ ਕੋਈ ਵੀ ਪ੍ਰਿਡਿਕਟ ਨਹੀਂ ਕਰ ਸਕਦਾ ਕੋਈ ਵੀ ਬੰਦਾ ਆਪਣੇ ਫਿਊਚਰ ਨੂੰ। ਤੇ ਫਿਊਚਰ ਦੇ ਬਾਰੇ 'ਚ ਅੰਦਾਜ਼ੇ ਜੇ ਤੁਸੀਂ ਚੰਗੇ ਨਹੀਂ ਲਾ ਸਕਦੇ ਨਾ, ਤੇ ਖਰਾਬ ਅੰਦਾਜ਼ੇ ਲਾਣੇ ਵੀ ਬੰਦ ਕਰ ਦਿਓ। ਤੁਸੀਂ ਨਿਊਟਰਲ ਰਹੋ, ਚੰਗਾ ਵੀ ਹੋ ਸਕਦਾ ਹੈ, ਭੈੜਾ ਵੀ ਹੋ ਸਕਦਾ ਹੈ। ਇੱਕ ਹੋਰ ਸੋਚਣ ਦਾ ਅੰਦਾਜ਼ ਇਹ ਵੀ ਕਿ ਅਸੀਂ ਬਲੈਕ ਐਂਡ ਵਾਈਟ ਦੇਖਣ ਦੇ ਆਦੀ ਹੋ ਜਾਂਦੇ ਹਾਂ। ਕਿਤੇ ਤੇ ਮੇਰੀ ਜ਼ਿੰਦਗੀ ਬਹੁਤ ਸ਼ਾਨਦਾਰ ਸੀ ਜਦੋਂ ਆਰਥਰਾਈਟਸ ਨਹੀਂ ਸੀ, ਤੇ ਹੁਣ ਮੇਰੀ ਜ਼ਿੰਦਗੀ 'ਚ ਸਾਰਾ ਕੁਝ ਖਰਾਬ ਹੋ ਗਿਆ। ਹਾਲਾਂਕਿ ਤੁਸੀਂ ਅਗਰ ਗੌਰ ਕਰੋ ਤੇ ਜ਼ਿੰਦਗੀ 'ਚ ਬੜੀਆਂ ਪਿਆਰੀਆਂ ਚੀਜ਼ਾਂ ਹੱਲੇ ਵੀ ਹੈਗੀਆਂ ਨੇ, ਤੁਸੀਂ ਉਹਨਾਂ ਵੱਲ ਅੱਖ ਖੋਲ੍ਹਣ ਦੀ ਜ਼ਰੂਰਤ ਹੈ। ਤੇ ਇਹਦਾ ਇਲਾਜ ਇਹ ਵੇ ਕਿ ਤੁਸੀਂ ਨੈਗੇਟਿਵ ਤੇ ਫੋਕਸ ਕਰਨ ਦੀ ਬਜਾਏ ਤੁਸੀਂ ਆਪਣੀਆਂ ਥਾਟਸ ਨੂੰ ਹੈਲਦੀ ਰੱਖੋ। ਜੋ ਜ਼ਿੰਦਗੀ 'ਚ ਬਲੈਸਿੰਗਸ ਨੇ ਉਹਨਾਂ ਨੂੰ ਇੰਜੋਏ ਕਰੋ। ਇਹਨੂੰ ਜ਼ਿੰਦਗੀ ਦਾ ਇੱਕ ਪਹਿਲੂ ਸਮਝੋ, ਇਹਨੂੰ ਜ਼ਿੰਦਗੀ ਦੇ ਸਾਰੇ ਜ਼ਿੰਦਗੀ ਤੇ ਨਾ ਫੈਲਾਓ। ਤੇ ਇਹਦਾ ਇਲਾਜ ਇਹ ਵੇ ਕਿ ਤੁਸੀਂ ਆਪਣੀ ਸੈਲਫ ਟਾਕ ਜਿਹੜੀ ਸੀ ਆਪਣੇ ਆਪ ਦੇ ਨਾਲ ਟਾਕ ਕਰਦੇ ਆ ਨਾ, ਉਹ ਚੰਗੀ ਟਾਕ ਕਰਨਾ ਸ਼ੁਰੂ ਕਰੋ, ਹੋਪਫੁਲ ਟਾਕ ਕਰੋ, ਚੈਲੰਜਿੰਗ ਟਾਕਸ ਕਰੋ, ਤੇ ਸੈਲਫ ਐਫੀਕੈਸੀ ਜਿਹਨੂੰ ਅਸੀਂ ਕਹਿੰਦੇ ਆ ਨਾ ਕਿ ਯੈਸ ਆਈ ਕੈਨ ਡੂ ਇਟ, ਆਈ ਕੈਨ ਬ੍ਰਿੰਗ ਅ ਚੇਂਜ, ਮੈਂ ਆਪਣੀ ਹਾਲਤ 'ਚ ਚੇਂਜ ਲਿਆ ਸਕਦਾ ਹਾਂ ਆਪਣੇ ਲਾਈਫ ਸਟਾਈਲ ਚੇਂਜ ਦੇ ਨਾਲ। ਥੋੜ੍ਹੀਆਂ ਜਿਹੀ ਹੋਰ ਸਟ੍ਰੈਟਜੀਜ਼ ਮੈਂ ਦੱਸਣਾ ਚਾਹਾਂਗੀ, ਉਹ ਇਹ ਨੇ ਕਿ ਤੁਸੀਂ ਆਪਣੀ ਰਿਲੈਕਸੇਸ਼ਨ ਐਕਸਰਸਾਈਜ਼ਿਸ, ਜਿਨ੍ਹਾਂ ਵਿੱਚ ਤੁਸੀਂ ਇਮੈਜਿਨ ਕਰੋ ਕਿ ਮੇਰੀਆਂ ਬੋਨਸ, ਮੇਰੇ ਮਸਲਸ ਤੇ ਮੇਰਾ ਬੋਡੀ ਪੂਰਾ ਰਿਲੈਕਸ ਹੋ ਰਿਹਾ। ਸਿਰ ਤੋਂ ਸਟਾਰਟ ਕਰੋ, ਹੌਲੀ ਹੌਲੀ ਥੱਲੇ ਲੈ ਕੇ ਜਾਓ ਤੇ ਪੈਰ ਤੱਕ ਲੈ ਕੇ ਜਾਓ। ਰਿਲੈਕਸੇਸ਼ਨ ਇਨਸਾਨ ਦੀ ਜਿਸ ਤਰ੍ਹਾਂ ਹੋਰ ਬਿਮਾਰੀਆਂ ਨੂੰ ਠੀਕ ਕਰਦੀ ਏ, ਬਲੱਡ ਪ੍ਰੈਸ਼ਰ ਨੂੰ ਠੀਕ ਕਰਦੀ ਏ, ਤੇ ਇਸੇ ਤਰ੍ਹਾਂ ਹਾਰਟ ਦੀ ਬਿਮਾਰੀਆਂ ਵਾਸਤੇ ਹੈਲਪਫੁਲ ਏ, ਇਸੇ ਤਰ੍ਹਾਂ ਇਹ ਆਰਥਰਾਈਟਸ ਵਿੱਚ ਪੇਨ ਘੱਟ ਕਰਨ 'ਚ ਤੁਹਾਡੀ ਹੈਲਪਫੁਲ ਹੋ ਸਕਦੀ ਏ। ਬੈਕਗਰਾਊਂਡ 'ਚ ਤੁਸੀਂ ਇੱਕ ਅੱਛਾ ਜਿਹਾ ਸੌਫਟ ਮਿਊਜ਼ਿਕ ਲਗਾ ਸਕਦੇ ਹੋ। ਇਹਨੂੰ ਜ਼ਰੂਰ ਕਰੋ, ਸੁਬਾਹ 10-15 ਮਿੰਟ, ਸ਼ਾਮ ਨੂੰ ਵੀ 10-15 ਮਿੰਟ। ਇਸੇ ਤਰ੍ਹਾਂ ਆਪਣੀਆਂ ਹੌਬੀਜ਼ ਡਿਵੈਲਪ ਕਰੋ, ਹੈਲਦੀ ਐਕਟੀਵਿਟੀਜ਼। ਬਹੁਤ ਸਾਰੇ ਲੋਕ ਜਿਹੜੇ ਨੇ ਆਰਥਰਾਈਟਸ 'ਚ ਉਹ ਬੜੇ ਫੀਅਰਫੁਲ ਹੁੰਦੇ ਨੇ ਪੇਨ ਤੋਂ। ਫੀਅਰ ਦੀ ਵਜ੍ਹਾ ਦੇ ਨਾਲ ਉਹ ਬਹੁਤ ਘੱਟ ਹਿਲਣਾ ਜੁਲਣਾ ਸ਼ੁਰੂ ਕਰ ਦਿੰਦੇ ਨੇ। ਇਹਦਾ ਬਹੁਤ ਨੁਕਸਾਨ ਇਹ ਵੇ ਕਿ ਤੁਸੀਂ ਸੁਣਿਆ ਹੋਏਗਾ, ਬਾਕੀ ਸਪੈਸ਼ਲਿਸਟ ਨੇ ਇਹਨਾਂ ਦੇ ਬਾਰੇ 'ਚ ਗੱਲ ਕੀਤੀ ਹੈ ਇਸੇ ਸੈਮੀਨਾਰ ਦੇ ਵਿੱਚ, ਕਿ ਅਗਰ ਜਿੰਨਾ ਘੱਟ ਹਿੱਲੋਗੇ ਉਨੀ ਹੀ ਜ਼ਿਆਦਾ ਬੋਡੀ ਜਿਹੜੀ ਏ ਉਹਦੇ 'ਚ ਰਿਜਿਡਿਟੀ ਪੈਦਾ ਹੋ ਜਾਏਗੀ, ਬੋਨਸ ਨੂੰ ਹਿਲਾਉਣ ਲੱਗੇ ਜ਼ਿਆਦਾ ਦਰਦਾਂ ਹੋਣਗੀਆਂ। ਇਸੇ ਵਾਸਤੇ ਮਾਰਨਿੰਗ ਦੇ ਵਕਤ ਜਦੋਂ ਤੁਸੀਂ ਸੁਬਾਹ ਉੱਠਦੇ ਹੋ ਤੇ ਤੁਹਾਡੀਆਂ ਆਰਥਰਾਈਟਸ ਦੀਆਂ ਸਿੰਪਟਮ ਜ਼ਿਆਦਾ ਹੁੰਦੀਆਂ ਨੇ। ਥੋੜ੍ਹੀ ਜਦੋਂ ਚੱਲਣਾ ਸ਼ੁਰੂ ਕਰ ਦਿੰਦੇ ਹੋ ਤੇ ਜਿਸਮ ਖੁੱਲਣਾ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਇਹ ਵੇ ਕਿ ਡੇਲੀ ਐਕਸਰਸਾਈਜ਼ਿਸ, ਡੇਲੀ ਘਰ ਦਾ ਥੋੜਾ ਕੰਮ, ਇਹ ਨਹੀਂ ਕਿ ਤੁਸੀਂ ਬਹੁਤ ਲੰਮਾ ਘੰਟੇ ਵਾਸਤੇ ਕੰਮ ਕਰੋ, ਹਾਂ ਤੁਸੀਂ ਉਹਦੇ 'ਚ ਬ੍ਰੇਕ ਦਿਓ, ਆਪਣੇ ਆਪ ਨੂੰ ਰਿਲੈਕਸੇਸ਼ਨ ਦੀਆਂ ਬ੍ਰੇਕਸ ਦਿਓ, ਤੇ ਉਸ ਤੋਂ ਬਾਅਦ ਛੋਟੇ ਘਰ ਦੇ ਸਾਰੇ ਕੰਮ ਖੁਦ ਕਰੋ। ਉਹਦੇ ਨਾਲ ਕੀ ਹੋਏਗਾ ਕਿ ਆਪਣੇ ਬਾਰੇ 'ਚ ਪੋਜ਼ਿਟਿਵ ਇਮੇਜ ਤੁਹਾਡਾ ਪੈਦਾ ਹੋਏਗਾ। ਲਾਸ ਦੀ ਜਿਹੜੀ ਕੈਫੀਅਤ ਹੈ ਕਿ ਹਾਂ ਮੇਰਾ ਤਾਂ ਸਾਰਾ ਕੁਝ ਲੋਸਟ ਹੋ ਗਿਆ, ਉਹ ਘੱਟ ਹੋਣਾ ਸ਼ੁਰੂ ਹੋ ਜਾਏਗਾ। ਜਿਹੜੀ ਪ੍ਰੋਡਕਟਿਵਿਟੀ ਦੀਆਂ ਫੀਲਿੰਗਸ ਘੱਟ ਹੋ ਗਈਆਂ ਨੇ, ਉਹ ਪੈਦਾ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਹਰ ਬੰਦਾ ਆਪਣੇ ਆਪ ਨੂੰ ਇੱਕ ਯੂਜ਼ਫੁਲ ਬੰਦੇ ਦੇ ਤੌਰ ਤੇ ਦੇਖਣਾ ਚਾਹੁੰਦਾ ਹੈ, ਚੱਲਦਾ ਫਿਰਦਾ ਦੇਖਣਾ ਚਾਹੁੰਦਾ ਹੈ। ਲੇਕਿਨ ਛੋਟੀਆਂ ਇੱਕ ਤੇ ਘਰ ਦੀਆਂ ਐਕਟੀਵਿਟੀਜ਼ ਕਰੋ, ਘਰ ਦਾ ਕੰਮਕਾਜ ਕਰੋ, ਉਸ ਤੋਂ ਬਾਅਦ ਆਪਣੀ ਹੌਬੀਜ਼ ਡਿਵੈਲਪ ਕਰੋ, ਜਿਸ ਤਰ੍ਹਾਂ ਵਾਕਸ ਹੈ, ਜਿਸ ਤਰ੍ਹਾਂ ਕਿ ਮੂਡ ਅੱਛਾ ਰੱਖਣ ਵਾਸਤੇ ਆਪਣੇ ਪਿਆਰਿਆਂ ਦੇ ਨਾਲ ਗੱਲਬਾਤ ਹੈ, ਉਹਨਾਂ ਦੇ ਨਾਲ ਸਪੈਸ਼ਲ ਟਾਈਮ ਸਪੈਂਡ ਕਰੋ। ਜਿਸ ਤਰ੍ਹਾਂ ਅੱਜ ਕੱਲ੍ਹ ਕੋਵਿਡ 'ਚ ਨਹੀਂ ਕਰ ਸਕਦੇ, ਤੁਸੀਂ ਆਪਣੀਆਂ ਮਾਰਨਿੰਗ ਜਾਂ ਡਿਨਰ ਟਾਈਮ ਜ਼ੂਮ ਦੇ ਉੱਤੇ ਜਾਂ ਕੋਈ ਹੋਰ ਵੀਡੀਓ ਦਾ ਚੈਨਲ ਹੈ, ਵਟਸਐਪ ਹੈ, ਮੈਸੇਂਜਰ ਹੈ, ਉਹਦੇ ਤੇ ਤੁਸੀਂ ਆਪਣੀਆਂ ਮੀਟਿੰਗਸ ਕਰੋ, ਜਿਹਦੇ 'ਚ ਇਕੱਠੇ ਬੈਠ ਕੇ ਖਾਓ, ਸ਼ੇਅਰ ਕਰੋ, ਇੱਕ ਦੂਜੇ ਦੇ ਨਾਲ ਹੱਸੋ ਬੋਲੋ। ਇਸੇ ਤਰ੍ਹਾਂ ਆਪਣੀਆਂ ਫਰੈਂਡਸ ਨੂੰ ਕਾਲ ਕਰ ਲਓ ਜਦੋਂ ਮੂਡ ਖਰਾਬ ਹੈ, ਕਿਉਂਕਿ ਮੂਡ ਜਦੋਂ ਖਰਾਬ ਹੋਏਗਾ ਦਰਦ ਦੀ ਵਜ੍ਹਾ ਦੇ ਨਾਲ, ਉਸ ਵਕਤ ਤੁਸੀਂ ਮੈਨੇਜ ਕਰਨਾ ਹੈ। ਉਹਦੇ ਬਾਰੇ 'ਚ ਮਜ਼ੀਦ ਸੋਚਣ ਦੇ ਨਾਲ ਆਰਥਰਾਈਟਸ ਦੀ ਪੇਨ ਨਹੀਂ ਘੱਟ ਹੋਣੀ, ਲੇਕਿਨ ਹਾਂ ਅਗਰ ਤੁਸੀਂ ਆਪਣੇ ਆਪ ਨੂੰ ਜਿਸ ਤਰ੍ਹਾਂ ਕੁਸ਼ਨਸ ਲਾ ਕੇ ਆਪਣੇ ਆਪ ਨੂੰ ਸੈੱਟ ਕਰਕੇ ਬੈਠ ਕੇ ਆਪਣਾ ਫੇਵਰਟ ਟੀਵੀ ਦਾ ਪ੍ਰੋਗਰਾਮ ਲਗਾ ਲਿਆ, ਕੋਈ ਨਾਈਸ ਮਿਊਜ਼ਿਕ ਲਗਾ ਲਿਆ, ਕੌਫੀ ਦਾ ਕੱਪ ਆਪਣੇ ਹੱਥ 'ਚ ਫੜ ਲਿਆ, ਜਾਂ ਜੋ ਕੁਝ ਵੀ ਤੁਸੀਂ ਅੱਛੀ ਆਪਣੀ ਡਾਈਟ ਲੈ ਰਹੇ ਹੋ ਉਹ ਡਾਈਟ ਲੈਣਾ ਸ਼ੁਰੂ ਕਰ ਦਿੱਤੀ, ਆਪਣੀ ਫਰੈਂਡ ਦੇ ਨਾਲ ਗੱਪਬਾਜ਼ੀ ਕਰ ਲਈ, ਕੋਈ ਫੋਨ ਕਰ ਲਿਆ, ਕਿਸੇ ਦੇ ਨਾਲ ਕੋਈ ਵਟਸਐਪ ਤੇ ਵੀਡੀਓ ਕਾਲ ਕਰ ਲਈ, ਤੇ ਟਾਈਮ ਚੰਗਾ ਪਾਸ ਹੋ ਜਾਏਗਾ। ਲੇਕਿਨ ਐਂਜ਼ਾਈਟੀ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਜਿੰਨੀ ਹੋਰ ਐਂਜ਼ਾਈਟੀ ਹੋਏਗੀ, ਪੇਨ ਤੁਹਾਡੀ ਹੋਰ ਵੱਧ ਜਾਏਗੀ। ਇਸੇ ਤਰ੍ਹਾਂ ਆਪਣੇ ਆਪ ਨੂੰ ਅਸੀਂ ਡਿਸਟਰੈਕਟ ਕਰਨਾ ਹੁੰਦਾ ਹੈ, ਪੇਨ ਤੇ ਫੋਕਸ ਨਹੀਂ ਕਰਨਾ, ਬਲਕਿ ਫੋਕਸ ਕਿਸੇ ਹੋਰ ਚੀਜ਼ ਤੇ ਕਰਨਾ ਜਿਹੜੀ ਨਾਈਸ ਹੈ। ਫੋਰ ਐਗਜ਼ਾਮਪਲ ਮਿਊਜ਼ਿਕ ਤੇ ਫੋਕਸ ਕਰ ਲਓ, ਬੜਾ ਸੌਫਟ ਮਿਊਜ਼ਿਕ ਬੈਕਗਰਾਊਂਡ ਤੇ ਚਲਾਓ। ਆਪਣੀ ਇਮੈਜੀਨੇਸ਼ਨ ਦੇ ਵਿੱਚ ਤੁਸੀਂ ਬੀਚ ਤੇ ਚਲੇ ਜਾਓ, ਫੀਲ ਕਰੋ ਕਿ ਤੁਸੀਂ ਬੀਚ ਤੇ ਵਾਕ ਅਰਾਊਂਡ ਕਰ ਰਹੇ ਹੋ, ਤੇ ਉਹਦੇ ਨਾਲ ਆਪਣੀ ਇੱਕ ਰਿਲੈਕਸੇਸ਼ਨ ਦੀ ਐਕਟੀਵਿਟੀ ਕਰੋ ਕਿ ਬੜਾ ਆਪਣੀ ਬਰੀਦਿੰਗ ਤੇ ਧਿਆਨ ਦਿਓ, ਬਰੀਦਿੰਗ ਇਨ ਤੇ ਬਰੀਦਿੰਗ ਆਊਟ, ਬੜਾ ਸਲੋ ਬਰੀਦਿੰਗ ਇਨ, ਬਰੀਦਿੰਗ ਆਊਟ ਸਲੋ, ਤੇ ਇਮੈਜਿਨ ਕਰੋ ਕਿ ਜਿਸ ਤਰ੍ਹਾਂ ਤੁਹਾਡੇ ਬੋਡੀ ਦੇ ਵਿੱਚੋਂ ਪੇਨ ਬਾਹਰ ਨਿਕਲ ਰਹੀ ਹੈ ਹੌਲੀ ਹੌਲੀ।
ਜਦੋਂ ਕੋਈ ਪ੍ਰੋਬਲਮ ਹੋਵੇ ਆਪਣੇ ਫੈਮਿਲੀ ਮੈਂਬਰ ਦੇ ਨਾਲ ਜ਼ਰੂਰ ਡਿਸਕਸ ਕਰੋ ਕਿ ਹਾਂ ਮੈਨੂੰ ਪੇਨ ਜ਼ਿਆਦਾ ਹੈ, ਅੱਜ ਮੈਂ ਥੋੜਾ ਬੁਰਾ ਫੀਲ ਕਰ ਰਿਹਾ ਹਾਂ, ਜਾਂ ਕੋਈ ਐਕਟੀਵਿਟੀ ਹੈ ਕਿ ਮੈਨੇ ਅੱਜ ਨਹੀਂ ਕਰ ਸਕਦਾ। ਲੇਕਿਨ ਝਗੜੇ ਨਾ ਕਰੋ, ਕੰਪਲੇਨਸ ਨਾ ਕਰੋ, ਲਾਈਫ ਨੂੰ ਇਹ ਨਾ ਪਰਸੀਵ ਕਰੋ ਕਿ ਹਾਂ ਜ਼ਿੰਦਗੀ ਮੇਰੇ ਨਾਲ ਬਹੁਤ ਅਨਫੇਅਰ ਹੋ ਗਈ ਹੈ, ਕਿਉਂਕਿ ਇਹ ਸਾਰੀਆਂ ਨੈਗੇਟਿਵ ਇਮੋਸ਼ਨਸ ਜ਼ਿਆਦਾ ਕਰ ਦਿੰਦੀਆਂ ਨੇ। ਤੇ ਨੈਗੇਟਿਵ ਇਮੋਸ਼ਨਸ ਕੀ ਨੇ? ਐਂਗਰ ਹੈ, ਗੁੱਸਾ ਹੈ, ਫਰਸਟ੍ਰੇਸ਼ਨ ਹੈ, ਐਂਜ਼ਾਈਟੀ ਹੈ, ਸੈਡਨੈਸ ਹੈ। ਇਹਦਾ ਇਲਾਜ ਕਰੋਗੇ, ਇੱਕ ਨਵੀਂ ਨਜ਼ਰ ਦੇ ਨਾਲ ਦੁਨੀਆ ਨੂੰ ਦੇਖੋਗੇ ਤੇ ਇਹ ਘੱਟ ਹੋਣਾ ਸ਼ੁਰੂ ਹੋ ਜਾਣਗੇ, ਤੇ ਇੱਕ ਪੋਜ਼ਿਟਿਵ ਆਊਟਲੁੱਕ ਜਿਹੜਾ ਪੈਦਾ ਕਰੋਗੇ ਤੇ ਉਹਦੇ ਨਾਲ ਪ੍ਰੋਬਲਮ ਹੱਲ ਹੋਣਾ ਸ਼ੁਰੂ ਹੋ ਜਾਣਗੇ। ਲਾਈਫ 'ਚ ਇਨਸਾਨ ਨੂੰ, ਜਿਸ ਤਰ੍ਹਾਂ ਮੈਂ ਪਹਿਲੋਂ ਕਿਹਾ, ਪੇਨ ਇੱਕ ਜ਼ਿੰਦਗੀ ਦਾ ਪਾਰਟ ਹੈ, ਪਰ ਇਹ ਜ਼ਿੰਦਗੀ ਦਾ ਇੱਕ ਪਾਰਟ ਹੈ। ਹੋਰ ਬਹੁਤ ਸਾਰੇ ਪਾਰਟ ਨੇ ਤੁਹਾਡੇ। ਇੱਕ ਵਾਈਫ ਦਾ ਰੋਲ, ਇੱਕ ਹਸਬੈਂਡ ਦਾ ਰੋਲ, ਇੱਕ ਇੰਪੋਰਟੈਂਟ ਬੰਦਾ ਕਮਿਊਨਿਟੀ ਦਾ। ਤੁਹਾਡੇ ਅੰਦਰ ਬਹੁਤ ਸਾਰੀਆਂ ਖੂਬੀਆਂ ਨੇ ਜਿਹੜੀਆਂ ਉਹਨਾਂ ਨੂੰ ਹਰ ਵਕਤ ਯਾਦ ਕਰੋ ਤੇ ਉਹਨਾਂ ਨੂੰ ਅੰਡਰਸਟੈਂਡ ਕਰੋ। ਅੱਛਾ, ਹੁਣ ਮੈਂ ਐਂਡ ਤੇ ਮੈਂ ਸਾਡਾ ਟਾਈਮ ਖਤਮ ਹੋ ਰਿਹਾ, ਲੇਕਿਨ ਐਂਡ ਇਸ ਚੀਜ਼ ਤੇ ਕਰਾਂਗੀ। ਪਹਿਲੋਂ ਤੇ ਸਟ੍ਰੈਟਜੀਜ਼ ਵਾਈ ਕਿ ਸੈਲਫ ਸੂਦਿੰਗ ਐਕਟੀਵਿਟੀਜ਼ ਕਰੋ। ਐਸੀਆਂ ਸੂਦਿੰਗ ਐਕਟੀਵਿਟੀਜ਼ ਉਹ ਹੁੰਦੀਆਂ ਨੇ ਜਿਹਦੇ ਨਾਲ ਤੁਹਾਨੂੰ ਚੰਗਾ ਫੀਲ ਹੁੰਦਾ ਹੈ, ਭਾਵੇਂ ਉਹ ਕੁਛ ਵੀ ਹੋਵੇ। ਜਿਸ ਤਰ੍ਹਾਂ ਬਾਥ ਟਬ ਦੇ ਵਿੱਚ ਲੰਬਾ ਬਾਥ ਲੈ ਲੈਣਾ, ਐਪਸਮ ਸਾਲਟ ਯੂਜ਼ ਕਰਨਾ ਤੇ ਆਪਣੇ ਮਸਲਸ ਨੂੰ ਤੇ ਬੋਨਸ ਨੂੰ ਰਿਲੈਕਸ ਕਰਨਾ। ਐਸੀਆਂ ਜਿਹੜੀਆਂ ਵੀ ਐਕਟੀਵਿਟੀਜ਼ ਨੇ, ਕੈਂਡਲ ਜਲਾ ਕੇ, ਪਰਫਿਊਮਡ ਕੈਂਡਲ ਦੇ ਨਾਲ ਲੰਮਾ ਬਾਥ ਲਓ, ਜਿਹੜੀਆਂ ਵੀ ਚੰਗੀਆਂ ਫੀਲ ਹੁੰਦੀਆਂ ਨੇ, ਆਪਣੇ ਆਪ ਨੂੰ ਸੂਦ ਕਰੋ ਤਾਂ ਕਿ ਤੁਹਾਡੇ ਮੂਡ ਤੇ ਚੰਗੇ ਤਾਸੁਰਾਤ ਹੋਣ। ਥੋੜ੍ਹੀਆਂ ਜਿਹੀ ਅਸੀਂ ਤੁਹਾਡੇ ਵਾਸਤੇ ਮੈਂ ਕੋਈ 1-2 ਸਲਾਈਡਸ ਰੱਖੀਆਂ ਨੇ ਜਿਹਦੇ ਵਿੱਚ ਰਿਸੋਰਸਿਸ ਦਾ ਜ਼ਿਕਰ ਹੈ ਸਾਊਥ ਏਸ਼ੀਅਨ ਕਮਿਊਨਿਟੀ ਵਾਸਤੇ। ਇੱਕ ਤੇ ਪਹਿਲੀ ਸਲਾਈਡ ਇਹ ਵੇ, ਸੋ ਦਿਸ ਇਜ਼ ਦਾ ਫਸਟ ਸਲਾਈਡ ਅਬਾਊਟ ਦਾ ਰਿਸੋਰਸਿਸ। ਇਹਦੇ ਵਿੱਚ ਤੁਹਾਨੂੰ ਨਜ਼ਰ ਆਏਗਾ ਕਿ ਇੱਕ ਸਾਊਥ ਏਸ਼ੀਅਨ ਲੇਡੀਜ਼ ਦਾ ਗਰੁੱਪ ਹੈ, ਉਹਦਾ ਟੈਲੀਫੋਨ ਨੰਬਰ ਵੀ ਮੈਂ ਦਿੱਤਾ ਹੈ। ਇੱਕ ਡਾਇਵਰਸਿਟੀ, ਇੱਕ ਸਾਡਾ ਅਦਾਰਾ ਹੈ ਜਿਹੜਾ ਫਰੇਜ਼ਰ ਹੈਲਥ ਦੀ ਏਡ ਦੇ ਨਾਲ ਚੱਲਦਾ ਹੈ। ਇਹਦੇ ਵਿੱਚ ਵੀ ਬਹੁਤ ਸਾਰੇ ਤੁਹਾਨੂੰ ਪੰਜਾਬੀ ਸਪੀਕਿੰਗ ਕਾਉਂਸਲਰ ਮਿਲ ਜਾਣਗੇ। ਜਦੋਂ ਕੋਈ ਮਸਲਾ ਹੋਵੇ, ਆਪਣੀ ਐਂਜ਼ਾਈਟੀ ਹੋਵੇ, ਪਰੇਸ਼ਾਨੀ ਹੋਵੇ, ਉਹਦੇ ਨਾਲ ਜਾ ਕੇ ਡਿਸਕਸ ਕਰੋ। ਤੇ ਇੱਕ ਵੈਬਸਾਈਟ ਦਾ ਵੀ ਮੈਂ ਐਡਰੈਸ ਦਿੱਤਾ ਹੈ, ਇਹ ਵੀ ਸਾਊਥ ਏਸ਼ੀਅਨ ਪ੍ਰੋਗਰਾਮ ਰਨ ਕਰਦੇ ਨੇ। ਤੇ ਇੱਕ ਅਗਲੀ ਸਲਾਈਡ, ਸੋ ਦਾ ਨੈਕਸਟ ਸਲਾਈਡ ਇਜ਼ ਅਬਾਊਟ ਜਨਰਲ ਮੈਂਟਲ ਹੈਲਥ ਰਿਸੋਰਸਿਸ। ਇਹ ਜਨਰਲ ਮੈਂਟਲ ਹੈਲਥ ਰਿਸੋਰਸਿਸ ਆਰਥਰਾਈਟਿਸ ਦੇ ਸਿਲਸਿਲੇ 'ਚ ਨੇ। ਤੇ ਪਹਿਲੇ ਵਾਲਾ ਫॉर ਐਗਜ਼ਾਮਪਲ ਆਰਥਰਾਈਟਿਸ ਦੀ ਵੈਬਸਾਈਟ ਦਾ ਜ਼ਿਕਰ ਕੀਤਾ ਹੈ। ਦੂਸਰਾ ਹੈ ਕਿ ਆਪਣੇ ਸਰੀ ਦੇ ਵਿੱਚ ਇੱਕ ਅਰਜੈਂਟ ਕੇਅਰ ਰਿਸਪੌਂਸ ਸੈਂਟਰ ਹੈ। ਅਗਰ ਤੁਹਾਨੂੰ ਫੀਲ ਹੋਵੇ ਕਿ ਤੁਹਾਡਾ ਮੂਡ ਸਹੀ ਨਹੀਂ ਹੈਗਾ ਤੇ ਉਸੇ ਦਿਨ ਤੁਹਾਨੂੰ ਉੱਥੇ ਅਪਾਇੰਟਮੈਂਟ ਤੁਸੀਂ ਲੈ ਸਕਦੇ ਹੋ, ਵਾਕ ਇਨ ਕਰ ਸਕਦੇ ਹੋ। ਇਹਦੇ ਇਲਾਵਾ ਸਰੀ ਮੈਂਟਲ ਹੈਲਥ ਪ੍ਰੋਗਰਾਮ ਹੈ। ਸਰੀ ਮੈਂਟਲ ਹੈਲਥ ਦੇ ਇਲਾਵਾ ਜਿਹੜੇ ਹੋਰ ਇਲਾਕੇ ਨੇ, ਜਿਸ ਤਰ੍ਹਾਂ ਲੈਂਗਲੇ ਦਾ ਇਲਾਕਾ ਹੈ, ਡੈਲਟੇ ਦਾ ਇਲਾਕਾ ਹੈ, ਇਹਨਾਂ ਸਾਰਿਆਂ ਇਲਾਕਾ ਦੇ ਵਿੱਚ ਆਪਣੇ ਆਪਣੇ ਮੈਂਟਲ ਹੈਲਥ ਸੈਂਟਰ ਨੇ ਜਿਹਦੇ ਵਿੱਚ ਮੁxtਲਿਫ ਪ੍ਰੋਗਰਾਮ। ਅਗਰ ਤੁਸੀਂ ਆਪਣੇ ਮੈਂਟਲ ਹੈਲਥ ਪ੍ਰੋਬਲਮ ਵਾਸਤੇ ਉੱਥੇ ਜਾਂਦੇ ਹੋ, ਰਜਿਸਟਰਡ ਕਰਦੇ ਹੋ, ਤੇ ਉਹਦੇ ਵਿੱਚ ਮੁxtਲਿਫ ਪ੍ਰੋਗਰਾਮ ਨੇ ਜਿਹੜੇ ਕਿ ਤੁਹਾਨੂੰ ਇਹਦੇ ਵਿੱਚ ਹੈਲਪ ਕਰਨਗੇ ਆਪਣੀ ਮੈਂਟਲ ਤੇ ਫਿਜ਼ੀਕਲ ਹੈਲਥ ਅਟੇਨ ਕਰਨ 'ਚ। ਫॉर ਐਗਜ਼ਾਮਪਲ ਐਕਸਰਸਾਈਜ਼ ਥੈਰੇਪੀ ਪ੍ਰੋਗਰਾਮ ਨੇ, ਮਾਈਂਡਫੁਲ ਲੀਜਰ ਐਕਟੀਵਿਟੀਜ਼ ਨੇ ਜਿਹੜੀਆਂ ਤੁਹਾਨੂੰ, ਕਿ ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਮਾਈਂਡਫੁਲਨੈਸ ਦਾ ਮਕਸਦ ਕੀ ਹੈ? ਮਾਈਂਡਫੁਲਨੈਸ ਦਾ ਮਤਲਬ ਇਹ ਵੀ ਕਿ ਤੁਸੀਂ ਕਰੰਟ ਮੂਮੈਂਟ, ਇਸ ਵਕਤ ਦੇ ਵਿੱਚ ਰਹੋ। ਮਾਜ਼ੀ ਦੇ ਬਾਰੇ 'ਚ ਨਾ ਜਾਓ, ਫਿਊਚਰ ਦੇ ਬਾਰੇ 'ਚ ਨਾ ਜਾਓ, ਕਿਉਂਕਿ ਮਾਜ਼ੀ ਦੇ ਬਾਰੇ ਜਾਓਗੇ ਤੇ ਬੜੇ ਨੈਗੇਟਿਵ ਥਾਟਸ ਆਉਣਗੀਆਂ, ਜ਼ਿੰਦਗੀ ਇੰਜ ਕਿਉਂ ਹੋਈ, ਮੈਂ ਇੰਜ ਨਾ ਕਰਦਾ, ਬੜੀਆਂ ਰਿਗਰੈਟਸ ਆਉਣਗੀਆਂ। ਜੇ ਫਿਊਚਰ 'ਚ ਜਾਓਗੇ ਤਾਂ ਸੋਚੋਗੇ ਪਤਾ ਨਹੀਂ 5 ਸਾਲ ਬਾਅਦ ਮੇਰੇ ਆਰਥਰਾਈਟਿਸ ਦਾ ਕੀ ਹਾਲ ਹੋਏਗਾ। ਤੁਸੀਂ ਰਹਿਣਾ ਅੱਜ ਦੇ ਕਰੰਟ ਮੂਮੈਂਟ ਦੇ ਵਿੱਚ, ਇਹਨੂੰ ਹੀ ਅਸੀਂ ਮਾਈਂਡਫੁਲਨੈਸ ਕਹਿੰਦੇ ਹਾਂ। ਤੇ ਇਸੇ ਤਰ੍ਹਾਂ ਕੁਝ ਪ੍ਰੋਗਰਾਮਸ ਦਾ ਜ਼ਿਕਰ ਹੈ। ਹੈਲਥੀ ਲਾਈਫਸਟਾਈਲ ਪ੍ਰੋਗਰਾਮ ਹੈ ਜਿਹੜਾ ਮੁxtਲਿਫ ਮੈਂਟਲ ਹੈਲਥ ਸੈਂਟਰ ਰਨ ਕਰਦੇ ਨੇ, ਤੁਸੀਂ ਉਹਨਾਂ ਵਿੱਚ ਵੀ ਸ਼ਮੂਲੀਅਤ ਕਰ ਸਕਦੇ ਹੋ ਅਗਰ ਤੁਸੀਂ ਉਹਨਾਂ ਦੇ ਨਾਲ ਰਜਿਸਟਰ ਹੋ ਜਾਓ। ਸੋ ਇਹ ਮੇਰੀ ਐਂਡ ਹੈ ਟਾਕ ਦਾ। ਅਗਰ ਕੋਈ ਵੀ ਕੁਐਸਚਨ ਹੋਵੇ ਤਾਂ ਤੁਸੀਂ ਉਸ ਤੋਂ ਬਾਅਦ ਕਰ ਸਕਦੇ ਹੋ। ਤੇ ਥੈਂਕ ਯੂ ਸੋ ਮਚ ਕਿ ਤੁਸੀਂ ਮੈਨੂੰ ਸੁਣਿਆ। ਥੈਂਕ ਯੂ ਸੋ ਮਚ। ਹਾਂਜੀ, ਡਾਕਟਰ ਸੁਹੇਲ, ਬੜੇ ਸੋਹਣੇ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਐਕਸਪਲੇਨ ਕੀਤਾ। ਮੈਨੂੰ ਨਹੀਂ ਸੀ ਪਤਾ ਵੀ ਤੁਹਾਡੀ ਪੰਜਾਬੀ ਇੰਨੀ ਵਧੀਆ। ਸੋ ਇਟਸ ਵੈਰੀ ਗੁੱਡ ਟੂ ਸੀ। ਮੈਨੂੰ ਥੋੜਾ ਜਿਹਾ ਭੁਲੇਖਾ ਸੀ ਵੀ ਸ਼ਾਇਦ ਨਾ। ਸੋ ਇਹ ਜਿਹੜਾ ਸਾਰਿਆਂ ਨੂੰ ਨਾ, ਅੱਜ ਮੈਂ ਇੰਟਰਪਟ ਨਹੀਂ ਕੀਤਾ ਕਿਉਂਕਿ ਜਿਹੜੀ ਸਵਾਲ ਸਾਰਿਆਂ ਦੇ ਬਹੁਤ ਆਏ ਨੇ, ਤੇ ਸਵਾਲ ਦਾ ਜਵਾਬ ਜਿਹੜਾ ਸਾਡੇ ਕੋਲ ਟਾਈਮ, ਸਾਰੇ ਜਿਹੜੇ ਸਵਾਲ ਨੇ ਨਾ ਆਨਲਾਈਨ ਅਸੀਂ ਆਨਸਰ ਕਰਾਂਗੇ। ਸਿਰਫ 5-7 ਮਿੰਟ ਹੈ ਨੇ, ਪਰ ਅਸੀਂ ਕਾਫੀ ਹੋਰ ਗੱਲਾਂ ਕਰਨ ਵਾਲੀਆਂ ਨੇ ਪ੍ਰੋਗਰਾਮ ਬਾਰੇ, ਉਹ ਸਾਰਿਆਂ ਨੂੰ ਮੈਂ ਉਹਦੇ ਬਾਰੇ ਗੱਲ ਕਰਨੀ ਚਾਹਾਂਗਾ। ਪਰ ਅੱਜ ਦੀਆਂ ਜਿਹੜੀਆਂ ਪ੍ਰੈਜੈਂਟੇਸ਼ਨ ਸੀ ਨਾ, ਸਾਰੀਆਂ ਬੜੀਆਂ ਟਾਪ ਦੀਆਂ ਸਨ। ਸੋ ਸਾਰਿਆਂ ਦਾ ਵੀ ਆਰ ਸੋ ਗ੍ਰੇਟਫੁਲ ਵੀ ਤੁਸੀਂ ਪਾਰਟਿਸਿਪੇਟ ਕੀਤਾ, ਟਾਈਮ ਕੱਢਿਆ ਕੋਵਿਡ ਦੇ ਟਾਈਮ ਦੇ ਵਿੱਚ, ਆਪਣਾ ਟਾਈਮ ਕੱਢ ਕੇ। ਸੋ ਜੇ ਕੈਨ ਯੂ ਪਲੀਜ਼ ਨਾਓ ਅਗਲਾ ਪ੍ਰੋਗਰਾਮ ਦੱਸੋ। ਹਾਂਜੀ, ਸ਼ੋਰ।
ਆਪਾਂ ਸਾਰੇ ਸਿਹਤ ਮਾਹਰਾਂ ਨੂੰ ਸੁਣਿਆ ਅਤੇ ਬਹੁਤ ਜ਼ਰੂਰੀ ਜਾਣਕਾਰੀ ਹਾਸਲ ਕੀਤੀ। ਹੁਣ ਅਸੀਂ ਤੁਹਾਡੇ ਕੋਲੋਂ ਸੁਣਨਾ ਪਸੰਦ ਕਰਾਂਗੇ ਕਿ ਸਿਹਤ ਮਾਹਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਕਿੰਨੀ ਕੁ ਫਾਇਦੇਮੰਦ ਹੈ। ਇਹ ਜਾਣਨ ਲਈ ਅਸੀਂ ਕੁਝ ਸਵਾਲ ਪੁੱਛਣਾ ਚਾਹੁੰਦੇ ਹਾਂ। ਤੁਹਾਡੇ ਨਿਰਪੱਖ ਜਵਾਬ ਸਾਡੇ ਲਈ ਬਹੁਤ ਹੀ ਸਹਾਇਕ ਹੋਣਗੇ। ਪਹਿਲਾ ਸਵਾਲ, ਇਸ ਸੈਸ਼ਨ ਵਿੱਚ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਆਪਣੀ ਸਿਹਤ ਬਾਰੇ ਚੰਗੇ ਫੈਸਲੇ ਲੈਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਮੈਂ ਇੱਕ ਵਾਰ ਫਿਰ ਪੜ੍ਹ ਰਿਹਾ ਜੀ। ਇਸ ਸੈਸ਼ਨ ਵਿੱਚ ਮਰੀਜ਼ਾਂ ਅਤੇ ਪਰਿਵਾਰਾਂ ਨੂੰ ਆਪਣੀ ਸਿਹਤ ਬਾਰੇ ਚੰਗੇ ਫੈਸਲੇ ਲੈਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਤੁਸੀਂ ਥੱਲੇ ਦਿੱਤੇ ਗਏ 4 ਜਵਾਬਾਂ ਤੋਂ ਕੋਈ ਵੀ ਇੱਕ ਚੁਣਨਾ ਹੈ। ਇਹ ਨੇ, ਪਹਿਲਾ ਪੂਰੀ ਤਰ੍ਹਾਂ ਸਹਿਮਤ, ਦੂਜਾ ਸਹਿਮਤ, ਤੀਜਾ ਅਸਹਿਮਤ ਤੇ ਚੌਥਾ ਲਾਗੂ ਨਹੀਂ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਦੂਜਾ ਸਵਾਲ, ਮੇਰੀ ਭਾਗੀਦਾਰੀ ਦੇ ਨਤੀਜੇ ਵਜੋਂ ਮੈਨੂੰ ਆਪਣੀ ਸਿਹਤ ਦੀ ਖੁਦ ਸੰਭਾਲ ਕਰਨ ਲਈ ਆਪਣੇ ਉੱਪਰ ਪੂਰਾ ਭਰੋਸਾ ਹੈ। ਇੱਕ ਵਾਰ ਦੁਬਾਰਾ ਪੜ੍ਹ ਰਹੇ ਹਾਂ ਜੀ। ਮੇਰੀ ਭਾਗੀਦਾਰੀ ਦੇ ਨਤੀਜੇ ਵਜੋਂ ਮੈਨੂੰ ਆਪਣੀ ਸਿਹਤ ਦੀ ਖੁਦ ਸੰਭਾਲ ਕਰਨ ਲਈ ਆਪਣੇ ਉੱਪਰ ਪੂਰਾ ਭਰੋਸਾ ਹੈ। ਥੱਲੇ ਦਿੱਤੇ ਗਏ 4 ਜਵਾਬਾਂ ਤੋਂ ਕੋਈ ਇੱਕ ਤੁਸੀਂ ਚੁਣਨਾ ਹੈ। ਪੂਰੀ ਤਰ੍ਹਾਂ ਸਹਿਮਤ, ਸਹਿਮਤ, ਅਸਹਿਮਤ ਤੇ ਲਾਗੂ ਨਹੀਂ। ਇੱਕ ਵਾਰ ਫਿਰ, ਪਹਿਲਾ ਆਨਸਰ ਪੂਰੀ ਤਰ੍ਹਾਂ ਸਹਿਮਤ, ਦੂਜਾ ਸਹਿਮਤ, ਤੀਜਾ ਅਸਹਿਮਤ ਤੇ ਚੌਥਾ ਲਾਗੂ ਨਹੀਂ। ਤੁਹਾਡਾ ਟਾਈਮ ਚਾਲੂ ਹੁੰਦਾ ਹੈ ਹੁਣ। ਤੀਜਾ ਸਵਾਲ, ਮੈਂ ਭਾਈਚਾਰੇ ਵਿੱਚ ਉਪਲਬਧ ਸਰੋਤ ਅਤੇ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕੁਐਸਚਨ ਹੈ ਜੀ, ਮੈਂ ਭਾਈਚਾਰੇ ਵਿੱਚ ਉਪਲਬਧ ਸਰੋਤ ਅਤੇ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਹਿਲਾ ਉੱਤਰ ਪੂਰੀ ਤਰ੍ਹਾਂ ਸਹਿਮਤ, ਦੂਜਾ ਸਹਿਮਤ, ਤੀਜਾ ਅਸਹਿਮਤ ਤੇ ਚੌਥਾ ਲਾਗੂ ਨਹੀਂ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਹੁਣ। ਥੈਂਕ ਯੂ ਜੀ। ਡਾਕਟਰ ਚੀਮਾ ਜੀ। ਹਾਂਜੀ, ਜੇ ਅੱਜ ਅਸੀਂ ਕੁਐਸਚਨਸ ਆਨਸਰ ਨਹੀਂ, ਅਸੀਂ ਸੈਸ਼ਨ ਨਹੀਂ ਕਰ ਸਕਦੇ ਕਿਉਂਕਿ ਟਾਈਮ ਸਾਡਾ ਤਕਰੀਬਨ ਪੂਰਾ ਹੋ ਗਿਆ। ਤੇ ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਬੰਦ ਕਰੀਏ, ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਨਾ, ਖਾਸ ਕਰਕੇ ਸਾਰੇ ਪ੍ਰੈਜ਼ੈਂਟਰਸ ਦਾ, ਡਾਕਟਰ ਕੈਂਡਲ ਹੋ ਦੇ ਬਿਹਾਫ ਤੇ, ਜਿਹੜੇ ਕਿ ਸਾਡੇ ਓਵਰਆਲ ਪ੍ਰੋਗਰਾਮ ਦੇ ਇੰਚਾਰਜ ਨੇ ਤੇ ਉਹ ਅੱਜ ਨਹੀਂ ਇੱਥੇ ਸ਼ਾਮਲ ਹੋ ਸਕੇ, ਪਰ ਉਹਨਾਂ ਦੀ ਟੀਮ ਦਾ ਲੈਡ ਬਾਈ ਸੋਫੀਆ ਖਾਨ ਤੇ ਆਪਣੀ ਜਿਹੜੀ ਹੈ ਸੀ ਟੂ ਸਕਾਈ ਜਿਹੜੀ ਆਰਗੇਨਾਈਜੇਸ਼ਨ ਹੈ, ਉਹਨਾਂ ਸਾਰਿਆਂ ਦਾ ਵੀ ਆਰ ਸੋ ਗ੍ਰੇਟਫੁਲ ਕਿ ਸਾਰਾ ਪ੍ਰੋਗਰਾਮ ਸਕਸੈਸਫੁਲ ਹੋਇਆ। ਬਹੁਤ ਸਾਰੇ ਲੋਕੀ ਵਾਚ ਕਰਦੇ ਪਏ ਨੇ, ਕਾਫੀਆਂ ਨੇ ਆਪਣੇ ਕਮੈਂਟ ਭੇਜੇ ਨੇ, ਬਹੁਤ ਸਾਰੇ, ਕੋਈ 15 ਸਵਾਲ ਤੇ ਮੇਰੇ ਕੋਲ ਇਨ ਰਾਈਟਿੰਗ ਆਏ ਨੇ। ਸੋ ਇਹ ਸਾਰੇ ਅਸੀਂ ਸਵਾਲ ਇੱਥੇ ਆਨਲਾਈਨ ਅਸੀਂ ਕਰਾਂਗੇ ਇਹਦੇ ਪ੍ਰੋਗਰਾਮ ਦੇ ਵਿੱਚ। ਤੇ ਮੈਂ ਸਾਰਿਆਂ ਨੂੰ ਦੱਸਾਂਗਾ ਐਡਰੈਸ ਕਿ ਤੁਸੀਂ www.iconproject.org ਦੇ ਵਿੱਚ ਜਾ ਕੇ ਆਪਣੀ ਇਨਫੋਰਮੇਸ਼ਨ ਦੇ ਸਕਦੇ ਹੋ, ਸੁਝਾਅ ਦੇ ਸਕਦੇ ਹੋ। ਇਹਨੂੰ ਆਪਾਂ ਇੰਪਰੂਵਮੈਂਟ ਕਿਸ ਤਰ੍ਹਾਂ ਦੀ ਪ੍ਰੋਗਰਾਮ ਦੀ ਕਰਨੀ ਹੈ ਉਹ ਦੱਸੋ। ਕੋਈ ਚੱਕਣ ਦੀ ਗੱਲ ਨਹੀਂ, ਹਰ ਪ੍ਰੋਗਰਾਮ 100% ਕਦੀ ਠੀਕ ਨਹੀਂ ਹੋ ਸਕਦਾ। ਸੋ ਅਸੀਂ ਸਾਰਿਆਂ ਦੇ ਵਿਚਾਰ ਅਸੀਂ ਚਾਹੁੰਦੇ ਹਾਂ ਵੀ ਵਾਪਸ ਦੇਣ ਸਾਨੂੰ। ਪਰ ਜਿਹੜਾ ਅੱਜ ਦਾ 2 ਜਿਹੜੇ ਪ੍ਰੋਗਰਾਮ ਕੀਤੇ ਨੇ 13 ਤੇ 20 ਦੇ, ਇਹ ਬੜੇ ਸਪੈਸ਼ਲ ਸਨ ਆਪਣੀ ਆਸਟੀਓਪਰੋਸਿਸ ਦੇ ਤੇ ਅੱਜ ਆਸਟੀਓਆਰਥਰਾਈਟਿਸ ਦੇ। ਤਾਂ ਮੈਂ ਸਮਝਣਾ ਵੀ ਜਿਹੜਾ ਟਾਈਮ ਸੀ ਸਾਡਾ ਉਹ ਪੂਰਾ ਇਹਨਾਂ ਸਾਡੇ ਪ੍ਰੈਜ਼ੈਂਟਰਸ ਨੇ ਬੜੇ
ਬੜੇ ਸੋਹਣੇ ਤਰੀਕੇ ਨਾਲ ਬੜੀ ਸੋਹਣੀ ਪੰਜਾਬੀ ਦੇ ਵਿੱਚ ਪੇਸ਼ ਕੀਤਾ ਤੇ ਨਾਲ ਡਾਕਟਰ ਰਮਿੰਦਰ ਕੰਗ ਉਹਨਾਂ ਨੇ ਆਪਣੀ ਹਿੰਦੀ ਦੇ ਵਿੱਚ ਟਰਾਂਸਲੇਸ਼ਨ ਕੀਤੀ ਹੈ ਤੇ ਫਿਰ ਜੇ ਵੀ ਆਰ ਸੋ ਗ੍ਰੇਟਫੁਲ ਕਿ ਤੁਸੀਂ ਇਹਦੀ ਪ੍ਰੋਗਰਾਮ ਦੀ ਪ੍ਰਮੋਸ਼ਨ ਕੀਤੀ ਹੈ। ਜਿੰਨੇ ਵੀ ਸਾਡੇ ਸਪਾਂਸਰ ਨੇ ਤੁਸੀਂ ਉਹਨਾਂ ਬਾਰੇ ਕਰੋ ਗੱਲਬਾਤ ਐਂਡ ਆਈ ਵੁੱਡ ਜਸਟ ਸੇ ਥੈਂਕ ਯੂ ਸੋ ਮਚ ਐਂਡ ਵੀ ਵਿਲ ਸੀ ਯੂ ਨੈਕਸਟ ਟਾਈਮ।